ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਅਨਦਰ ਵੀਡੀਓ। ਮੇਰੀ ਵੀਡੀਓਜ਼ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਮੇਰੇ ਇੰਸਟਾਗ੍ਰਾਮ ਦੇ ਡਾਇਰੈਕਟ ਮੈਸੇਜ ਇਨਬਾਕਸ ਦੇ ਵਿੱਚ ਇੱਕ ਸਵਾਲ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਉਹ ਇਹੋ ਹੀ ਹੁੰਦਾ ਕਿ ਵੀਰ ਜੀ ਅਸੀਂ ਕਿਹੜੇ ਤਰੀਕੇ ਨਾਲ ਜਾਂ ਕਿਹੜੇ ਸੌਖੇ ਤਰੀਕੇ ਦੇ ਨਾਲ ਅਮਰੀਕਾ ਆ ਸਕਦੇ ਹਾਂ ਤੇ ਪਲੀਜ਼ ਸਾਨੂੰ ਦੱਸੋ। ਪਰ ਮੈਂ ਬਹੁਤੀ ਵਾਰੀ ਸੈਟੀਸਫਾਈਂਗ ਤਰੀਕੇ ਦੇ ਨਾਲ ਉਹਨਾਂ ਨੂੰ ਆਨਸਰ ਨਹੀਂ ਦੇ ਪਾਉਂਦਾ ਕਿਉਂਕਿ ਇੱਕ ਤਾਂ ਮੈਂ ਕੋਈ ਇਮੀਗ੍ਰੇਸ਼ਨ ਦਾ ਕੰਸਲਟੈਂਟ ਨਹੀਂ ਹੈਗਾ ਔਰ ਨਾ ਹੀ ਮੈਂ ਕੋਈ ਇਹਦੇ ਤੇ ਬਹੁਤ ਜ਼ਿਆਦਾ ਡੀਪ ਸਟੱਡੀ ਕੀਤੀ ਆ। ਜਿਹੜਾ ਮੇਰਾ ਆਨਸਰ ਹੁੰਦਾ ਵਾ ਇਹ ਮੇਰੇ ਜੋ ਮੈਨੂੰ ਹੁਣ 14 ਸਾਲ ਅਮਰੀਕਾ ਦੇ ਵਿੱਚ ਹੋ ਗਏ ਆ, ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਜੋ ਮੈਂ ਜਿੱਦਾਂ ਮੈਂ ਚੀਜ਼ਾਂ ਆਲੇ ਦੁਆਲੇ ਆਪਣੇ ਦੇਖੀਆਂ ਨੇ ਹਨਾ, ਉਸੇ ਆਧਾਰ ਤੇ ਮੈਂ ਆਨਸਰ ਦਿੰਦਾ ਵਾਂ। ਤੇ ਕਈ ਵਾਰੀ ਸੁਣਨ ਵਾਲੇ ਨੂੰ ਉਹ ਚੀਜ਼ ਵਧੀਆ ਨਹੀਂ ਲੱਗਦੀ ਹਨਾ, ਤੇ ਮੈਨੂੰ ਆਪ ਨੂੰ ਵੀ ਕਈ ਵਾਰੀ ਬੁਰਾ ਲੱਗਦਾ ਕਿ ਹਨਾ ਕਿ ਮੇਬੀ ਉਹ ਮੇਰੇ ਤੋਂ ਕੁਝ ਜ਼ਿਆਦਾ ਐਕਸਪੈਕਟ ਕਰਦਾ ਹੋਏ ਹਨਾ, ਵੀ ਮੈਨੂੰ ਕੋਈ ਹੋਰ ਵਧੀਆ ਤਰੀਕਾ ਦੱਸ ਦੇਣ ਹਨਾ। ਬਟ ਮੈਂ ਉਹਨਾਂ ਨੂੰ ਹਮੇਸ਼ਾ ਹੀ ਇਹ ਕਹਿੰਦਾ ਕਿ ਵੀਰੇ ਮੇਰੇ ਹਿਸਾਬ ਨਾਲ ਇੱਦਾਂ ਵਾ, ਬਟ ਮੈਂ ਐਕਸਪਰਟ ਨਹੀਂ ਹੈਗਾ, ਤੁਸੀਂ ਪਲੀਜ਼ ਇੱਕ ਵਾਰੀ ਡਬਲ ਚੈੱਕ ਕਰ ਲਿਓ। ਔਰ ਇੱਕ ਚੀਜ਼ ਜਿਹਦਾ ਮੈਨੂੰ ਸਭ ਤੋਂ ਜ਼ਿਆਦਾ ਡਰ ਰਹਿੰਦਾ ਵਾ, ਕਿਉਂਕਿ ਕਈਆਂ ਨੇ ਮੈਨੂੰ ਇੱਦਾਂ ਦੀਆਂ ਸਟੋਰੀਆਂ ਦੱਸਦੇ ਆ ਕਿ ਸਾਨੂੰ ਏਜੰਟ ਨੇ ਇੱਦਾਂ ਦੱਸਿਆ, ਉਹ ਕਹਿੰਦਾ ਇੰਨੇ ਹੀ ਪੈਸੇ ਲੱਗਣਗੇ ਤੇ ਤੁਸੀਂ ਸੌਖੇ ਤਰੀਕੇ ਨਾਲ ਬਾਹਰ ਆ ਜਾਓਗੇ। ਤੇ ਮੈਨੂੰ ਹੋ ਸਕਦਾ ਆ ਜਾਣ, ਬਟ ਉਹ ਜਿਹੜੀਆਂ ਸਟੋਰੀਜ਼ ਮੈਨੂੰ ਸੁਣਾਉਂਦੇ ਨੇ ਹਨਾ, ਉਹ ਮੈਨੂੰ ਕੋਈ ਰਿਐਲਿਟੀ ਬੇਸ ਨਹੀਂ ਲੱਗਦੀਆਂ, ਕਿਉਂਕਿ ਉੱਦਾਂ ਦੀਆਂ ਘਟਨਾਵਾਂ ਮੈਂ ਇੱਥੇ ਰਹਿ ਕੇ ਆਲੇ ਦੁਆਲੇ ਉੱਦਾਂ ਦੇ ਤਰੀਕੇ ਨਾਲ ਬੰਦੇ ਆਉਂਦੇ ਇੱਥੇ ਨਹੀਂ ਦੇਖੇ ਹਨਾ। ਤੇ ਫਿਰ ਇੱਕ ਡਰ ਮੇਰੇ ਮਨ 'ਚ ਬਹੁਤ ਜ਼ਿਆਦਾ ਹੁੰਦਾ ਵਾ ਕਿ ਯਾਰ ਇਹ ਹਨਾ, ਕਿਉਂਕਿ ਜਿਹੜਾ ਮੈਨੂੰ ਆਨਸਰ ਪੁੱਛ ਰਿਹਾ ਬਹੁਤੇ ਆਪਾਂ ਮਿਡਲ ਕਲਾਸ ਫੈਮਿਲੀ ਤੋਂ ਹੀ ਬਿਲੋਂਗ ਕਰਦੇ ਆ, ਤੇ ਮਿਡਲ ਕਲਾਸ ਫੈਮਿਲੀ ਵਾਸਤੇ ਇੱਕ ਛੋਟੀ ਜੀ ਵੀ ਚਾਹੇ ਹਨਾ, ਕਿਸੇ ਲਈ ਬਹੁਤ ਛੋਟੀ ਰਕਮ ਹੋ ਸਕਦੀ ਆ, ਬਟ ਕਿਸੇ ਦੀ ਉਹ ਲਾਈਫ ਸੇਵਿੰਗ ਹੋ ਸਕਦੀਆਂ ਨੇ, ਜਾਂ ਕਿਸੇ ਨੇ ਕਿਸੇ ਤੋਂ ਪੈਸੇ ਧਾਰੇ ਚੱਕ ਕੇ ਹਨਾ ਉਹ ਸਟੈਪ ਲੈਣਾ ਹੋਏ। ਤੇ ਕਈ ਵਾਰੀ ਮੈਂ ਉਹਨਾਂ ਨੂੰ ਹਮੇਸ਼ਾ ਹੀ ਕਹਿੰਦਾ ਕਿ ਵੀਰੇ ਪਲੀਜ਼ ਥੋੜਾ ਕੇਅਰਫੁਲ ਹੋ ਕੇ ਸਟੈਪ ਲਿਓ ਤੇ ਤੁਸੀਂ ਆਪਣੇ ਪੈਸੇ ਨਾ ਖਰਾਬ ਕਰ ਲਿਓ। ਫਿਰ ਮੈਂ ਆਪਣੇ ਆਪ ਨੂੰ ਇਹ ਵੀ ਕੁਐਸਚਨ ਕਰਦਾ ਕਿ ਯਾਰ ਮੈਂ ਕੌਣ ਹੁੰਨਾ ਹਨਾ, ਮੇਬੀ ਉਹ ਤਰੀਕਾ ਹੋਏ, ਲਾਈਕ ਆਈ ਸੈਡ ਮੈਂ ਕੋਈ ਐਕਸਪਰਟ ਤੇ ਹੈ ਨਹੀਂ ਇਮੀਗ੍ਰੇਸ਼ਨ ਦੇ ਵਿੱਚ, ਤੇ ਮੇਬੀ ਇਹ ਤਰੀਕੇ ਦੇ ਨਾਲ ਕੋਈ ਬਾਹਰ ਆ ਜੇ। ਦੇਖ ਲਓ ਜੀ ਆਪਾਂ ਗੱਲਾਂ ਕਿਹੜੀਆਂ ਕਰ ਰਹੇ ਆ, ਤੇ ਨਾਲ ਦੇ ਨਾਲ ਹੀ ਪੈਰਲਲ ਦੁਨੀਆ ਦੇ ਵਿੱਚ ਆ ਕਿਸੇ ਦੀ ਲਾਸਟ ਯਾਤਰਾ ਵਾ ਜੀ, ਜਿਹੜੀ ਆਹ ਵਾਲੀ ਗੱਡੀ ਆ ਇਹਦੇ ਵਿੱਚ ਕਿਸੇ ਆ ਨਾ I don't know ਕਿੰਨਾ ਕੀ ਹੈ ਯਾਰ, ਬੜਾ ਅਜੀਬ ਜਿਹਾ ਲੱਗਦਾ ਯਾਰ ਇਹ ਗੱਡੀ ਜਦੋਂ ਵੀ ਦੇਖਣ ਨੂੰ ਮਿਲਦੀ ਆ ਨਾ, ਤੇ ਉਦੋਂ ਦਿਮਾਗ 'ਚ ਹੁੰਦਾ ਬੰਦਾ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਲਾਨ ਕਰਦੇ ਆ ਤੇ ਲਾਸਟ ਰਿਜ਼ਲਟ ਐਂਡ ਰਿਜ਼ਲਟ ਆ ਇੱਦਾਂ ਹੀ ਗੱਡੀ ਤੇ ਜਾਣਾ ਤੇ ਹਨਾ, ਦੱਬਣ ਵਾਲਿਆਂ ਨੇ ਦੱਬ ਦੇਣਾ ਤੇ ਫੂਕਣ ਵਾਲਿਆਂ ਨੇ ਫੂਕ ਦੇਣਾ, ਉੱਥੇ ਹੀ ਸਟੋਰੀ ਦਾ ਦੀ ਐਂਡ ਹੋ ਜਾਣਾ ਨਹੀਂ। ਚਲੋ ਆਪਾਂ ਆਪਣੀ ਸਟੋਰੀ ਨੂੰ ਕਰਦੇ ਹਾਂ ਕੰਟੀਨਿਊ। ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਉਹ ਤਰੀਕੇ ਜਾਂ ਉਹ ਕੈਟਾਗਰੀਆਂ ਜਿਨ੍ਹਾਂ ਦੇ ਵਿੱਚ ਮੈਂ ਬਹੁਤੇ ਲੋਕ ਆਉਂਦੇ ਦੇਖਦਾ ਵਾਂ ਅਮਰੀਕਾ ਦੇ ਵਿੱਚ, ਉਹ ਤੁਹਾਡੇ ਨਾਲ ਸਾਂਝੇ ਕਰੂੰਗਾ। ਬਟ ਵਾਂਸ ਅਗੇਨ ਪਲੀਜ਼ ਮੈਂ ਫਿਰ ਦੱਸ ਦੇਣਾ ਚਾਹੁੰਦਾ ਮੈਂ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਹੈਗਾ, ਤੇ ਹੋ ਸਕਦਾ ਜਿਹੜੀ ਮੈਂ ਜਾਣਕਾਰੀ ਦੇ ਰਿਹਾ ਵਾਂ ਇਹ ਬਿਲਕੁਲ ਐਕਿਊਰੇਟ ਨਾ ਹੋਏ, ਕਿਉਂਕਿ ਮੈਂ ਕੋਈ ਸਰਟੀਫਾਈਡ ਨਹੀਂ ਹੈਗਾ, ਨਾ ਹੀ ਮੈਂ ਇਹਦੇ 'ਤੇ ਕੋਈ ਜ਼ਿਆਦਾ ਸਟੱਡੀ ਕਰਦਾ ਵਾਂ। ਮੈਂ ਉਹੋ ਹੀ ਤੁਹਾਡੇ ਨਾਲ ਗੱਲਾਂ ਸ਼ੇਅਰ ਕਰੂੰਗਾ ਜਿਹੜੀਆਂ ਮੈਂ ਆਲੇ ਦੁਆਲੇ 'ਚ ਦੇਖੀਆਂ ਨੇ। ਨਾ ਹੀ ਮੈਂ ਇਸ ਮੁੱਦੇ ਦੇ ਉੱਤੇ ਕਦੇ ਵੀ ਵੀਡੀਓ ਬਣਾਉਣਾ ਚਾਹੁੰਦਾ ਸੀਗਾ, ਬਟ ਮੈਨੂੰ ਕੁਐਸਚਨ ਹੀ ਇੰਨੇ ਕੁ ਜ਼ਿਆਦਾ ਆਉਂਦੇ ਆ, ਤੇ ਫਿਰ ਕਿਤੇ ਨਾ ਕਿਤੇ ਮੈਨੂੰ ਬੁਰਾ ਵੀ ਲੱਗਦਾ ਵੀ ਕਿਤੇ ਵੀਰ ਇਹ ਨਾ ਕੋਈ ਸਮਝ ਲੇ ਹਨਾ ਵੀ ਸਾਨੂੰ ਜਾਣ ਕੇ ਇਗਨੋਰ ਕਰਦਾ ਵਾ। ਤੇ ਮੈਂ ਸੋਚਿਆ ਮੇਰੇ ਤੇ ਇੱਕ ਜਿੰਨੀ ਕੁ ਮੈਨੂੰ ਨੌਲੇਜ ਆ, ਜਿਹੜੀ ਮੇਰੀ ਨੌਲੇਜ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਤੇ ਹੋਪਫੁਲੀ ਤੁਹਾਨੂੰ ਇਹਦੇ 'ਚ ਤੁਹਾਡਾ ਆਨਸਰ ਮਿਲ ਜੂਗਾ। ਜੇ ਨਹੀਂ ਵੀ ਮਿਲਦਾ ਤੇ ਇਕੱਲਾ ਤੁਸੀਂ ਮੇਰੀ ਵੀਡੀਓ ਦੇ ਆਧਾਰ ਤੇ ਹੀ ਨਾ ਆਪਣਾ ਡਿਸੀਜਨ ਲੈ ਲਿਓ, ਤੁਸੀਂ ਆਪਣੀ ਹੋਰ ਵੀ ਜ਼ਿਆਦਾ ਰਿਸਰਚ ਕਰਿਓ, ਬਟ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ।
ਜੇ ਆਪਾਂ ਸਰਚ ਮਾਰੀਏ ਇੱਕ ਐਸੀ ਕੰਟਰੀ ਜਿੱਥੇ ਸਭ ਤੋਂ ਜ਼ਿਆਦਾ ਇਮੀਗ੍ਰੈਂਟ ਜਾਂਦੇ ਨੇ ਤੇ ਅਮਰੀਕਾ ਨੰਬਰ 1 ਤੇ ਆਊਗਾ। ਆਈ ਥਿੰਕ ਨੰਬਰ 2 ਤੇ ਜਰਮਨੀ ਆ, ਨੰਬਰ 3 ਤੇ ਸਾਊਦੀ ਅਰੇਬੀਆ ਵਾ, ਚੌਥੇ ਜਾਂ ਪੰਜਵੇਂ ਨੰਬਰ ਤੇ UK ਆ, ਐਂਡ ਸੋ ਔਨ ਐਂਡ ਸੋ ਫੋਰਥ। ਅਮਰੀਕਾ ਦੀ 350 ਮਿਲੀਅਨ ਦੀ ਪਾਪੂਲੇਸ਼ਨ ਵਿੱਚੋਂ ਮੰਨਿਆ ਜਾਂਦਾ ਕਿ 26% ਲੋਕ ਐਸੇ ਨੇ ਜਿਹੜੀ ਇਮੀਗ੍ਰੈਂਟ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਔਰ ਇਮੀਗ੍ਰੈਂਟ ਦੀ ਕੈਟਾਗਰੀ ਦੇ ਵਿੱਚ ਇਹ ਦੋ ਗਰੁੱਪਸ ਨੂੰ ਐਡ ਕਰਦੇ ਆ। ਇੱਕ ਤੇ ਉਹ ਲੋਕ ਜਿਨ੍ਹਾਂ ਦਾ ਜਨਮ ਅਮਰੀਕਾ ਦੀ ਧਰਤੀ ਤੋਂ ਬਾਹਰਲੀ ਧਰਤੀ ਤੇ ਹੋਇਆ ਵਾ, ਔਰ ਉਹ ਵੀ ਲੋਕ ਜਿਨ੍ਹਾਂ ਦੇ ਮਾਪਿਓ ਦਾ ਜਨਮ ਅਮਰੀਕਾ ਦੀ ਧਰਤੀ ਤੋਂ ਬਾਹਰ ਹੋਇਆ ਵਾ। ਤੇ ਇਹਦੇ ਵਿੱਚ ਜਿੱਦਾਂ ਮੈਂ ਆ ਗਿਆ ਔਰ ਮੇਰੀ ਗੁੜੀਆ ਆ ਗਈ, ਔਰ ਮੇਰੀ ਗੁੜੀਆ ਤੋਂ ਜਿਹੜੀ ਅਗਲੀ ਜਨਰੇਸ਼ਨ ਹੋਊਗੀ ਉਹ ਇਮੀਗ੍ਰੈਂਟ ਕੈਟਾਗਰੀ ਦੇ ਵਿੱਚ ਨਹੀਂ ਆਊਗੀ। ਔਰ ਮੈਕਸੀਕਨ ਲੋਕ ਨੇ ਜਿਹੜੇ, ਇਹ ਮੰਨਿਆ ਜਾਂਦਾ ਵੀ ਜਿੰਨੀ ਟੋਟਲ ਇਹਨਾਂ ਦੀ ਇਮੀਗ੍ਰੈਂਟਾਂ ਦੀ ਪਾਪੂਲੇਸ਼ਨ ਹੈ ਉਹਦੇ ਵਿੱਚੋਂ 25% ਇਮੀਗ੍ਰੈਂਟ ਮੈਕਸੀਕਨ ਮੂਲ ਦੇ ਨੇ। ਦੂਜਾ ਔਰ ਤੀਜਾ ਨੰਬਰ ਇੰਡੀਆ ਔਰ ਚਾਈਨੀਜ਼ ਮੂਲ ਦੇ ਲੋਕਾਂ ਦਾ ਵਾ। ਆਈ ਥਿੰਕ ਜਿਹੜੇ ਮੈਕਸੀਕਨ ਲੋਕ ਨੇ 25% ਨੇ ਔਰ ਇੰਡੀਅਨ ਔਰ ਚਾਈਨੀਜ਼ 6% ਨੇ। ਹੁਣ ਇੰਨੀ ਜ਼ਿਆਦਾ ਇਮੀਗ੍ਰੈਂਟ ਐਕਸੈਪਟ ਕਰਨ ਦੇ ਬਾਵਜੂਦ ਵੀ ਅਮਰੀਕਾ ਨੂੰ ਇੱਕ ਐਸੀ ਕੰਟਰੀ ਦੇ ਮੰਨਿਆ ਜਾਂਦਾ ਵਾ ਜਿਹੜੀ ਕਿ ਇਮੀਗ੍ਰੇਸ਼ਨ ਰੂਲਸ ਨੂੰ ਲੈ ਕੇ ਕਾਫੀ ਜ਼ਿਆਦਾ ਸਟ੍ਰਿਕਟ ਆ, ਔਰ ਜਿੱਥੇ ਇਮੀਗ੍ਰੇਟ ਕਰਨਾ ਕੋਈ ਇੰਨਾ ਕਈ ਕੰਟਰੀਆਂ ਦੇ ਮੁਕਾਬਲੇ ਇੰਨਾ ਈਜ਼ੀ ਨਹੀਂ ਹੈਗਾ। ਹੁਣ ਸਵਾਲ ਸਾਡੇ ਦਿਮਾਗ 'ਚ ਫਿਰ ਇਹੋ ਹੀ ਹੁੰਦਾ ਵਾ ਵੀ ਜੇ ਅਮਰੀਕਾ ਦੇ ਵਿੱਚ ਮੂਵ ਕਰਨਾ ਇੰਨਾ ਈਜ਼ੀ ਨਹੀਂ ਹੈਗਾ ਤੇ ਫਿਰ ਅਮਰੀਕਾ ਦੇ ਵਿੱਚ ਇਮੀਗ੍ਰੈਂਟਸ ਦੀ ਤਾਦਾਦ ਇੰਨੀ ਜ਼ਿਆਦਾ ਕਿੱਦਾਂ ਹੋਊਗੀ। ਹੁਣ ਇਹ ਆਪਾਂ ਨੂੰ ਪਤਾ ਵੀ ਕੋਈ ਵੀ ਸਰਕਾਰ ਆ ਟਾਈਮ ਦੇ ਨਾਲ ਕੁਝ ਆਪਣੇ ਰੂਲਸ ਦੇ ਵਿੱਚ ਚੇਂਜਸ ਲਿਆਉਂਦੀ ਰਹਿੰਦੀ ਆ। ਕੁਝ ਐਸੇ ਕਾਨੂੰਨ ਹੁੰਦੇ ਨੇ ਜਿਹੜੇ ਪਹਿਲਾਂ ਸਖਤ ਹੁੰਦੇ ਨੇ ਤੇ ਬਾਅਦ ਵਿੱਚ ਸਰਕਾਰ ਸਮਾਂ ਪਾ ਕੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਵਿੱਚ ਥੋੜੀ ਜਿਹੀ ਢਿੱਲ ਵਰਤ ਲੈਂਦੀ ਹੈ ਜਾਂ ਉਹਨਾਂ ਵਿੱਚ ਥੋੜੀ ਜਿਹੀ ਰਿਆਇਤ ਬਖਸ਼ ਦਿੰਦੀ ਆ। ਔਰ ਸੇਮ ਟਾਈਮ ਤੇ ਕੁਝ ਐਸੇ ਵੀ ਰੂਲ ਹੁੰਦੇ ਨੇ ਜਿਨ੍ਹਾਂ ਵਿੱਚ ਪਹਿਲਾਂ ਥੋੜੀ ਜਿਹੀ ਰਿਆਇਤ ਹੁੰਦੀ ਆ, ਪਰ ਬਾਅਦ 'ਚ ਸਰਕਾਰ ਨੂੰ ਲੱਗਦਾ ਵੀ ਨਹੀਂ, ਆਪਾਂ ਨੂੰ ਇਹਦੇ ਵਿੱਚ ਥੋੜੀ ਜਿਹੀ ਸਖਤੀ ਲਿਆਉਣੀ ਚਾਹੀਦੀ ਆ। ਔਰ ਸੇਮ ਕਨਸੈਪਟ ਦੇ ਆਧਾਰ ਤੇ ਅਮਰੀਕਾ ਨੇ ਵੀ ਜਿਹੜੀ ਆਪਣੀ ਇਮੀਗ੍ਰੇਸ਼ਨ ਪਾਲਿਸੀ ਆ ਇਹਦੇ ਵਿੱਚ ਕਾਫੀ ਚੇਂਜਸ ਲਿਆਂਦੇ। ਔਰ ਇਹਦੇ ਵਿੱਚ ਜਿੱਥੇ ਉਹਨਾਂ ਨੇ ਕਿਤੇ ਨਾ ਕਿਤੇ ਸਖਤਾਈ ਕੁਝ ਕੈਟਾਗਰੀਜ਼ ਦੇ ਵਿੱਚ ਸਖਤਾਈ ਦਿਖਾਈ, ਔਰ ਕੁਝ ਐਸੀ ਵੀ ਕੈਟਾਗਰੀ ਸੀਗੀਆਂ ਜਿਹਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਜੇ ਇਸ ਕੈਟਾਗਰੀ ਦੇ ਵਿੱਚ ਲੋਕ ਇੱਥੇ ਆਉਣ ਤੇ ਸਾਨੂੰ ਫਾਇਦਾ ਹੋ ਸਕਦਾ, ਤੇ ਉਹਨਾਂ ਕੈਟਾਗਰੀਜ਼ ਦੇ ਵਿੱਚ ਉੱਥੇ ਉਹਨਾਂ ਨੇ ਥੋੜੀ ਜਿਹੀ ਓਪਨਨੈਸ ਦਿਖਾਈ। ਔਰ ਜਿਹੜੇ ਐਸੇ ਲੋਕ ਸੀਗੇ ਜਿਹੜੇ ਉਹਨਾਂ ਦੀ ਕੁਆਲੀਫਿਕੇਸ਼ਨਸ ਮੀਟ ਕਰਦੇ ਸੀਗੇ ਉਹਨਾਂ ਵਾਸਤੇ ਇਹਨਾਂ ਨੇ ਥੋੜੀ ਜਿਹੀ ਇਮੀਗ੍ਰੇਸ਼ਨ ਈਜ਼ੀ ਕੀਤੀ। ਜੇ ਆਪਾਂ ਦੇਖਿਆ ਜਾਏ ਤੇ ਉੱਦਾਂ ਦੇ ਅਮਰੀਕਾ ਦੀ ਜਿਹੜੀ ਟੋਟਲੀ ਪਾਪੂਲੇਸ਼ਨ ਹੈ ਸਾਰੀ ਮੈਜੋਰਿਟੀ ਆਫ ਇਮੀਗ੍ਰੈਂਟਸ ਦੇ ਨਾਲ ਹੀ ਹੈ। ਜਿਹੜੇ ਇੱਥੋਂ ਦੇ ਗੋਰੇ ਵੀ ਲੋਕ ਨੇ ਇਹ ਇੱਥੋਂ ਦੇ ਮੂਲ ਨਿਵਾਸੀ ਨਹੀਂ ਹੈਗੇ, ਹੈ ਨਾ, ਇਹ ਵੀ ਦੂਜੀ ਕੰਟਰੀ ਤੋਂ ਆਏ ਨੇ। ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੀ ਪਾਪੂਲੇਸ਼ਨ ਤੇ ਆਮ ਨਾਟ ਸ਼ੋਰ ਐਗਜ਼ੈਕਟਲੀ ਬਟ ਮੇਬੀ 2% ਤੋਂ ਵੀ ਘੱਟ ਰਹਿ ਗਈ ਹੋਏ, ਕਿਉਂਕਿ ਉਹਨਾਂ ਦੀ ਪਾਪੂਲੇਸ਼ਨ ਡਿਕਲਾਈਨ ਦੇ ਉੱਤੇ ਆ। ਜਿਹੜੇ ਲੋਕਾਂ ਨੂੰ ਹੁਣ ਆਪਾਂ ਐਜ਼ ਅ ਅਮਰੀਕਨ ਡਿਫਾਈਨ ਕਰਦੇ ਹਾਂ, ਜਦੋਂ ਆਪਾਂ ਆਪਣੇ ਦਿਮਾਗ ਦੇ ਵਿੱਚ ਇੱਕ ਅਮਰੀਕਨ ਬੰਦੇ ਦੀ ਤਸਵੀਰ ਲਿਆਉਂਦੇ ਹਾਂ ਤੇ ਇੱਕ ਕਾਕੇਸ਼ੀਅਨ ਜਾਂ ਕਹਿ ਲਓ ਵੀ ਗੋਰੇ ਬੰਦੇ ਦੀ ਤਸਵੀਰ ਸਾਡੇ ਦਿਮਾਗ 'ਚ ਆਉਂਦੀ ਆ। ਇਹ ਲੋਕ ਉਹ ਨੇ ਜਿਹੜੇ ਅੱਜ ਤੋਂ 100-200 ਸਾਲ ਪਹਿਲਾਂ ਇੱਥੇ ਮੂਵ ਕਰ ਗਏ ਸੀਗੇ। ਮੋਸਟਲੀ ਇਹ ਲੋਕ ਆਏ ਸੀਗੇ ਇੰਗਲੈਂਡ ਤੋਂ ਜਾਂ ਯੂਰਪ ਦੀ ਅਦਰ ਕੰਟਰੀਜ਼ ਤੋਂ, ਹੈ ਨਾ, ਜਿੱਦਾਂ ਸਵਿਟਜ਼ਰਲੈਂਡ ਮੂਲ ਦੇ ਕਾਫੀ ਲੋਕ ਇੱਥੇ ਨੇ, ਜਰਮਨ ਮੂਲ ਦੇ, ਪੋਲਿਸ਼ ਮੂਲ ਦੇ, ਇਟਾਲੀਅਨ ਮੂਲ ਦੇ। ਹੁਣ ਇਹਨਾਂ ਵਿੱਚ ਵੀ ਕਈ ਲੋਕ ਐਸੇ ਨੇ ਜੋ ਕਾਫੀ ਲੰਬਾ ਸਮਾਂ ਪਹਿਲਾਂ ਇੱਥੇ ਆ ਗਏ ਸੀਗੇ। ਜਿੱਦਾਂ ਇੰਗਲਿਸ਼ ਲੋਕ ਸੀਗੇ ਇਹ ਕਾਫੀ ਇੱਥੇ ਜ਼ਿਆਦਾ ਪੁਰਾਣੇ ਆ ਗਏ ਸੀਗੇ। ਉਹਦੇ ਬਾਅਦ ਜਰਮਨ ਔਰ ਸਵਿਸ ਲੋਕ ਥੋੜੀ ਬਾਅਦ 'ਚ ਆਏ, ਔਰ ਇਟਾਲੀਅਨ ਆਪਾਂ ਕਹਿ ਸਕਦੇ ਹਾਂ ਵੀ ਵਨ ਆਫ ਦਾ ਲੇਟਰ ਹਾਫ, ਜਿੱਦਾਂ ਕਹਿ ਸਕਦੇ ਵੀ 1940-1950 ਦੇ ਵਿੱਚ ਇਟਾਲੀਅਨ ਲੋਕਾਂ ਨੇ ਵੀ ਇੱਥੇ ਮੂਵ ਹੋਣਾ ਸ਼ੁਰੂ ਕੀਤਾ, ਜਦੋਂ ਯੂਰਪ ਦੇ ਵਿੱਚ ਇਕਨੋਮਿਕ ਤੌਰ ਤੇ ਕਾਫੀ ਮੰਦੀ ਛਾਈ ਹੋਈ ਸੀਗੀ। ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇਹਨਾਂ ਦਾ ਜਿਹੜਾ ਇਮੀਗ੍ਰੈਂਟ ਨੂੰ ਕੈਟੇਗਰਾਈਜ਼ ਕਰਨ ਦਾ ਤਰੀਕਾ ਵਾ, ਉਹਦੇ ਵਿੱਚ ਉਹੀ ਲੋਕ ਇਮੀਗ੍ਰੈਂਟ ਦੀ ਕੈਟੇਗਰੀ 'ਚ ਆਉਂਦੇ ਨੇ ਜਿਨ੍ਹਾਂ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ ਵਾ ਜਾਂ ਜਿਨ੍ਹਾਂ ਦੇ ਮਾਂ-ਪਿਓ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ ਵਾ। ਕਿਉਂਕਿ ਇਹ ਲੋਕ ਇੰਨਾ ਸਮਾਂ ਪੁਰਾਣਾ ਪਹਿਲਾਂ ਇੱਥੇ ਆ ਗਏ ਆ ਤੇ ਫਿਰ ਆਪਾਂ ਹੁਣ ਇਹਨਾਂ ਨੂੰ ਐਜ਼ ਅ ਇਮੀਗ੍ਰੈਂਟ ਨਹੀਂ ਡਿਫਾਈਨ ਕਰ ਸਕਦੇ। ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਆਪਣੇ ਪੰਜਾਬੀ ਲੋਕ ਨੇ, ਹੈ ਨਾ, ਮੋਸਟਲੀ ਇੱਥੇ 1980s ਜਾਂ ਲੇਟ 70s ਜਾਂ ਕਹਿ ਸਕਦੇ 80s ਔਰ ਅਰਲੀ 90s ਦੇ ਵਿੱਚ ਇੱਥੇ ਆਏ। ਉਹਨਾਂ ਟਾਈਮਾਂ ਦੇ ਵਿੱਚ ਕਿਤੇ ਨਾ ਕਿਤੇ ਫਿਰ ਵੀ ਜਿਹੜੇ ਇਮੀਗ੍ਰੇਸ਼ਨ ਦੇ ਰੂਲ ਸੀਗੇ ਉਹ ਥੋੜੇ ਜਿਹੇ ਫਲੈਕਸੀਬਲ ਸੀਗੇ, ਹੈ ਨਾ। ਜੇ ਕੋਈ ਬੰਦਾ ਇੱਥੇ ਟੂਰਿਸਟ ਵੀਜ਼ੇ ਤੇ ਜਾਂ ਕਿਸੇ ਵੀ ਤਰੀਕੇ ਨਾਲ ਆ ਜਾਂਦਾ ਸੀਗਾ, ਜਦੋਂ ਕਾਫੀ ਐਸੇ ਲੋਕ ਨੇ ਅਮਰੀਕਾ ਦੇ ਵਿੱਚ ਜਿਹੜੇ ਸ਼ਿਪਸ ਦੇ ਥਰੂ ਆਏ ਨੇ, ਹੈ ਨਾ, ਜਿੱਦਾਂ ਉਹ ਸ਼ਿਪ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਤੇ ਜਦੋਂ ਉਹ ਸ਼ਿਪ ਅਮਰੀਕਾ ਦੀ, ਹੈ ਨਾ, ਕਿਸੇ ਵੀ ਪੋਰਟ ਦੇ ਉੱਤੇ ਲੱਗਾ ਤੇ ਫਿਰ ਉਹਨਾਂ ਨੇ, ਹੈ ਨਾ, ਵੀ ਅਮਰੀਕਾ ਹੀ ਉਹ ਰਹਿ ਗਏ, ਹੈ ਨਾ।
ਔਰ ਉਹਦੇ ਬਾਅਦ ਕੁਝ ਸਮਾਂ ਉਹਨਾਂ ਨੂੰ ਬਗੈਰ ਪੇਪਰਾਂ ਦੇ ਵੀ ਰਹਿਣਾ ਪਿਆ, ਬਟ ਫਿਰ ਵੀ ਉਦੋਂ ਸਰਕਾਰ ਥੋੜੀ ਜਿਹੀ ਲੀਨੀਅੰਟ ਸੀਗੀ। ਸਰਕਾਰ ਥੋੜੇ ਟਾਈਮ ਬਾਅਦ ਕੁਝ ਨਾ ਕੁਝ ਇਦਾਂ ਦੇ ਰੂਲ ਲਿਆਉਂਦੀ ਰਹਿੰਦੀ ਸੀ ਜਿਹਦੇ ਨਾਲ ਜਿਹੜੇ ਲੋਕਾਂ ਕੋਲ ਪੇਪਰ ਨਹੀਂ ਸੀ ਹੁੰਦੇ ਹੈ ਨਾ, ਉਹਨਾਂ ਨੂੰ ਕੋਈ ਨਾ ਕੋਈ ਪੈਥਵੇ ਮਿਲ ਜਾਂਦਾ ਸੀਗਾ ਹੈ ਨਾ। ਕੁਝ ਨਾ ਕੁਝ ਸ਼ਰਤਾਂ ਹੁੰਦੀਆਂ ਸੀ ਸਰਕਾਰ ਦੀਆਂ, ਜੇ ਉਹ ਸ਼ਰਤਾਂ ਪੂਰੀਆਂ ਕਰਦੇ ਸੀਗੇ ਤੇ ਸਰਕਾਰ ਉਹਨਾਂ ਨੂੰ ਵਾਅਦਾ ਕਰਦੀ ਸੀਗੀ ਜਿਹੜੇ ਲੋਕਾਂ ਕੋਲ ਪੇਪਰ ਨਹੀਂ ਹੈਗੇ ਤੁਹਾਨੂੰ ਅਸੀਂ ਪੇਪਰ ਦੇਵਾਂਗੇ ਹੈ ਨਾ। ਫੋਰ ਐਗਜ਼ਾਮਪਲ ਆਈ ਥਿੰਕ ਅਮਰੀਕਾ ਦਾ ਪ੍ਰੈਜ਼ੀਡੈਂਟ ਰੋਨਲਡ ਰੇਗਨ, ਉਹਨੇ ਐਮਨੈਸਟੀ ਲਿਆਂਦੀ ਸੀਗੀ। ਐਮਨੈਸਟੀ ਦਾ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹ ਮੈਂ ਦੱਸ ਦਿੰਦਾ ਵੀ ਐਮਨੈਸਟੀ ਇੱਕ ਐਸਾ ਰੂਲ ਹੈ ਜਿਹਦੇ ਵਿੱਚ ਅਗਰ ਕਿਸੇ ਬੰਦੇ ਕੋਲ ਇਲੀਗਲ ਸਟੇਟਸ ਹੈ ਕਿਸੇ ਕੰਟਰੀ ਦੇ ਵਿੱਚ, ਤੇ ਜਿਹੜੀ ਉੱਥੋਂ ਦੀ ਸਰਕਾਰ ਇੱਕ ਉਹ ਕਹਿ ਦਿੰਦੀ ਹੈ ਵੀ ਜਿਹੜੇ ਲੋਕਾਂ ਕੋਲ ਇਲੀਗਲ ਸਟੇਟਸ ਆ ਤੁਸੀਂ ਇਹ ਫਾਈਨ ਭਰੋ, ਤੁਸੀਂ ਆਹ ਵਾਲੀਆਂ ਸ਼ਰਤਾਂ ਜਿਹੜੀਆਂ ਅਸੀਂ ਰੱਖੀਆਂ ਨੇ ਇਹਨਾਂ ਨੂੰ ਮੰਨੋ, ਤੇ ਫਿਰ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਰਸਤਾ ਲੱਭ ਕੇ ਲਿਆਵਾਂਗੇ, ਕੋਈ ਨਾ ਕੋਈ ਢੰਗ ਲੱਭ ਕੇ ਲਿਆਵਾਂਗੇ ਜਿਹਦੇ ਸਿਰ ਤੇ ਤੁਸੀਂ ਇਸ ਕੰਟਰੀ ਦੇ ਵਿੱਚ ਇੱਕ ਪੱਕੇ ਨਾਗਰਿਕ ਬਣ ਸਕੋ। ਤੇ ਪਹਿਲਾਂ ਇਦਾਂ ਦੀਆਂ ਪਾਲਿਸੀਜ਼ ਈਜ਼ੀਲੀ ਹੁੰਦੀਆਂ ਰਹਿੰਦੀਆਂ ਸੀਗੀਆਂ। ਈਵਨ ਡਿਫਰੈਂਟ ਕੈਟੇਗਰੀ ਵਾਸਤੇ ਵੀ ਕੋਈ ਨਾ ਕੋਈ ਪਾਲਿਸੀ ਹੁੰਦੀ ਰਹਿੰਦੀ ਸੀਗੀ। ਆਈ ਥਿੰਕ 1990 ਦੇ ਵਿੱਚ ਕਾਫੀ ਆਪਣੇ ਪੰਜਾਬੀ ਲੋਕ ਨੇ ਜਿਹੜੇ ਖੇਤੀਬਾੜੀ ਦਾ ਇੱਥੇ ਕੰਮ ਕਰਦੇ ਸੀਗੇ, ਤੇ ਉਹਨਾਂ ਨੂੰ ਖੇਤੀਬਾੜੀ ਵਾਲੇ ਪੇਪਰ ਕਹਿ ਦਿੰਦੇ ਸੀਗੇ। ਐਗਰੀਕਲਚਰ ਦੇ ਆਧਾਰ ਤੇ ਵੀ ਉਹਨਾਂ ਨੂੰ ਪੇਪਰ ਸਰਕਾਰ ਨੇ ਦਿੱਤੇ। ਬਟ ਜਿੱਦਾਂ ਸਮਾਂ ਚੇਂਜ ਹੁੰਦਾ ਗਿਆ ਸਰਕਾਰ ਨੇ ਨੂੰ ਲੱਗਿਆ ਵੀ ਹੁਣ ਟੂ ਮੱਚ ਹੋ ਗਿਆ ਵਾ, ਆਪਣੇ ਕੋਲ ਇਨਫ ਸਿਟੀਜ਼ਨ ਨੇ, ਤੇ ਆਪਾਂ ਨੂੰ ਥੋੜੀ ਜਿਹੀ ਕਿਉਂਕਿ ਲੋਕੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਚੁੱਕਣ ਲੱਗ ਗਏ ਹੈ ਨਾ, ਤੇ ਫਿਰ ਸਰਕਾਰ ਨੇ ਕਿਤੇ ਨਾ ਕਿਤੇ ਥੋੜੀ ਜਿਹੀ ਸਖਤੀ ਵਰਤਾਈ ਔਰ ਬਾਅਦ ਦੇ ਵਿੱਚ ਇਦਾਂ ਦੇ ਜਿਹੜੇ ਪੈਥਵੇ ਸੀਗੇ ਨਾ ਉਹ ਦੇਣੇ ਬੰਦ ਕਰਤੇ। ਔਰ ਸਰਕਾਰ ਨੂੰ ਲੱਗਿਆ ਵੀ ਫਿਰ ਸਰਕਾਰ ਨੇ ਇਹ ਰਿਅਲਾਈਜ਼ ਕੀਤਾ ਵੀ ਆਪਾਂ ਨੂੰ ਲੇਬਰ ਨਾਲੋਂ ਹਾਈ ਸਕਿਲਡ ਜਿਹੜੀ ਮਾਈਗ੍ਰੇਸ਼ਨ ਆ ਉਹ ਜ਼ਿਆਦਾ ਫਾਇਦਾ ਕਰੂਗੀ। ਫਿਰ US ਗਵਰਨਮੈਂਟ ਨੇ ਜ਼ਿਆਦਾਤਰ ਜਿਹੜੀ ਤਵੱਜੋ ਆ ਉਹ ਹਾਈ ਸਕਿੱਲ ਮਾਈਗ੍ਰੇਸ਼ਨ ਨੂੰ ਦੇਣੀ ਸਟਾਰਟ ਕਰਤੀ। ਔਰ ਹਾਈ ਸਕਿੱਲ ਮਾਈਗ੍ਰੇਸ਼ਨ ਦੇ ਵਿੱਚ ਇਹਨਾਂ ਨੇ ਦੁਨੀਆ ਦੇ ਹੈ ਨਾ ਰਿਸਰਚਰਸ, ਸਾਇੰਟਿਸਟ, ਐਸਟਰੋਨੌਟਸ, IT ਦੇ ਵਿੱਚ ਲੋਕੀ ਕੰਮ ਕਰਨ ਵਾਲੇ ਹੈ ਨਾ, ਕਿਤੇ ਨਾ ਕਿਤੇ ਇਹਨਾਂ ਨੂੰ ਲੱਗਿਆ ਵੀ ਹੁਣ ਜ਼ਮਾਨਾ ਚੇਂਜ ਹੋ ਰਿਹਾ ਵਾ, ਤੇ ਜਿਹੜਾ ਨੈਕਸਟ ਜ਼ਮਾਨਾ ਵਾ ਹੈ ਨਾ, ਫੋਰ ਐਗਜ਼ਾਮਪਲ ਕੰਪਿਊਟਰ ਦਾ ਯੁੱਗ ਆ ਰਿਹਾ ਵਾ, ਤੇ ਜਿੰਨੇ ਜ਼ਿਆਦਾ ਸਾਡੇ ਕੋਲ ਸਮਾਰਟ ਲੋਕੀ ਹੋਣਗੇ ਓਨਾ ਹੀ ਜ਼ਿਆਦਾ ਆਪਾਂ ਲੀਡ ਕਰ ਪਾਵਾਂਗੇ ਹੈ ਨਾ। ਹੁਣ ਇਸੇ ਕਰਕੇ ਇੱਥੋਂ ਦੀ ਸਰਕਾਰ ਨੇ ਕੁਝ ਨਾ ਕੁਝ ਇਦਾਂ ਦੇ ਰਸਤੇ ਬਣਾਏ ਆ ਇਦਾਂ ਦੇ ਲੋਕਾਂ ਵਾਸਤੇ, ਔਰ ਉਹਨਾਂ ਨੂੰ ਕੁਝ ਇਨਸੈਂਟਿਵ ਵੀ ਦਿੰਦੀ ਆ ਜਿਹਦੇ ਨਾਲ ਉਹ ਇੱਥੇ ਪੜ੍ਹ ਕੇ ਇੱਥੇ ਨੌਕਰੀ ਕਰਕੇ ਫਿਰ ਇੱਥੋਂ ਦੇ ਹੀ ਵਸਨੀਕ ਬਣ ਜਾਣ, ਔਰ ਬਾਅਦ ਦੇ ਵਿੱਚ ਇਸੇ ਕੰਟਰੀ ਨੂੰ ਹੀ ਸਭ ਤੋਂ ਜ਼ਿਆਦਾ ਉਹਨਾਂ ਦਾ ਫਾਇਦਾ ਹੋਏ। ਹੁਣ ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਔਰ ਆਈ ਵੁੱਡ ਸੇ ਸਭ ਤੋਂ ਵੱਡੀ ਇੰਸਪੀਰੇਸ਼ਨ ਆਪਣੇ ਇੰਡੀਅਨ ਲੋਕਾਂ ਲਈ ਤੇ ਇਹ ਹੋ ਸਕਦੀ ਆ ਜਿਹੜਾ ਗੂਗਲ ਦਾ CEO ਆ ਮਿਸਟਰ ਸੁੰਦਰ ਪਿਚਾਈ। ਉਹ ਅਮਰੀਕਾ ਐਜ਼ ਅ ਸਟੂਡੈਂਟ ਆਇਆ ਸੀਗਾ ਹੈ ਨਾ, ਉਹਨੇ ਇੱਥੇ ਆਪਣੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਪੂਰੀ ਕਰਨ ਦੇ ਬਾਅਦ ਉਹਨੇ ਉਸੇ ਫੀਲਡ ਦੇ ਵਿੱਚ ਇੱਕ ਜੌਬ ਲਈ, ਔਰ ਉਹਨੇ ਜੌਬ ਇੰਨੇ ਵਧੀਆ ਤਰੀਕੇ ਨਾਲ ਕੀਤੀ ਵੀ ਉਹ ਅੱਗੇ ਤੋਂ ਅੱਗੇ ਵਧੀ ਗਿਆ ਹੈ ਨਾ। ਇੰਨੀ ਜ਼ਿਆਦਾ ਸਟ੍ਰਿਕਟ ਇਮੀਗ੍ਰੇਸ਼ਨ ਪਾਲਿਸੀ ਹੋਣ ਦੇ ਬਾਵਜੂਦ ਵੀ ਅਮਰੀਕਾ ਦੇ ਵਿੱਚ ਹਾਲੇ ਵੀ ਸਭ ਤੋਂ ਜ਼ਿਆਦਾ ਇਮੀਗ੍ਰੈਂਟ ਨੇ, ਔਰ ਨਵੇਂ ਇਮੀਗ੍ਰੈਂਟ ਵੀ ਸਭ ਤੋਂ ਜ਼ਿਆਦਾ ਅਮਰੀਕਾ ਹੀ ਆ ਰਹੇ ਨੇ, ਕਿਉਂਕਿ ਦੁਨੀਆ ਦੇ ਵਿੱਚ ਸਮਾਰਟ ਲੋਕਾਂ ਦੀ ਕੋਈ ਕਮੀ ਨਹੀਂ ਹੈਗੀ, ਔਰ ਅਮਰੀਕਾ ਦੇ ਵਿੱਚ ਸਮਾਰਟ ਲੋਕਾਂ ਲਈ ਓਪਰਚੁਨਿਟੀ ਲਈ ਕੋਈ ਕਮੀ ਨਹੀਂ ਹੈਗੀ। ਤੇ ਇਟ ਵਰਕਸ ਬੋਥ ਵੇਜ਼। ਅਮਰੀਕਾ ਨੂੰ ਵੀ ਸਮਾਰਟ ਲੋਕੀ ਚਾਹੀਦੇ ਨੇ, ਔਰ ਸਮਾਰਟ ਲੋਕ ਵੀ ਕਿਤੇ ਨਾ ਕਿਤੇ ਅਮਰੀਕਾ ਨੂੰ ਚੂਜ਼ ਕਰਦੇ ਨੇ ਹੈ ਨਾ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜੇ ਲੈਵਲ ਤੇ ਆਪਣੇ ਗਰੋ ਕਰ ਸਕਦੇ ਹਾਂ, ਅਮਰੀਕਾ ਹੀ ਇੱਕ ਐਸੀ ਕੰਟਰੀ ਹੈ ਜਿਹੜਾ ਇੰਨਾ ਵੱਡਾ ਪਲੇਟਫਾਰਮ ਉਹਨਾਂ ਨੂੰ ਦਿੰਦੀ ਆ। ਤਾਂ ਕਰਕੇ ਅਸੀਂ ਦੇਖ ਸਕਦੇ ਹਾਂ ਵੀ ਮੋਸਟ ਆਫ ਦੀਆਂ ਜਿਹੜੀਆਂ ਦੁਨੀਆ ਦੀਆਂ ਲਾਰਜੈਸਟ ਕਾਰਪੋਰੇਸ਼ਨਸ ਨੇ ਹੈ ਨਾ, ਜੇ ਤੁਸੀਂ ਪਹਿਲੀਆਂ 10 ਵੀ ਗਿਣ ਲਓਗੇ, ਚਲੋ ਆਮ ਨਾਟ ਗੋਇੰ ਗੋ ਨੰਬਰਸ, ਜੇ ਤੁਸੀਂ ਪਹਿਲੀਆਂ 10 ਵੀ ਗਿਣ ਲਓ ਤੇ ਉਹਦੇ ਵਿੱਚ 7-8 ਅਮਰੀਕਾ ਦੀਆਂ ਹੀ ਹੋਣਗੀਆਂ ਹੈ ਨਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਅੱਜ ਕੱਲ੍ਹ ਲੋਕੀ ਅਮਰੀਕਾ ਕਿੱਦਾਂ ਆ ਰਹੇ ਨੇ। ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਉਸ ਕੈਟੇਗਰੀ ਦੇ ਵਿੱਚ ਜਿਹਦੇ ਵਿੱਚ ਇੰਡੀਅਨਸ ਦਾ ਪੂਰਾ ਦਬਦਬਾ ਵਾ ਜਾਂ ਇੰਡੀਅਨਸ ਦੀ ਪੂਰੀ ਡੋਮੀਨੈਂਸ ਆ। H1B ਇਹ ਇੱਕ ਐਸੀ ਵੀਜ਼ਾ ਦੀ ਕੈਟੇਗਰੀ ਆ ਜਿਹਦੇ ਵਿੱਚ ਜਿਹੜਾ ਐਪਲੀਕੈਂਟ ਆ ਜੇ ਉਹਨੂੰ ਵੀਜ਼ਾ ਅਪਰੂਵ ਹੁੰਦਾ ਵਾ ਉਹ ਲੀਗਲ ਤੌਰ ਤੇ ਅਮਰੀਕਾ ਆ ਕੇ 3 ਸਾਲ ਕੰਮ ਕਰ ਸਕਦਾ ਵਾ। ਨਾਲ ਉਹ ਆਪਣੀ ਫੈਮਿਲੀ ਨੂੰ ਵੀ ਲੈ ਕੇ ਆ ਸਕਦਾ, ਜਿਹਦੇ ਵਿੱਚ ਉਹਦੀ ਵਾਈਫ ਔਰ ਉਹਦੇ 21 ਸਾਲ ਤੋਂ ਛੋਟੇ ਬੱਚੇ ਔਰ ਅਨਮੈਰਿਡ ਬੱਚੇ, ਉਹਨਾਂ ਦਾ ਵਿਆਹ ਨਹੀਂ ਹੋਣਾ ਚਾਹੀਦਾ। ਸਾਰੀ ਫੈਮਿਲੀ ਅਮਰੀਕਾ ਆ ਸਕਦੀ ਆ, ਇੱਥੇ ਆ ਕੇ ਉਹ ਕੰਮ ਕਰ ਸਕਦੇ ਆ। 3 ਸਾਲ ਦਾ ਉਹ ਵੀਜ਼ਾ ਹੁੰਦਾ ਵਾ, ਔਰ 3 ਸਾਲ ਬਾਅਦ ਉਹ ਰਿਨਿਊਅਲ ਲਈ ਵੀ ਐਲੀਜੀਬਲ ਹੁੰਦਾ ਵਾ। ਹਰ ਸਾਲ 65,000 ਜਾਂ ਕਹਿ ਲਈਏ 65,000
H1B ਕੈਟਾਗਰੀ ਦੇ ਵਿੱਚ ਵੀਜ਼ੇ ਆ ਜਿਹੜੀ US ਗਵਰਨਮੈਂਟ ਅਪਰੂਵ ਕਰਦੀ ਆ। ਔਰ ਇਹਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਇਹੀ ਹੁੰਦੀ ਹੈ ਵੀ ਜਿਹੜਾ ਐਪਲੀਕੈਂਟ ਆ ਉਹ ਘੱਟੋ ਘੱਟ ਉਨੀ ਜੇ ਉਹਨੇ ਅਪਲਾਈ ਕਰਨਾ ਵਾ ਘੱਟੋ ਘੱਟ ਉਹ US ਯੂਨੀਵਰਸਿਟੀ ਦੇ ਰੈਲੇਵੈਂਟ ਉਹਦੀ ਬੈਚਲਰਸ ਡਿਗਰੀ ਹੋਣੀ ਚਾਹੀਦੀ ਆ। ਇਹ 65,000 ਤੋਂ ਇਲਾਵਾ 20,000 H1B ਵੀਜ਼ੇ ਉਹਨਾਂ ਨੂੰ ਦਿੱਤੇ ਜਾਂਦੇ ਆ ਜਿਨ੍ਹਾਂ ਨੇ ਕਿਸੇ ਹੋਰ ਕੰਟਰੀ ਤੋਂ ਆ ਕੇ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਮਾਸਟਰਸ ਡਿਗਰੀ ਕੰਪਲੀਟ ਕੀਤੀ ਆ। ਹੁਣ ਇਹ ਜਿਹੜਾ ਨੰਬਰ ਆ 65,000 ਤੇ 20,000 85,000 ਆ ਤੇ ਇਹ ਨੰਬਰ ਬਹੁਤ ਵੱਡਾ ਵੀ ਆ ਔਰ ਬਹੁਤ ਛੋਟਾ ਵੀ ਆ ਕਿਉਂਕਿ ਦੁਨੀਆ ਵਿੱਚ ਕਾਫੀ ਐਸੇ ਲੋਕ ਨੇ ਹਨਾ ਜਿਹੜੇ ਈਜ਼ੀਲੀ ਇਹਦੀ ਕੈਟਾਗਰੀ ਦੇ ਵਿੱਚ ਕੁਆਲੀਫਾਈ ਕਰ ਜਾਂਦੇ ਨੇ ਬਟ ਉਹ ਸਾਰਿਆਂ ਨੂੰ ਵੀਜ਼ਾ ਨਹੀਂ ਮਿਲਦਾ ਕਿਉਂਕਿ ਇਕੱਲੀ ਐਜੂਕੇਸ਼ਨ ਹੋਣਾ ਤੇ ਇਹ ਸਿਰਫ ਤੁਹਾਡੀ ਐਂਟਰੀ ਆ ਹਨਾ। ਉਹਦੇ ਬਾਅਦ ਇਹਦੀਆਂ ਹੋਰ ਵੀ ਰਿਕੁਆਇਰਮੈਂਟਸ ਨੇ। ਦੂਜੀ ਰਿਕੁਆਇਰਮੈਂਟ ਆਏ ਜੀ ਤੁਹਾਨੂੰ US ਦੀ ਕੋਈ ਐਮਪਲੋਇਰ ਹਾਇਰ ਕਰੇ ਔਰ ਉਹ ਇਹ ਚੀਜ਼ ਵੀ ਪ੍ਰੂਵ ਕਰੇ ਵੀ ਜਿਹੜੀ ਤੁਹਾਡੇ ਕੋਲ ਸਕਿੱਲਸ ਨੇ ਉਹਦੇ ਕੰਮ ਵਾਸਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਇਸ ਕਰਕੇ ਉਹ US ਗਵਰਨਮੈਂਟ ਨੂੰ ਕਹਿੰਦਾ ਕਿ ਮੈਨੂੰ ਇਹ EMPLOYE ਜ਼ਰੂਰ ਚਾਹੀਦਾ ਵਾ ਔਰ ਡਿਪੈਂਡਿੰਗ ਔਨ ਵੀ ਕਿੰਨੇ ਲੋਕਾਂ ਨੇ ਅਪਲਾਈ ਕੀਤਾ ਵਾ ਔਰ ਜਿਹੜੀ US ਐਮਬੈਸੀ ਆ ਉਹ ਕੀ ਡਿਸਾਈਡ ਕਰਦੀ ਆ ਤੇ 65,000 ਲੋਕਾਂ ਨੂੰ ਅਮਰੀਕਾ ਦੇ ਬਾਹਰੋਂ H1B ਵੀਜ਼ਾ ਇਸ਼ੂ ਹੁੰਦਾ ਵਾ ਤੇ 20,000 ਲੋਕਾਂ ਨੂੰ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਉਹਨਾਂ ਨੂੰ ਇਸ਼ੂ ਹੁੰਦਾ ਵਾ। ਹੁਣ ਇਹਦੇ ਵਿੱਚ ਆਪਾਂ ਕਹਾਂਗੇ ਵੀ ਇਹ ਮੋਸਟਲੀ ਕਿਹੜੀ ਆਕਿਊਪੇਸ਼ਨ ਦੇ ਰਿਲੇਟਡ ਲੋਕ ਹੁੰਦੇ ਆ। ਜੇ ਆਪਾਂ ਕਹੀਏ ਡੋਮੀਨੈਂਸ ਆ ਜਿਹੜੀ ਕਿਉਂਕਿ ਜਿੱਦਾਂ ਆਪਾਂ ਨੂੰ ਪਤਾ ਜਿਹੜਾ ਟੈਕ ਸੈਕਟਰ ਆ ਜਿਹੜਾ ਟੈਕਨੋਲੋਜੀ ਸੈਕਟਰ ਆ ਉਹ ਇੱਕ ਡੋਮੀਨੈਂਟ ਫੋਰਸ ਆ USA ਦੀ ਵਰਕ ਫੋਰਸ ਦੇ ਵਿੱਚ ਤੇ ਉਹ ਹਮੇਸ਼ਾ ਹੀ ਉਹਦੇ ਵਿੱਚ ਸ਼ੋਰਟੇਜ ਰਹਿੰਦੀ ਆ। ਉਹਨਾਂ ਲਈ ਇਹ ਗੱਲ ਪ੍ਰੂਵ ਕਰਨੀ ਕਿ ਸਾਡੇ ਲਈ ਕੁਆਲੀਫਾਈਂਗ EMPLOYEES ਲੱਭਣਾ ਬਹੁਤ ਔਖਾ ਵਾ, ਇਹ ਬਹੁਤ ਈਜ਼ੀ ਆ। ਤਾਂ ਕਰਕੇ H1B ਵੀਜ਼ੇ ਦੇ ਵਿੱਚ ਮੈਜੋਰਟੀ ਆਫ ਜਿਹੜੇ ਕੈਂਡੀਡੇਟ ਨੇ ਉਹ IT ਸੈਕਟਰ ਦੇ ਹੁੰਦੇ ਨੇ ਔਰ ਇਹ ਵੀ ਨਹੀਂ ਕਿ ਉਹ ਕੱਲੀ ਉਹਨਾਂ ਨੇ ਜੇ ਬੈਚਲਰ ਡਿਗਰੀ ਕੀਤੀ ਔਰ IT ਦਾ ਉਹ ਕੀਤਾ ਤੇ ਉਹ ਅਪਲਾਈ ਕਰ ਲੈਣ ਕਿਉਂਕਿ ਤੁਹਾਨੂੰ ਆਪਣੇ EMPLOYER ਨੂੰ ਵੀ ਕਨਵਿੰਸ ਕਰਨਾ ਪੈਣਾ ਵੀ ਮੈਨੂੰ ਕਿਉਂ ਹਾਇਰ ਕਰ ਔਰ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਵਾ ਬਟ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਆ ਉਹਨਾਂ ਨੂੰ ਵੀਜ਼ਾ ਮਿਲ ਹੀ ਜਾਂਦਾ ਵਾ। ਔਰ ਜੇ ਆਪਾਂ ਗੱਲ ਕਰੀਏ ਇਹ ਜਿਹੜਾ 65,000 ਇਹ ਇਕੱਲਾ ਇੰਡੀਆ ਵਾਸਤੇ ਨਹੀਂ ਕੋਟਾ, ਇਹ ਪੂਰੀ ਦੁਨੀਆ ਵਾਸਤੇ ਕੋਟਾ ਵਾ। ਬਟ ਇਹ ਗੱਲ ਆਪਾਂ ਪ੍ਰਾਊਡਲੀ ਵੀ ਕਹਿ ਸਕਦੇ ਹਾਂ ਵੀ ਇੰਡੀਆ ਦਾ ਐਜੂਕੇਸ਼ਨ ਸਿਸਟਮ ਇੰਨਾ ਵਧੀਆ ਵਾ, ਇੰਡੀਆ ਦੇ ਵਿੱਚ ਇੰਨੀਆਂ ਵਧੀਆ ਯੂਨੀਵਰਸਿਟੀਜ਼ ਨੇ ਕਿ ਉੱਥੋਂ ਬਹੁਤ ਹੀ ਜ਼ਿਆਦਾ ਬਰਾਈਟ ਮਾਈਂਡਡ ਬੱਚੇ ਆ ਹੈ ਨਾ ਪਾਸ ਆਊਟ ਹੁੰਦੇ ਆ। ਉਹਦੇ ਬਾਅਦ ਪਾਸ ਆਊਟ ਹੋ ਕੇ ਕਾਫੀ ਐਸੇ ਬੱਚੇ ਨੇ ਜਿਹੜੇ 2 ਜਾਂ 3 ਸਾਲ ਦਾ ਵਰਕ ਐਕਸਪੀਰੀਅੰਸ ਇੰਡੀਆ ਦੇ ਵਿੱਚ ਹੀ ਕਰਦੇ ਆ। ਇੰਡੀਆ ਦੀ ਕਿਸੇ IT ਕੰਪਨੀ ਦੇ ਵਿੱਚ ਤੁਸੀਂ ਕਹਿ ਸਕਦੇ ਜਾਂ ਇਨਫੋਸਿਸ ਆ, ਮਹਿੰਦਰਾ ਟੈਕ ਆ, ਇੱਦਾਂ ਦੀਆਂ ਕੰਪਨੀਆਂ ਦੇ ਵਿੱਚ ਕੰਮ ਕਰਕੇ ਵਰਕ ਐਕਸਪੀਰੀਅੰਸ ਇਕੱਠਾ ਕਰਦੇ ਆ। ਉਹਦੇ ਬਾਅਦ ਉਹ USA ਦੀ ਕਿਸੇ ਵੱਡੇ ਕੰਪਨੀ, ਕੋਈ ਵੀ ਲਾ ਲਓ ਤੁਸੀਂ ਕਲਾਊਡ ਸਪੇਸ ਦੀ ਕੰਪਨੀ, ਕੋਈ ਟੈਕਨੋਲੋਜੀ ਸੈਕਟਰ ਦੀ ਕੰਪਨੀ, ਉਹਦੇ ਵਿੱਚ ਅਪਲਾਈ ਕਰਦੇ ਆ। ਤੇ ਜੇ ਉਹਨਾਂ ਦੀ ਐਪਲੀਕੇਸ਼ਨ ਐਕਸੈਪਟ, ਪਹਿਲਾਂ ਉਹਨਾਂ ਲਈ 2 ਟਾਸਕ ਹੁੰਦੇ ਆ। ਪਹਿਲਾਂ ਤੇ ਉਹਨਾਂ ਨੇ ਜਿਹੜਾ EMPLOYER ਆ ਉਹ ਉਹਨਾਂ ਨੂੰ ਹਾਇਰ ਕਰਨ ਦਾ ਪ੍ਰੋਮਿਸ ਕਰੇ। ਉਹਦੇ ਬਾਅਦ ਜਿਹੜਾ EMPLOYER ਆ ਉਹ ਪਟੀਸ਼ਨ ਪਾਏ US ਗਵਰਨਮੈਂਟ ਦੇ ਵਿੱਚ ਵੀ ਆ ਬੰਦਾ ਵਾ ਇਹ ਇੰਡੀਆ 'ਚ ਰਹਿੰਦਾ ਵਾ, ਮੈਂ ਇਹਨੂੰ ਐਜ਼ ਅ EMPLOYEE ਹਾਇਰ ਕਰਦਾ ਵਾਂ ਤੇ ਫਿਰ ਉਹ ਇਹਨੂੰ ਇੱਥੇ ਲੈ ਕੇ ਆ ਸਕਦਾ ਵਾ। ਬਟ ਇਹ ਬਾਕੀ ਜਿਹੜੀਆਂ ਹੋਰ ਸ਼੍ਰੇਣੀਆਂ ਨੇ, ਜਿੱਦਾਂ ਆਪਾਂ ਕਹਿ ਲਈਏ ਵੀ ਜਿੱਦਾਂ ਮੈਂ ਟਰੱਕ ਚਲਾਉਣਾ ਵਾ, ਕੋਈ ਟਰੱਕ ਡਰਾਈਵਰ ਆ, ਕੋਈ ਸ਼ੈਫ ਆ, ਉਹਨਾਂ ਵਾਸਤੇ ਕੁਆਲੀਫਾਈ ਕਰਨਾ ਨਾਮੁਮਕਿਨ ਤਾਂ ਨਹੀਂ ਆਪਾਂ ਕਵਾਂਗੇ ਬਟ ਨੈਕਸਟ ਟੂ ਇੰਪੋਸੀਬਲ ਆ। ਔਰ ਮੈਂ ਅੱਜ ਤੱਕ ਵੀ ਇੱਕ ਬੰਦਾ ਐਸਾ ਨਹੀਂ ਸੁਣਿਆ ਜਿਹਦਾ ਟਰੱਕ ਦੇ ਸਿਰ ਤੇ H1B ਵੀਜ਼ਾ ਲੱਗਾ ਹੋਏ। ਮੈਜੋਰਟੀ ਡੋਮੀਨੈਂਸ ਇਹਦੇ ਵਿੱਚ IT ਸੈਕਟਰ ਹੀ ਆ ਔਰ ਆਈ ਥਿੰਕ ਉਹ ਡਿਜ਼ਰਵ ਵੀ ਕਰਦੇ ਆ ਕਿਉਂਕਿ ਉਹਨਾਂ ਨੇ ਉਹ ਕੰਮ ਪਹਿਲਾਂ ਆਪਣੀ ਉਹ ਪੜ੍ਹਾਈ ਕੀਤੀ ਹੁੰਦੀ, ਉਹ ਐਕਸਪੀਰੀਅੰਸ ਇਕੱਠਾ ਕੀਤਾ ਹੁੰਦਾ ਵਾ। ਔਰ ਜੇ ਤੁਸੀਂ ਕਿਤੇ ਇੱਥੇ ਟੈਕਨੋਲੋਜੀ ਪਾਰਕ ਦੇ ਵਿੱਚ ਜਾਓਗੇ ਜਿੱਥੇ ਕਾਫੀ ਟੈਕਨੋਲੋਜੀ ਦੀਆਂ ਕੰਪਨੀਆਂ ਹੁੰਦੀਆਂ ਨੇ ਤੇ ਉੱਥੇ ਤੁਹਾਨੂੰ ਇਹ ਗੱਲ ਸਾਫ਼ ਹੀ ਨਜ਼ਰ ਆ ਜਾਊਗੀ ਵੀ ਜੇ 10 ਬੰਦੇ ਜਾਣਦੇ ਤੇ 10 ਵਿੱਚੋਂ 7 ਇੰਡੀਅਨ ਹੋਣਗੇ। ਬਟ ਜਿੱਦਾਂ ਹੁਣ ਆਪਾਂ ਜ਼ਿਆਦਾਤਰ ਲੋਕੀ ਪੰਜਾਬ ਤੋਂ ਬਿਲੋਂਗ ਕਰਦੇ ਆ, ਪੰਜਾਬੀ ਵੀ ਉੱਥੇ ਹੁੰਦੇ ਨੇ ਬਟ ਉਹਦੇ ਵਿੱਚ ਵੀ ਜੇ ਆਪਾਂ ਇੰਡੀਅਨਸ ਦੇ ਵਿੱਚ ਵੇਖੀਏ ਵੀ ਜ਼ਿਆਦਾ ਮੈਜੋਰਟੀ ਕਿਹਨਾਂ ਦੀ ਹੁੰਦੀ ਹੈ, ਉਹ ਸਾਊਥ ਇੰਡੀਅਨਸ ਲੋਕਾਂ ਦੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਰੁਝਾਨ ਸ਼ੁਰੂ ਤੋਂ ਹੀ ਇਹ ਗੱਲ ਤੇ ਮਤਲਬ ਕਿ ਹਰੇਕ ਬੰਦਾ ਅੰਡਰਸਟੈਂਡ ਕਰਦਾ ਵੀ ਉਹ ਪੜ੍ਹਾਈ ਵਿੱਚ ਕਿਤੇ ਨਾ ਕਿਤੇ ਬਾਕੀਆਂ ਨਾਲੋਂ ਮੂਹਰੇ ਨੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ।
ਹੁਣ ਵੀਜ਼ਾ ਤੇ ਲੱਗ ਗਿਆ ਹਨਾ, ਉਹਦੇ ਬਾਅਦ ਉਹ ਜਿਹੜਾ ਵੀਜ਼ਾ ਲੱਗਦਾ ਵਾ ਉਹ PR ਨਹੀਂ ਹੁੰਦੀ, ਬਟ ਉਹਨਾਂ ਲਈ 3 ਸਾਲ ਦੀ ਵੀਜ਼ਾ ਲੱਗਦਾ। ਉਹ 3 ਸਾਲ ਦੇ ਵਿੱਚ ਉਹਨਾਂ ਕੋਲ ਪ੍ਰੀਟੀ ਮਚ ਸਾਰੇ ਰਾਈਟਸ ਹੁੰਦੇ ਨੇ ਜਿਹੜੇ ਇੱਕ PR ਵਾਲੇ ਬੰਦੇ ਕੋਲ ਹੁੰਦੇ ਨੇ। ਮੈਂ ਡੀਟੇਲਸ 'ਚ ਨਹੀਂ ਜਾਊਂਗਾ, ਮੇ ਬੀ ਦੇਰ ਆਰ ਸਮ ਥਿੰਗਸ ਦੇ ਕੈਨ ਨਾਟ ਡੂ, ਬਟ ਉਹ ਦੇ ਆਰ ਫ੍ਰੀ ਟੂ ਟਰੈਵਲ ਹਨਾ। ਉਹ ਜਦੋਂ ਵੀ ਉਹਨਾਂ ਨੇ ਇੰਡੀਆ ਜਾਣਾ ਆਰਾਮ ਨਾਲ ਜਾ ਸਕਦੇ ਨੇ, ਕਿਸੇ ਹੋਰ ਕੰਟਰੀ 'ਚ ਟਰੈਵਲ ਕਰਨਾ ਉਹ ਵੀਜ਼ਾ ਲੈ ਕੇ ਆਰਾਮ ਨਾਲ ਜਾ ਸਕਦੇ ਨੇ। ਜਦੋਂ ਉਹਨਾਂ ਦੇ 3 ਸਾਲ ਪੂਰੇ ਹੋ ਜਾਂਦੇ ਨੇ, ਉਹ ਦੁਬਾਰਾ ਜੇ ਉਹਨਾਂ ਦੀ ਕੰਪਨੀ ਉਹਨਾਂ ਨੂੰ ਹਾਇਰ ਕਰਦੀ ਆ ਜਾਂ ਕਿਸੇ ਹੋਰ ਕੰਪਨੀ ਦੇ ਵਿੱਚ ਉਹਨਾਂ ਨੂੰ ਜੌਬ ਮਿਲਦੀ ਆ ਤੇ ਉਹ ਐਲੀਜੀਬਲ ਹੁੰਦੇ ਨੇ ਆਪਣਾ ਜਿਹੜਾ H1B ਵੀਜ਼ਾ ਵਾ ਉਹਨੂੰ ਰਿਨਿਊਅਲ ਵਾਸਤੇ। ਔਰ ਇਦਾਂ ਹੀ ਜਦੋਂ 1 ਜਾਂ 2 ਉਹਨਾਂ ਦੇ ਰਿਨਿਊਅਲ ਹੋ ਜਾਂਦੇ ਆ, ਉਹਦੇ ਬਾਅਦ ਉਹ ਐਲੀਜੀਬਲ ਹੋ ਜਾਂਦੇ ਆ ਜੀ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਬਟ ਉਹਦਾ ਵੀ ਜਿਹੜਾ ਕੋਟਾ ਸਿਸਟਮ ਆ ਉਹ ਕਾਫੀ, ਮਤਲਬ ਕਿ ਮੈਂ ਪੂਰੀ ਡਿਟੇਲਸ 'ਚ ਨਹੀਂ ਜਾਊਂਗਾ, ਉਹਨਾਂ ਵਾਸਤੇ ਵੀ ਇੰਨਾ ਈਜ਼ੀ ਪੈਥ ਨਹੀਂ ਹੁੰਦਾ, ਕਿਉਂਕਿ ਜਿਹੜਾ ਕੋਟਾ ਵਾ ਬਹੁਤ ਘੱਟ ਆ ਔਰ ਜਿਹੜੇ ਕੈਂਡੀਡੇਟਸ ਹੁੰਦੇ ਆ ਉਹ ਬਹੁਤ ਜ਼ਿਆਦਾ ਹੁੰਦੇ ਆ। ਤੇ ਕਿਤੇ ਨਾ ਕਿਤੇ ਈਵਨ ਦੋ ਉਹ H1B ਵੀਜ਼ੇ ਤੇ ਆਇਆ ਨੂੰ ਕਈਆਂ ਨੂੰ 10-10 12-12 ਸਾਲ ਹੋ ਜਾਂਦੇ ਆ। ਦੇ ਕੀਪ ਰਿਨਿਊਇੰਗ ਦੇਅਰ ਵੀਜ਼ਾਸ। ਉਹਨਾਂ ਕੋਲ ਸਾਰੀਆਂ, ਮਤਲਬ ਕਿ ਬਾਕੀ ਉਹਨਾਂ ਕੋਲ ਸਾਰੀਆਂ ਐਡਵਾਂਟੇਜਸ ਹੁੰਦੀਆਂ ਨੇ, ਬਟ ਉਹਨਾਂ ਕੋਲ ਇੱਕ ਸਿਕਿਉਰਿਟੀ ਨਹੀਂ ਹੁੰਦੀ ਹੈ ਨਾ, ਜਿੱਦਾਂ ਉਹ PR ਨਹੀਂ ਹੁੰਦੇ ਹਾਲੇ ਤੱਕ। ਤੇ ਫਿਰ ਉਹ ਆਪਣੀ ਮਰਜ਼ੀ ਨਾਲ ਜੇ ਕੋਈ ਕੰਮ ਕਰਨਾ ਚਾਹਣ ਤੇ ਫਿਰ ਹੈ ਨਾ, ਫਿਰ ਉਹਨਾਂ ਨੂੰ ਕਿਸੇ ਦੇ ਅੰਡਰ ਹੀ ਕੰਮ ਕਰਨਾ ਪੈਂਦਾ। ਇਹ ਇੱਕ H1B ਵੀਜ਼ਾ ਕੈਟੇਗਰੀ ਦਾ ਡਰਾਬੈਕ ਆ। ਬਟ ਇਹ ਆਈ ਥਿੰਕ ਬਹੁਤ ਗੁੱਡ ਓਪਰਚੁਨਿਟੀ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਡਿਜ਼ਰਵ ਕਰਦੇ ਨੇ, ਜਿਹੜੇ ਸੱਚੀ ਡਿਜ਼ਰਵ ਕਰਦੇ ਨੇ, ਜਿਨ੍ਹਾਂ ਨੇ ਪਹਿਲਾਂ ਪੜ੍ਹਾਈ ਵਧੀਆ ਕੀਤੀ ਆ, ਹੈ ਨਾ। ਤੇ ਆਈ ਥਿੰਕ ਇਹ US ਗਵਰਨਮੈਂਟ ਦਾ ਬਹੁਤ ਹੀ ਵਧੀਆ ਇਨੀਸ਼ੀਏਟਿਵ ਆ। ਤੇ ਕਾਫੀ ਡਿਜ਼ਰਵਿੰਗ ਕੈਂਡੀਡੇਟ ਜਿਨ੍ਹਾਂ ਦੀ ਸ਼ਾਇਦ ਇੰਟੈਲੈਕਚੁਅਲਿਟੀ ਦਾ ਉਹਨਾਂ ਦੀ ਬੈਕ ਹੋਮ ਇੰਨਾ ਮੁੱਲ ਨਾ ਪਏ, ਤੇ ਇਸ ਕੰਟਰੀ ਦੇ ਵਿੱਚ ਆ ਕੇ ਉਹਨਾਂ ਦੀ ਇੰਟੈਲੈਕਚੁਅਲਿਟੀ ਦਾ ਮੁੱਲ ਪੈਂਦਾ। ਹੁਣ ਦੂਜੀ ਕੈਟੇਗਰੀ ਜਿਹਦੇ ਵਿੱਚ ਅਸੀਂ ਆਮ ਹੀ ਲੋਕੀ ਦੇਖਦੇ ਹਾਂ ਵੀ ਬਾਹਰ ਲੋਕੀ ਆਉਂਦੇ ਨੇ, ਹੈ ਨਾ, ਉਹ ਹੈਗੀ ਜੀ ਫੈਮਿਲੀ ਪਟੀਸ਼ਨ। ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ, ਆਪਣੇ ਕਾਫੀ ਲੋਕ ਨੇ ਜਿਹੜੇ 90 ਦੇ ਦਹਾਕੇ 'ਚ ਆਏ ਆ ਜਾਂ 80 ਦੇ ਦਹਾਕੇ 'ਚ ਆਏ ਆ, ਹੈ ਨਾ। ਉਹ ਕਿਤੇ ਨਾ ਕਿਤੇ, ਜਿੱਦਾਂ ਮੈਂ ਪਹਿਲਾਂ ਜਿਹੜਾ ਪੈਥ ਟੂ ਸਿਟੀਜ਼ਨਸ਼ਿਪ ਸੀਗਾ ਉਹ ਥੋੜ੍ਹਾ ਜਿਹਾ ਈਜ਼ੀ ਸੀਗਾ, ਹੈ ਨਾ। ਉਹ ਵਾਲੇ ਹਰਡਨ ਨੂੰ ਆਲਰੇਡੀ ਕ੍ਰੋਸ ਕਰ ਚੁੱਕੇ ਨੇ। ਜਿਹੜਾ ਇੱਕ ਵਾਰੀ ਸਿਟੀਜ਼ਨ ਬਣ ਗਿਆ, ਹੀ ਕੈਨ ਨਾਟ ਗੋ ਬੈਕ, ਹੈ ਨਾ, ਟੂ ਹਿਜ਼ ਅਰਲੀਅਰ ਸਟੇਟਸ। ਫਿਰ ਉਹ ਜਦੋਂ ਸਿਟੀਜ਼ਨ ਬਣ ਜਾਂਦੇ ਨੇ, ਫਿਰ US ਗਵਰਨਮੈਂਟ ਜਿਹੜੇ ਅਮਰੀਕਾ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਕੁਝ ਨਾ ਕੁਝ ਤੁਸੀਂ ਕਹਿ ਲਓ ਵੀ ਪ੍ਰਾਇਓਰਟੀਜ਼ ਦਿੰਦੀ ਆ। ਫੋਰ ਐਗਜ਼ਾਮਪਲ ਕੋਈ US ਸਿਟੀਜ਼ਨ ਆ, ਜੇ ਉਹਦੀ ਫੈਮਿਲੀ ਬੈਕ ਹੋਮ ਉਹਦੀ ਕੰਟਰੀ 'ਚ ਆ, ਆਪਾਂ ਇੰਡੀਆ ਦੇ ਐਗਜ਼ਾਮਪਲ ਲੈ ਲੈਂਦੇ ਹਾਂ। ਕੋਈ US ਸਿਟੀਜ਼ਨ ਆ ਇੱਥੋਂ ਦਾ, ਤੇ ਉਹਦੀ ਜਿਹੜੀ ਵਾਈਫ ਆ ਜਾਂ ਉਹਨੇ ਵਿਆਹ ਕਰਾਇਆ ਤੇ ਉਹਦੀ ਵਾਈਫ ਇੰਡੀਅਨ ਆ, ਉਹ ਉਹਨੂੰ ਈਜ਼ੀਲੀ ਇੱਥੇ ਆ ਕੇ ਲੈ ਸਕਦਾ। ਸੇਮ ਥਿੰਗ ਜੇ ਕੋਈ ਫੀਮੇਲ ਆ ਤੇ ਉਹਨੇ ਇੰਡੀਆ ਦੇ ਵਿੱਚ ਵਿਆਹ ਕਰਾਇਆ ਤਾਂ ਉਹ ਆਪਣੇ ਹਸਬੈਂਡ ਨੂੰ ਬੜੇ ਆਰਾਮ ਨਾਲ ਇੱਥੇ ਲੈ ਕੇ ਆ ਸਕਦੀ ਆ। ਔਰ ਇਟ ਸੇਮ ਕੇਸ ਜੇ ਕਿਸੇ ਦੇ ਇੱਥੇ ਆਇਆ ਤਾਂ ਉਹਦੇ ਬੱਚੇ ਆਲਰੇਡੀ ਇੰਡੀਆ ਸੀਗੇ, ਇੱਥੇ ਆ ਕੇ ਸਿਟੀਜ਼ਨ ਬਣ ਗਿਆ, ਉਹਦੇ ਬਾਅਦ ਉਹ ਆਪਣੇ ਬੱਚਿਆਂ ਵਾਸਤੇ ਵੀ ਅਪਲਾਈ ਕਰ ਸਕਦਾ। ਉਹਦੇ ਵਿੱਚ ਕੁਝ ਸ਼ਰਤਾਂ ਹੁੰਦੀਆਂ ਨੇ ਕਿ ਉਹਨਾਂ ਦੀ ਏਜ ਲਿਮਿਟ ਆਈ ਥਿੰਕ 21 ਸਾਲ ਤੋਂ ਛੋਟੀ ਹੋਣੀ ਚਾਹੀਦੀ ਆ। ਵਟ ਐਵਰ, ਹੈ ਨਾ, ਆਪਾਂ ਡੀਟੇਲਸ 'ਚ ਨਹੀਂ ਜਾਣਾ, ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ। ਬਟ ਲੌਂਗ ਸਟੋਰੀ ਸ਼ੋਰਟ, ਕਾਫੀ ਜ਼ਿਆਦਾ ਇਮੀਗ੍ਰੇਸ਼ਨ ਇੱਥੇ ਅਮਰੀਕਾ ਦੇ ਵਿੱਚ ਫੈਮਿਲੀ ਬੇਸ 'ਤੇ ਹੁੰਦੀ ਆ। ਫੋਰ ਐਗਜ਼ਾਮਪਲ ਮੈਂ 2017 ਕਿ 18 ਆਈ ਥਿੰਕ 2018 ਦੇ ਵਿੱਚ ਮੈਂ ਅਮਰੀਕਨ ਸਿਟੀਜ਼ਨ ਬਣਿਆ ਸੀਗਾ। ਉਹਦੇ ਬਾਅਦ ਰਾਈਟ ਅਵੇ ਮੈਂ ਆਪਣੇ ਮਦਰ ਫਾਦਰ ਦਾ ਅਪਲਾਈ ਕਰਤਾ ਸੀਗਾ। ਔਰ ਜਿਹੜੀ ਮਦਰ ਫਾਦਰ ਦੀ ਕੈਟੇਗਰੀ ਆ, ਇਹ ਇਮੀਡੀਏਟ ਫੈਮਿਲੀ ਦੀ ਕੈਟੇਗਰੀ ਦੇ ਵਿੱਚ ਆਉਂਦੀ ਹੈ, ਜਿਹਦੇ ਵਿੱਚ US ਸਰਕਾਰ ਨੂੰ 1 ਸਾਲ ਦੇ ਅੰਦਰ ਮਤਲਬ ਕਿ ਮੇਰੇ ਮਦਰ ਫਾਦਰ ਨੂੰ ਵੀਜ਼ਾ ਦੇਣਾ ਚਾਹੀਦਾ ਸੀਗਾ। ਬਟ ਸਿਚੁਏਸ਼ਨ ਥੋੜ੍ਹੀ ਜਿਹੀ ਡਿਫਰੈਂਟ ਹੋ ਗਈ, ਕਿਉਂਕਿ ਕੋਵਿਡ ਹੋ ਗਿਆ। ਕੋਵਿਡ ਕਰਕੇ ਇੰਡੀਆ ਦੀਆਂ ਐਮਬੈਸੀਆਂ ਬੰਦ ਹੋ ਗਈਆਂ, ਤੇ ਉਹਦੇ ਬਾਅਦ ਜਿਹੜਾ ਬੈਕਲੌਗ ਹੈ ਬਹੁਤ ਜ਼ਿਆਦਾ ਵੱਧ ਗਿਆ। ਤੇ ਰਾਈਟ ਨਾਓ ਜਿਹੜੀ ਸਿਚੁਏਸ਼ਨ ਉਹਦੇ ਵਿੱਚ ਉਹ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਬੈਕਲੌਗ ਇੰਨਾ ਜ਼ਿਆਦਾ ਵਾ, ਤੇ ਉਹ ਫਿਰ ਪਿਕ ਐਂਡ ਚੂਜ਼ ਕਰ ਰਹੇ ਆ ਵੀ ਕਿੰਨਾਂ ਨੂੰ, ਗਵਰਨਮੈਂਟ ਨੂੰ ਕੀ ਲੱਗਦਾ ਵੀ ਕਿੰਨਾਂ ਦਾ ਉੱਥੇ ਜਾਣਾ ਜ਼ਿਆਦਾ ਜ਼ਰੂਰੀ ਆ। ਤੇ ਉਸ ਆਧਾਰ 'ਤੇ ਇਸ ਟਾਈਮ US ਗਵਰਨਮੈਂਟ ਜਿਹੜੇ ਸਪਾਊਸ ਨੇ, ਹੈ ਨਾ, ਜਿੱਦਾਂ ਕਿਸੇ ਦੀ ਸ਼ਾਦੀ ਹੋਈ ਆ, ਉਹਨਾਂ ਦੇ ਹਸਬੈਂਡ ਇੰਡੀਆ 'ਚ ਨੇ ਜਾਂ ਕਿਸੇ ਦੀ ਵਾਈਫ ਇੰਡੀਆ 'ਚ ਆ, ਉਹਨਾਂ ਨੂੰ ਹਜੇ ਮਤਲਬ ਕਿ ਪਹਿਲਾਂ ਪ੍ਰੈਫਰੈਂਸ ਦੇ ਰਹੀ ਆ ਗਵਰਨਮੈਂਟ ਵੀ ਉਹਨਾਂ ਦੇ ਵੀਜ਼ੇ ਪਹਿਲਾਂ ਕੱਢੀ ਜਾਣ, ਤੇ ਉਹਦੇ ਬਾਅਦ ਹੋਪਫੁਲੀ ਜਦੋਂ ਥਿੰਗਸ ਵਿਲ ਗੋ ਬੈਕ ਟੂ ਨੋਰਮਲ, ਤੇ ਜਿਹੜੀ ਮਦਰ ਫਾਦਰ ਵਾਲੀ ਕੈਟੇਗਰੀ ਆ ਇਹਦੇ ਵਿੱਚ ਵੀ ਮਤਲਬ ਕਿ ਲੋਕੀ ਆ ਪਾਉਣਗੇ। ਹੁਣ ਜਿਹੜੀ ਸਪਾਊਸ ਆ, ਬੱਚੇ ਆ ਤੇ ਮਦਰ ਫਾਦਰ ਆ, ਇਹ ਤੇ ਹੈਗੀ ਇਮੀਡੀਏਟ ਫੈਮਿਲੀ, ਹੈ ਨਾ, ਪਟੀਸ਼ਨ, ਜਿਹਦਾ ਕਿ 1 ਜਾਂ 2 ਸਾਲ ਦੇ ਵਿੱਚ ਬੰਦਾ ਇੱਥੇ ਆ ਜਾਂਦਾ। ਦੂਜੀ ਹੁੰਦੀ ਜੀ ਬਲੱਡ ਰਿਲੇਸ਼ਨ ਕੈਟੇਗਰੀ।
ਉਹ ਅੱਜ ਦੇ ਵਿੱਚ ਜਿੱਦਾਂ ਮੈਂ ਆਪਣੀ ਸਿਸਟਰ ਦਾ ਕਰਨਾ ਹੋਏ ਹੈ ਨਾ, ਜੇ ਮੇਰੀ ਸਿਸਟਰ ਆ ਉਹਦੇ ਲਈ ਮੈਂ ਅਪਲਾਈ ਕਰਨਾ, ਉਹਦੇ ਲਈ ਬੈਕਲੌਗ ਬਹੁਤ ਜ਼ਿਆਦਾ ਵਾ, ਕਿਉਂਕਿ ਉਹ ਕੋਟਾ ਸਿਸਟਮ ਦੇ ਨਾਲ ਹੀ ਚੱਲਦਾ ਵਾ। ਔਰ ਹਰੇਕ ਸਾਲ ਜਿਹੜੀ ਸਰਕਾਰ ਆ ਹੈ ਨਾ, ਉਹ ਸਰਟਨ ਅਮਾਊਂਟ ਆਫ ਪੀਪਲ ਦਾ ਹੀ ਕੋਟਾ ਕੱਢਦੀ ਆ, ਔਰ ਉਹ ਫਸਟ ਕਮ ਫਸਟ ਸਰਵ ਬੇਸਿਸ 'ਤੇ ਹੁੰਦਾ ਵੀ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਉਹਨਾਂ ਦਾ ਨੰਬਰ ਪਹਿਲਾਂ ਆਊਗਾ। ਅਤੇ ਬੈਕਲੌਗ ਇੰਨਾ ਜ਼ਿਆਦਾ ਵਾ ਜੀ, ਜੇ ਉਹ ਬਦਲਦੀ ਰਹਿੰਦੀ ਉਹਦੀ ਟਾਈਮ ਲਾਈਨ, ਔਰ ਟਾਈਮ ਲਾਈਨ ਪਿਛਲੇ 10 ਸਾਲਾਂ ਤੋਂ ਵੱਧ ਹੀ ਰਹੀ ਹੈ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਅਪਲਾਈ ਕਰ ਰਹੇ ਨੇ। ਔਰ ਜੇ ਅੱਜ ਦੀ ਡੇਟ 'ਤੇ ਜੇ ਕੋਈ ਆਪਣੇ ਭੈਣ ਦਾ ਭਰਾ ਦਾ ਅਪਲਾਈ ਕਰਦਾ ਜਾਂ ਕਿਸੇ ਬਲੱਡ ਰਿਲੇਸ਼ਨ ਦਾ ਅਪਲਾਈ ਕਰਦਾ ਤਾਂ ਇਟ ਟੇਕਸ 14 ਤੋਂ 15 ਸਾਲ ਹੈ ਨਾ, ਕਿ ਚਲੋ 10 ਸਾਲ ਵੀ ਹੈਗੇ, ਡਿਪੈਂਡਿੰਗ ਔਨ ਤੁਸੀਂ ਰਹਿੰਦੇ ਵੀ ਕਿੱਥੇ ਅਮਰੀਕਾ ਦੇ ਵਿੱਚ, ਪਰ ਔਨ ਐਵਰੇਜ 10 ਤੋਂ 14 ਸਾਲ ਲੱਗਦੇ ਆ ਜੇ ਕਿਸੇ ਨੇ ਆਪਣੇ ਬਲੱਡ ਰਿਲੇਸ਼ਨ ਕੈਟੇਗਰੀ ਦੇ ਵਿੱਚ ਬੁਲਾਉਣਾ। ਬਟ ਇਹਦੇ ਵਿੱਚ ਵੀ ਡਿਫਾਈਨ ਕਰਨਾ ਪੈਣਾ, ਜਿੱਦਾਂ ਦੂਰ ਦੀ ਬਲੱਡ ਰਿਲੇਸ਼ਨ ਆ, ਜਿੱਦਾਂ ਹੈ ਨਾ ਵੀ ਤੁਹਾਡੇ ਕਜ਼ਨਾਂ ਦੇ ਅੱਗੇ ਕਜ਼ਨ ਆ ਇੱਦਾਂ, ਫਿਰ ਆਈ ਥਿੰਕ ਮੇ ਬੀ ਉਹਨਾਂ ਨੂੰ ਤੁਸੀਂ ਨਹੀਂ ਕਰ ਸਕਦੇ। ਬਟ ਜੋ ਵੀ ਉਹਨਾਂ ਦੀ ਕੈਟੇਗਰੀ ਆ ਹੈ ਨਾ, ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਆ। ਅਤੇ ਜੇ ਤੁਹਾਡਾ ਕੋਈ ਰਿਲੇਟਿਵ ਇੱਥੇ ਹੈਗਾ ਵਾ, ਜੇ ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਆ, ਉਹ ਅਪਲਾਈ ਕਰ ਸਕਦਾ। ਬਟ ਵੰਸ ਅਗੇਨ ਤੁਹਾਨੂੰ ਇੱਥੇ ਪਹੁੰਚ ਤੱਕ 10 ਤੋਂ 14 ਸਾਲ ਲੱਗ ਜਾਣਗੇ। ਹੁਣ ਅਗਲੀ ਕੈਟੇਗਰੀ ਹੈ ਜੀ ਟੂਰਿਸਟ ਵੀਜ਼ਾ। ਟੂਰਿਸਟ ਵੀਜ਼ਾ ਜਿਹੜਾ ਇਹਦੇ ਨਾਂ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਟੂਰਿਸਟ ਵੀਜ਼ਾ ਵਾ, ਵੀ ਇਹ ਟੂਰਿਜ਼ਮ ਵਾਸਤੇ ਆ, ਇਹ ਇਮੀਗ੍ਰੇਸ਼ਨ ਵਾਸਤੇ ਨਹੀਂ ਹੈਗਾ। ਕਈ ਲੋਕ ਐਸੇ ਨੇ ਹੈ ਨਾ ਜਿਹੜੇ ਟੂਰਿਸਟ ਵੀਜ਼ਾ ਲੈ ਕੇ ਇੱਥੇ ਆ ਕੇ ਸਟੇ ਕਰ ਲੈਂਦੇ ਨੇ, ਵਾਪਸ ਨਹੀਂ ਜਾਂਦੇ ਹੈ ਨਾ, ਬਟ ਉਹਨਾਂ ਨੂੰ ਫਿਰ ਬਾਅਦ 'ਚ ਪ੍ਰੋਬਲਮਸ ਆਉਂਦੀਆਂ ਨੇ। ਮੈਂ ਉਹਨਾਂ ਵਿੱਚੋਂ ਇੱਕ ਮੇਰਾ ਕੇਸ ਆ ਹੈ ਨਾ, ਮੈਨੂੰ ਇਹ ਗੱਲ 'ਚ ਕੋਈ ਸ਼ਰਮ ਨਹੀਂ, ਮੈਂ ਆਪਣੀ ਦੱਸਿਆ ਵੀ ਹੈ ਕਿ ਮੈਂ ਕਿੱਦਾਂ ਆਇਆ ਸੀਗਾ ਔਰ ਮੈਨੂੰ ਕਿਹੜਾ ਉਸ ਚੀਜ਼ ਦਾ ਹਰਜਾਨਾ ਭਰਨਾ ਪਿਆ। ਜੇ ਕੋਈ ਟੂਰਿਸਟ ਵੀਜ਼ੇ 'ਤੇ ਹੁੰਦਾ ਵਾ, ਅਤੇ ਕਾਫੀ ਲੋਕਾਂ ਦੇ ਦਿਮਾਗ ਦੇ ਵਿੱਚ, ਮੈਂ ਨਹੀਂ ਕਹਿੰਦਾ ਕਾਫੀ ਲੋਕਾਂ ਦੇ ਜਿਹੜੇ ਮੈਨੂੰ ਕੁਐਸਚਨ ਹੁੰਦੇ ਆ, ਉਹਨਾਂ ਨੂੰ ਲੱਗਦਾ ਵੀ ਇਹ ਬੜਾ ਈਜ਼ੀ ਆ, ਅਸੀਂ ਟੂਰਿਸਟ ਵੀਜ਼ੇ 'ਤੇ ਚੱਲ ਜਾਣਾ ਵਾ, ਉੱਥੇ ਆਪਾਂ ਕੋਈ ਇੰਪਲੋਇਰ ਲੱਭ ਲਾਂਗੇ ਅਤੇ ਉਹ ਸਾਨੂੰ ਵਰਕ ਪਰਮਿਟ 'ਤੇ ਕਰ ਦੇਣਗੇ। ਬਟ ਇਹ ਸਿਚੁਏਸ਼ਨ ਇੰਨੀ ਮੇ ਬੀ ਅੱਜ ਤੋਂ 15-20-25 ਸਾਲ ਪਹਿਲਾਂ ਈਜ਼ੀ ਸੀਗੀ, ਬਟ ਇਹ ਹੁਣ ਇੰਨੀ ਈਜ਼ੀ ਨਹੀਂ ਹੈਗੀ, ਕਿਉਂਕਿ ਸੇਮ H1B ਵਾਲੀ ਕੈਟੇਗਰੀ ਦੇ ਵਿੱਚੋਂ ਤੁਹਾਨੂੰ ਜਾਣਾ ਪੈਂਦਾ ਵਾ, ਔਰ ਇੰਨੇ ਸਾਰੇ ਲੋਕਾਂ ਦੇ ਨਾਲ ਤੁਹਾਨੂੰ ਕੰਪੀਟ ਕਰਨਾ ਪੈਂਦਾ ਵਾ, ਔਰ ਬਹੁਤ ਹੀ ਜ਼ਿਆਦਾ ਮੁਸ਼ਕਿਲ ਆ ਤੁਸੀਂ, ਕਿਉਂਕਿ ਇੰਨੇ ਜ਼ਿਆਦਾ ਉਹ 'ਚ ਸਮਾਰਟ ਕੈਂਡੀਡੇਟ ਹੁੰਦੇ ਨੇ, ਉਹਨਾਂ ਕੋਲ ਵਰਕ ਐਕਸਪੀਰੀਅੰਸ ਹੁੰਦਾ ਵਾ, ਔਰ ਕੰਪਨੀਜ਼ ਉਹਨਾਂ ਨੂੰ ਆਲਰੇਡੀ ਹਾਇਰ ਕਰ ਚੁੱਕੀਆਂ ਹੁੰਦੀਆਂ ਨੇ ਇੱਥੇ ਆਉਣ ਤੋਂ ਪਹਿਲਾਂ ਹੀ ਹੈ ਨਾ, ਅਤੇ ਉਹ ਫਿਰ ਉਹਨਾਂ ਨੂੰ ਲਾਈਨ 'ਚ ਪਿੱਛੇ ਛੱਡ ਕੇ ਤੁਹਾਡੇ ਅੱਗੇ ਲੱਗਣਾ ਬਹੁਤ ਜ਼ਿਆਦਾ ਔਖਾ ਵਾ। ਅਤੇ ਫਿਰ ਟੂਰਿਸਟ ਵੀਜ਼ੇ 'ਤੇ ਆ ਕੇ ਕਾਫੀ ਲੋਕਾਂ ਦਾ ਇਹ ਕੁਐਸਚਨ ਹੁੰਦਾ ਵੀ ਅਸੀਂ ਟੂਰਿਸਟ ਵੀਜ਼ੇ 'ਤੇ ਆ ਗਏ, ਆਪਾਂ ਵਰਕ ਪਰਮਿਟ 'ਤੇ ਮਤਲਬ ਕਿ ਟ੍ਰਾਂਸਫਰ ਕਰਾ ਲਾਂਗੇ, ਕਿਆ ਮੇ ਬੀ ਹੁੰਦਾ ਹੋਏ, ਬਟ ਬਹੁਤ ਜੋ ਮੇਰਾ ਐਕਸਪੀਰੀਅੰਸ ਆ ਉਹ ਦੱਸਦਾ ਵੀ ਇਹ ਬਹੁਤ ਜ਼ਿਆਦਾ ਔਖਾ ਵਾ। ਮੈਂ 9 ਸਾਲ ਆਪਣੇ ਇਸੇ ਚੀਜ਼ 'ਚ ਖਰਾਬ ਕੀਤੇ, ਔਰ ਫਿਰ ਵੀ ਮੈਂ ਉਹ 'ਚ ਕਾਮਯਾਬ ਨਹੀਂ ਸੀ ਹੋਇਆ। ਅਤੇ ਫਿਰ ਹੁਣ ਟੂਰਿਸਟ ਬੰਦੇ ਕੋਲ ਦੂਜਾ ਤਰੀਕਾ ਕੀ ਆ ਹੈ ਨਾ, ਫਿਰ ਉਹ ਜੋ ਉਹਨੇ ਰਹਿਣਾ ਹੀ ਰਹਿਣਾ ਵਾ ਇੱਥੇ, ਫਿਰ ਉਹ ਕੀ ਕਰੇ ਹੈ ਨਾ। ਫਿਰ ਦੂਸਰਾ ਉਹਦੇ ਕੋਲ ਆਪਸ਼ਨ ਇਹ ਹੁੰਦਾ ਕਿ ਉਹ US ਸਿਟੀਜ਼ਨ ਦੇ ਨਾਲ ਉਹਦੀ ਸ਼ਾਦੀ ਹੋ ਜਾਏ ਹੈ ਨਾ, ਅਤੇ ਜਿਹੜਾ US ਸਿਟੀਜ਼ਨ ਆ ਉਹਦੀ ਪਟੀਸ਼ਨ ਪਾਏ ਕਿ ਇਹ ਮੇਰਾ ਸਪਾਊਸ ਆ ਔਰ ਆਪਾਂ ਦੋਨੇ ਇਕੱਠੇ ਰਹਿਣਾ ਚਾਹੁੰਦੇ ਹਾਂ, ਅਤੇ ਹੈ ਨਾ ਮਤਲਬ ਕਿ ਕਾਮਨ ਸੈਂਸ ਆ। ਅਤੇ ਫਿਰ US ਗਵਰਨਮੈਂਟ ਨੂੰ ਜਿਹੜਾ ਉਹਦਾ ਸਪਾਊਸ ਹੈ ਨਾ, ਓਬਵੀਅਸਲੀ ਉਹਦਾ ਉਹ ਚੈੱਕ ਕਰਦੇ ਆ, ਉਹਦੀ ਕ੍ਰਿਮੀਨਲ ਹਿਸਟਰੀ, ਬੈਕਗਰਾਊਂਡ, ਜਾਂ ਕੋਈ ਉਹਨਾਂ ਨੂੰ ਕੋਈ ਵੀ ਚੀਜ਼ ਐਸੀ ਮਤਲਬ ਕਿ ਉਹਦੇ ਰੈਕਡ ਦੇ ਵਿੱਚ ਨਜ਼ਰ ਆਉਂਦੀ ਆ ਵੀ ਜਿਹੜੀ ਕਹਿ ਲਓ ਵੀ ਆਪੱਤੀਜਨਕ ਆ, ਅਤੇ ਫਿਰ ਕੁਝ ਨਾ ਕੁਝ ਬੈਕ ਐਂਡ ਫੋਰਥ ਹੁੰਦਾ ਵਾ। ਬਟ ਯੂਜ਼ਲੀ ਉਹ ਤੁਹਾਨੂੰ ਇਮੀਗ੍ਰੈਂਟ ਵੀਜ਼ਾ ਜਾਂ ਕਹਿ ਲਓ ਜਿਹੜਾ ਗ੍ਰੀਨ ਕਾਰਡ ਵਾਲਾ ਵੀਜ਼ਾ ਵਾ ਉਹ ਦੇ ਹੀ ਦਿੰਦੇ ਆ, ਬਟ ਤੁਹਾਡਾ ਜਿਹੜਾ ਸਪਾਊਸ ਆ ਉਹ US ਸਿਟੀਜ਼ਨ ਹੋਣਾ ਚਾਹੀਦਾ। ਹੁਣ ਕਈ ਜਣੇ ਕਹਿਣਗੇ ਵੀ ਆਪਾਂ ਆਲਰੇਡੀ ਕਈ ਲੋਕਾਂ ਦੀ ਇੰਡੀਆ ਮੈਰਿਜ ਹੋਈ ਹੁੰਦੀ ਆ ਅਤੇ ਉਹ ਇਸ ਸਿਚੁਏਸ਼ਨ 'ਚ ਨਹੀਂ ਹੁੰਦੇ, ਜਾਂ ਉਹ ਵਿਆਹ ਇੱਕ ਹੋਰ ਵਿਆਹ ਕਰ ਪਾਉਣ, ਜਾਂ ਉਹਨਾਂ ਨੂੰ ਇੱਦਾਂ ਦਾ ਲਾਈਫ ਪਾਰਟਨਰ ਨਹੀਂ ਮਿਲਦਾ, ਉਹ ਫਿਰ ਕੀ ਕਰਨਾ। ਉਹ ਫਿਰ ਮੋਸਟਲੀ ਇੱਦਾਂ ਹੀ ਰਹਿੰਦੇ ਆ ਜੀ, ਕਹਿ ਲਓ ਵੀ ਬਗੈਰ ਪੇਪਰਾਂ ਦੇ ਹੀ ਰਹਿੰਦੇ ਆ। ਫਿਰ ਉਹਨਾਂ ਨੂੰ ਕੰਮ ਵੀ ਉਸ ਤਰੀਕੇ ਦੇ ਹੀ ਮਿਲਦੇ ਆ। ਕਾਫੀ ਚੀਜ਼ਾਂ ਦੇ ਵਿੱਚ ਰਿਸਟ੍ਰਿਕਸ਼ਨ ਹੁੰਦੀ ਆ, ਜਿੱਦਾਂ ਕੋਈ ਟਰੱਕ ਚਲਾਏ ਬਗੈਰ ਪੇਪਰਾਂ ਦੇ ਨਹੀਂ ਚਲਾ ਸਕਦਾ, ਕਿਉਂਕਿ ਤੁਹਾਡਾ ਲਾਇਸੈਂਸ ਨਹੀਂ ਬਣਦਾ। ਬੈਂਕ ਅਕਾਊਂਟ ਖੋਲ੍ਹਣਾ ਬੜਾ ਔਖਾ ਹੋ ਜਾਂਦਾ। ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਪੇਪਰਾਂ ਵਾਲੇ ਬੰਦੇ ਲਈ ਬਹੁਤ ਜ਼ਿਆਦਾ ਈਜ਼ੀ ਨੇ, ਪਰ ਜਦੋਂ ਪੇਪਰ ਨਹੀਂ ਹੁੰਦੇ, ਅਤੇ ਉਹ ਮੈਨੂੰ ਪਤਾ, ਮੈਂ 9 ਸਾਲ ਕੱਢੇ ਆ, ਅਤੇ ਤੁਸੀਂ ਬਿਲਕੁਲ ਜ਼ੀਰੋ ਹੋ ਕੇ ਰਹਿ ਜਾਂਦੇ ਆ। ਤੁਸੀਂ ਵੱਧ ਤੋਂ ਵੱਧ ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰ ਸਕਦੇ ਆ, ਕਿਸੇ ਸਟੋਰ ਦੇ ਵਿੱਚ ਕੰਮ ਕਰ ਸਕਦੇ ਆ, ਅਤੇ ਮਿਨੀਮਮ ਵੇਜ 'ਤੇ ਹੀ ਕੰਮ ਕਰੋਗੇ। ਹੁਣ ਅਮਰੀਕਾ ਦਾ ਟੂਰਿਸਟ ਵੀਜ਼ਾ ਵੀ ਜਿਹੜਾ ਵਾ ਇਹ ਲੱਖਾਂ ਹੀ ਲੋਕ ਅਪਲਾਈ ਕਰਦੇ ਨੇ, ਔਰ ਮੈਜੋਰਟੀ ਆਫ
ਨੂੰ ਜਿਹੜਾ US ਕੌਂਸੂਲੇਟ ਆ ਉਹ ਡਿਨਾਈ ਕਰਦਾ ਵਾ। ਉਹ ਡਿਨਾਈ ਇਸੇ ਬਿਹਾਫ 'ਤੇ ਕਰਦਾ ਵਾ ਕਿਉਂਕਿ ਉਹਨਾਂ ਨੇ ਟਰੈਕ ਰੈਕਡ ਦੇਖਿਆ ਹੁੰਦਾ ਕਿ ਕਾਫੀ ਲੋਕ ਨੇ ਜਿਹੜੇ ਅਮਰੀਕਾ ਵਿੱਚ ਆ ਕੇ ਆਪਣਾ ਵੀਜ਼ਾ ਓਵਰਸਟੇ ਕਰ ਜਾਂਦੇ ਨੇ, ਅਤੇ ਉਹ ਫਿਰ ਉਹਨਾਂ ਨੂੰ ਕਨਵਿੰਸ ਕਰਨਾ ਪੈਂਦਾ ਕਿ ਤੁਸੀਂ ਉਹ ਕੈਂਡੀਡੇਟ ਹੋ ਜਿਹੜਾ ਆਪਣਾ ਵੀਜ਼ੇ ਨੂੰ ਹੈ ਨਾ ਓਵਰਸਟੇ ਨਹੀਂ ਕਰੋਗੇ ਅਤੇ ਯੂ ਵਿਲ ਕਮ ਬੈਕ ਔਨ ਦ ਰਾਈਟ ਟਰਮਸ। ਬਟ ਇਹ ਜਿੱਦਾਂ ਸਮਾਂ ਲੰਘੀ ਜਾ ਰਿਹਾ ਵਾ ਓਨਾ ਹੀ ਜ਼ਿਆਦਾ ਉਹਨਾਂ ਨੂੰ ਕਨਵਿੰਸ ਕਰਨਾ ਔਖਾ ਹੋਈ ਜਾ ਰਿਹਾ ਵਾ। ਬਟ ਇਹਦਾ ਮਤਲਬ ਇਹ ਨਹੀਂ ਵੀ ਟੂਰਿਸਟ ਵੀਜ਼ਾ ਮਿਲ ਨਹੀਂ ਰਹੇ। ਮੈਟਰ ਆਫ ਫੈਕਟ ਟੂਰਿਸਟ ਵੀਜ਼ੇ ਦੀ ਜਿਹੜੀ ਨੰਬਰਸ ਆ ਉਹ ਹਰ ਸਾਲ ਗਰੋ ਹੋ ਰਹੇ ਨੇ, ਕਿਉਂਕਿ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਨੇ ਉਹ ਵੀ ਹਰ ਸਾਲ ਗਰੋ ਹੋ ਰਹੇ ਨੇ। ਦੁਨੀਆ ਵਿੱਚ ਸੱਚੀ ਇੱਦਾਂ ਦੇ ਬਹੁਤ ਸਾਰੇ ਲੋਕ ਨੇ, ਇੰਡੀਆ ਵਿੱਚ ਵੀ ਇੱਦਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸੱਚੀ ਇੱਥੇ ਫੋਰ ਟੂਰਿਜ਼ਮ ਹੀ ਹੋਣਾ ਚਾਹੁੰਦੇ ਨੇ, ਹੈ ਨਾ। ਉਹ ਆਪਣਾ 2-3 ਮਹੀਨੇ ਜੋ ਵੀ ਘੁੰਮ ਕੇ ਉਹ ਵਾਪਸ ਚਲੇ ਜਾਂਦੇ ਨੇ ਅਤੇ ਫਿਰ ਅਗਲੇ ਸਾਲ ਇੱਦਾਂ ਘੁੰਮਣ ਫਿਰਨ ਆ ਜਾਂਦੇ ਨੇ। ਬਟ ਇਹ ਗੱਲ ਨੂੰ ਪ੍ਰੂਵ ਕਰਨਾ ਹੈ ਨਾ ਇੱਕ ਆਫਿਸਰ ਦੇ ਸਾਹਮਣੇ, ਵੀਜ਼ਾ ਆਫਿਸਰ ਦੇ ਸਾਹਮਣੇ, ਇਟ ਆਲ ਡਿਪੈਂਡਸ ਔਨ ਯੋਰ ਪਰਸਨਲ ਸਰਕਮਸਟੈਂਸਸ। ਹੁਣ ਗੱਲ ਕਰਦੇ ਹਾਂ ਜੀ ਉਸ ਵੀਜ਼ੇ ਦੀ, ਜਿਸ ਵੀਜ਼ੇ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਆਪਣਾ ਯੂਥ ਆ ਅੱਜ ਕੱਲ੍ਹ ਬਾਹਰ ਜਾ ਰਿਹਾ ਵਾ, ਜਾਂ ਲਾ ਲਓ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ। ਦ ਸੇਮ ਥਿੰਗ ਸਟੂਡੈਂਟ ਵੀਜ਼ਾ ਅਮਰੀਕਾ ਵਾਸਤੇ ਵੀ ਹੁੰਦਾ ਜੀ। ਉਹ ਸਟੂਡੈਂਟ ਕੈਟੇਗਰੀ ਹੈਗੀ ਹੈ ਜੀ F1, ਔਰ ਅਮਰੀਕਾ ਦੇ ਵਿੱਚ ਵੀ ਲੱਖਾਂ ਹੀ ਸਟੂਡੈਂਟ ਡਿਫਰੈਂਟ ਕੰਟਰੀਆਂ ਤੋਂ F1 ਵੀਜ਼ੇ ਦੇ ਉੱਤੇ ਆਉਂਦੇ ਨੇ। ਅਤੇ ਹੁਣ ਗੱਲ ਕਰਦੇ ਹਾਂ ਜੀ ਉਹ ਕਿੱਦਾਂ ਪੱਕੇ ਹੁੰਦੇ ਆ। ਇੱਕ ਸਰਵੇ ਦੇ ਅਨੁਸਾਰ ਸੰਨ 2019 ਦੇ ਵਿੱਚ 1 ਮਿਲੀਅਨ ਫੋਰਨ ਸਟੂਡੈਂਟਸ USA ਦੀ ਯੂਨੀਵਰਸਿਟੀਆਂ ਦੇ ਵਿੱਚ ਐਨਲਿਸਟਡ ਸੀਗੇ, ਜਾਣੀ ਕਿ 10 ਲੱਖ ਫੋਰਨ ਸਟੂਡੈਂਟ ਅਮਰੀਕਾ ਦੇ ਵਿੱਚ ਸੀਗਾ 2019 ਦੇ ਵਿੱਚ। ਔਰ ਇਹ ਜਿਹੜੀ ਕਾਫੀ ਵੱਡਾ ਨੰਬਰ ਆ, ਕਿਉਂਕਿ ਇਹ ਮੇਕਅਪ ਕਰਦਾ ਜੀ 5% ਓਵਰਆਲ ਯੂਨੀਵਰਸਿਟੀ ਦੀ, ਹੈ ਨਾ, ਸਟੂਡੈਂਟ ਦੀ ਪਾਪੂਲੇਸ਼ਨ ਦੇ ਵਿੱਚ। ਅਤੇ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਬਹੁਤ ਸਾਰੇ ਬੱਚੇ ਹਰ ਸਾਲ ਅਮਰੀਕਾ ਦੇ ਵਿੱਚ ਐਜ਼ ਅ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਆ। ਔਰ ਸਟੂਡੈਂਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ, ਬਹੁਤਿਆਂ ਦਾ ਨਹੀਂ ਬਟ ਕਾਫੀ ਵੱਡੀ ਤਾਦਾਦ ਦਾ ਇਹੋ ਹੀ ਗੋਲ ਹੁੰਦਾ ਕਿ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਦੇ ਬਾਅਦ USA ਦੇ ਵਿੱਚ ਹੀ ਰਹਿਣ ਅਤੇ ਲੰਮਾ ਟਾਈਮ ਕੰਮ ਕਰਨਾ। ਹੁਣ ਇਹਦੇ ਵਾਸਤੇ US ਦੀ ਗਵਰਨਮੈਂਟ ਨੇ ਕੁਝ ਰੂਲਸ ਬਣਾਏ ਆ। ਜੇ ਤੁਸੀਂ ਉਹਨਾਂ ਦੀਆਂ ਸ਼ਰਤਾਂ ਨੂੰ ਸਾਰਿਆਂ ਨੂੰ ਮਨਜ਼ੂਰ ਕਰਦੇ ਆ ਅਤੇ ਫਿਰ US ਗਵਰਨਮੈਂਟ ਤੁਹਾਡਾ ਵੀਜ਼ਾ ਐਕਸਟੈਂਡ ਕਰਦੀ ਆ, ਤੁਹਾਨੂੰ ਵਰਕ ਪਰਮਿਟ ਵੀ ਦਿੰਦੀ ਆ, ਔਰ ਉਹਦੇ ਬਾਅਦ ਇਵੈਂਚੁਅਲੀ ਤੁਸੀਂ ਐਲੀਜੀਬਲ ਹੁੰਦੇ ਆ ਗ੍ਰੀਨ ਕਾਰਡ ਫਾਈਲ ਕਰਨ ਵਾਸਤੇ ਵੀ। ਅਮਰੀਕਾ ਦੀ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਦੌਰਾਨ ਐਜ਼ ਅ ਸਟੂਡੈਂਟ ਤੁਹਾਨੂੰ ਜਿਹੜੀ ਕੰਮ ਕਰਨ ਦੀ ਪਰਮਿਸ਼ਨ ਉਹ ਬਹੁਤ ਲਿਮਿਟਡ ਹੁੰਦੀ ਹੈ। ਸਿਰਫ ਤੁਸੀਂ 20 ਘੰਟੇ ਹੀ ਕੰਮ ਕਰ ਸਕਦੇ ਆ ਵੀਕ ਦੇ ਵਿੱਚ, ਔਰ ਉਹਦੇ ਵਿੱਚੋਂ ਵੀ ਕੁਝ ਪੀਰੀਅਡ ਐਸਾ ਹੁੰਦਾ ਜਿਹਦੇ ਵਿੱਚ ਤੁਸੀਂ ਸਿਰਫ ਕੈਂਪਸ ਦੇ ਵਿਦਿਨ ਕੈਂਪਸ ਹੀ ਕੰਮ ਕਰ ਸਕਦੇ ਆ, ਔਰ ਜਿੱਦਾਂ ਜੇ ਤੁਹਾਨੂੰ ਛੁੱਟੀਆਂ ਆਉਂਦੀਆਂ ਨੇ ਉਹਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਆ। ਬਟ ਕਾਫੀ ਲੋਕਾਂ ਦੇ ਇਹ ਸਵਾਲ ਹੁੰਦੇ ਆ ਵੀ ਜੇ ਆਪਾਂ ਐਜ਼ ਅ ਸਟੂਡੈਂਟ ਅਮਰੀਕਾ ਐਜ਼ ਅ ਸਟੂਡੈਂਟ ਆਏ ਕਿ ਅਸੀਂ ਟਰੱਕ ਚਲਾ ਸਕਦੇ ਆ, ਅਤੇ ਇਹਦਾ ਜਿਹੜਾ ਪ੍ਰੈਕਟੀਕਲ ਇੰਪੋਸੀਬਲ ਤਾਂ ਕੁਝ ਵੀ ਨਹੀਂ ਹੁੰਦਾ, ਬਟ ਜਿਹੜਾ ਪ੍ਰੈਕਟੀਕਲ ਆਨਸਰ ਆ ਉਹ ਨੋ ਆ। ਬਿਕੋਜ਼ ਜਦੋਂ ਤੁਸੀਂ ਐਜ਼ ਅ ਸਟੂਡੈਂਟ ਹੁੰਦੇ ਆ, ਹੈ ਨਾ, ਇੱਥੋਂ ਦੀ ਜਿਹੜੀ ਪੜ੍ਹਾਈ ਆ, ਹੈ ਨਾ, ਉਹ ਫਿਰ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਵੀ ਜਿਹੜੇ ਤੁਹਾਡੇ ਗ੍ਰੇਡਸ ਆ ਉਹ ਸਰਟਨ ਲੈਵਲ ਦੇ ਹੋਣੇ ਚਾਹੀਦੇ ਆ, ਔਰ ਪੜ੍ਹਾਈ ਇੰਨੀ ਈਜ਼ੀ ਵੀ ਨਹੀਂ ਹੈਗੀ, ਹੈ ਨਾ। ਅਤੇ ਫਿਰ ਬਹੁਤ ਔਖਾ ਹੋ ਜਾਣਾ ਵੀ ਤੁਹਾਡਾ ਜਿਹੜਾ ਮੇਨ ਦਿਮਾਗ ਦੀ, ਹੈ ਨਾ, ਅਟੈਂਸ਼ਨ ਆ ਉਹ ਤੁਹਾਡੀ ਪੜ੍ਹਾਈ ਵੱਲ ਹੋਣੀ ਚਾਹੀਦੀ ਆ। ਔਰ ਜੇਕਰ ਤੁਹਾਡੇ ਗ੍ਰੇਡਸ ਉਹਨਾਂ ਦੀ ਜਿਹੜੀ ਮਿਨੀਮਮ ਰਿਕੁਆਇਰਮੈਂਟਸ ਨੇ ਉਹਦੇ ਅਨੁਕੂਲ ਨਹੀਂ ਹੁੰਦੇ, ਅਤੇ ਫਿਰ ਉਹ ਤੁਹਾਡਾ ਜਿਹੜਾ ਸਟੇ ਆ ਉਹਨੂੰ ਕੈਂਸਲ ਵੀ ਕਰ ਦਿੰਦੇ ਆ, ਔਰ ਤੁਹਾਨੂੰ ਆਪਣੀ ਕੰਟਰੀ ਵਾਪਸ ਵੀ ਜਾਣਾ ਪੈ ਸਕਦਾ। ਅਤੇ ਇਸ ਕਰਕੇ ਇਹ ਵੀ ਨਹੀਂ ਮੇਰੇ ਖਿਆਲ ਨਾਲ ਬਹੁਤ ਮੁਸ਼ਕਿਲ ਹੋਊਗਾ ਕਿ ਤੁਸੀਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਵੀ ਬਣਾ ਪਾਓ, ਹੈ ਨਾ, ਕਿਉਂਕਿ ਉਹਦੇ ਵਾਸਤੇ ਵੀ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਹੋਣਾ ਚਾਹੀਦਾ। ਆਮ ਨਾਟ ਐਗਜ਼ੈਕਟਲੀ ਸ਼ੋਰ ਵੀ ਐਜ਼ ਅ ਸਟੂਡੈਂਟ ਇਹ ਕਿੱਦਾਂ ਪੋਸੀਬਲ ਹੋਊਗਾ, ਬਟ ਮੈਂ ਇਹਨੂੰ 100% ਨੋ ਨਹੀਂ ਕਹਿੰਦਾ, ਕਿਉਂਕਿ ਮੇ ਬੀ ਕੋਈ ਰਸਤਾ ਹੋਏ, ਬਟ ਮੈਂ ਅੱਜ ਤੱਕ ਕੋਈ ਵੀ ਐਸਾ ਸਟੂਡੈਂਟ ਨਹੀਂ ਇੱਥੇ ਦੇਖਿਆ ਜੋ ਟਰੱਕ ਚਲਾਉਂਦਾ ਹੋਏ। ਹੁਣ ਜਦੋਂ ਤੁਹਾਡੀ ਪੜ੍ਹਾਈ ਖਤਮ ਹੋ ਜਾਂਦੀ ਹੈ ਉਹਦੇ ਬਾਅਦ ਵੀ US ਗਵਰਨਮੈਂਟ ਨੇ ਕੁਝ ਐਸੇ ਰਸਤੇ ਬਣਾਏ ਆ ਜਿਨ੍ਹਾਂ ਨੂੰ ਯੂਜ਼ ਕਰਕੇ ਜਿਹੜਾ ਤੁਸੀਂ ਆਪਣਾ ਸਟੇ ਆ ਉਹਨੂੰ ਐਕਸਟੈਂਡ ਕਰ ਸਕਦੇ ਆ, ਔਰ ਇੱਥੇ ਰਹਿ ਕੇ ਕੰਮ ਵੀ ਕਰ ਸਕਦੇ ਆ ਫੁੱਲ ਟਾਈਮ। ਪਹਿਲਾ ਰਸਤਾ ਹੈਗਾ ਉਹਨੂੰ ਕਹਿੰਦੇ ਜੀ CPT, ਕਰੀਕੁਲਮ ਪ੍ਰੈਕਟੀਕਲ ਟ੍ਰੇਨਿੰਗ। ਇਹਦੇ ਹਿਸਾਬ ਨਾਲ ਜਦੋਂ ਤੁਹਾਡੀ ਸਟੱਡੀ ਕੰਪਲੀਟ ਹੋ ਗਈ, ਤੁਸੀਂ ਜਿਹੜੀ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਆ, ਤੁਸੀਂ ਉਸੇ ਯੂਨੀਵਰਸਿਟੀ 'ਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਔਰ ਐਜ਼ ਅ ਅਸਿਸਟੈਂਟ ਟੀਚਰ ਜੋਬ ਲੈ ਸਕਦੇ ਆ, ਜੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਮਿਨੀਮਮ ਰਿਕੁਆਇਰਮੈਂਟਸ ਆ, ਹੈ ਨਾ, ਉਹਨੂੰ ਫੁੱਲਫਿਲ ਕਰਦੇ ਆ। ਕਿਉਂਕਿ ਇਹ ਜੋਬਸ ਲਿਮਿਟਡ ਹੀ ਹੁੰਦੀਆਂ ਨੇ, ਅਤੇ ਬੜੇ ਸਾਰੇ ਲੋਕ ਨੇ ਜਿਹੜੇ ਇੱਦਾਂ ਦੀਆਂ ਜੋਬਸ ਲੈਣਾ ਚਾਹੁੰਦੇ ਨੇ, ਅਤੇ ਫਿਰ ਉਹ ਸਾਰਿਆਂ ਨੂੰ ਤਾਂ ਰੱਖ ਨਹੀਂ ਸਕਦੇ, ਹੈ ਨਾ। ਫਿਰ ਜਿਹੜੇ ਬੱਚੇ ਜ਼ਿਆਦਾ ਡਿਜ਼ਰਵਿੰਗ ਹੁੰਦੇ ਨੇ ਉਹਨਾਂ ਨੂੰ ਇਹ ਜੋਬ ਮਿਲ ਜਾਂਦੀ ਆ, ਔਰ ਇਹ ਜੋਬ ਮਿਲਣ ਦੇ ਬਾਅਦ ਤੁਸੀਂ 9 ਤੋਂ 12 ਮਹੀਨੇ ਉਸੇ ਕੈਂਪ
ਕੈਂਪਸ ਦੇ ਵਿੱਚ ਲਾਈਕ ਆਈ ਸੈਡ ਵਨਸ ਅਗੇਨ ਇਹ ਧਿਆਨ ਨਾਲ ਸੁਣਿਓ, ਅਸਿਸਟੈਂਟ ਪ੍ਰੋਫੈਸਰ ਔਰ ਅਸਿਸਟੈਂਟ ਟੀਚਰ, ਇਹੋ ਹੀ ਜੌਬ ਜੇ ਤੁਸੀਂ ਲਓਗੇ ਤਾਂ ਹੀ ਤੁਸੀਂ ਐਲੀਜੀਬਲ ਹੋਗੇ ਆਪਣੇ ਸਟੇਟਸ ਨੂੰ ਐਕਸਟੈਂਡ ਕਰਨ ਵਾਸਤੇ, ਹੈ ਨਾ। ਤੇ ਜਦੋਂ ਤੁਸੀਂ 9 ਤੋਂ 12 ਮਹੀਨੇ ਉੱਥੇ ਜੌਬ ਕਰ ਲੈਂਦੇ ਆ ਤੇ ਜਿਹੜੀ ਤੁਹਾਡੀ ਯੂਨੀਵਰਸਿਟੀ ਹੈ ਜੋ ਦੇਖਦੀ ਹੈ ਵੀ ਜਿਹੜੀਆਂ ਤੁਹਾਡੀਆਂ ਜੌਬ ਦੀਆਂ ਡਿਊਟੀਜ਼ ਨੇ, ਹੈ ਨਾ, ਉਹਨੂੰ ਤੁਸੀਂ ਸਕਸੈਸਫੁਲੀ ਫੁੱਲਫਿਲ ਕਰ ਰਹੇ ਆ ਔਰ ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਸਾਡੇ ਲਈ, ਹੈ ਨਾ, ਆਪਾਂ ਇਹਨੂੰ ਲੌਂਗ ਟਰਮ ਐਮਪਲੋਇਮੈਂਟ ਦੇਣ ਨੂੰ ਤਿਆਰ ਆ, ਫਿਰ ਉਹ ਤੁਹਾਡੇ ਲਈ ਪਟੀਸ਼ਨ ਫਾਈਲ ਕਰ ਦਿੰਦੇ ਆ H1B ਵੀਜ਼ੇ ਵਾਸਤੇ, ਵਿਚ ਇਜ਼ ਲਾਈਕ ਅ ਵਰਕ ਪਰਮਿਟ ਵੀਜ਼ਾ। ਹੁਣ ਉਹਦੇ ਵਿੱਚ ਰਹਿ ਕੇ ਤੁਸੀਂ ਥੋੜਾ ਟਾਈਮ ਉੱਥੇ ਜੌਬ ਕਰ ਸਕਦੇ ਆ ਫਿਰ, ਔਰ ਥੋੜੇ ਸਾਲਾਂ ਬਾਅਦ ਮਤਲਬ ਕਿ ਇਹ ਲੌਂਗ ਪ੍ਰੋਸੀਜਰ ਆ, ਘੱਟੋ ਘੱਟ 7-8 ਸਾਲ ਬਾਅਦ ਤੁਸੀਂ ਇੱਕ ਐਸੇ ਮੁਕਾਮ ਤੇ ਫਿਰ, ਹੈ ਨਾ, ਵੀ ਪਹੁੰਚ ਜਾਂਦੇ ਆ ਜਿੱਥੇ ਤੁਸੀਂ ਐਲੀਜੀਬਲ ਹੁੰਦੇ ਆ ਗ੍ਰੀਨ ਕਾਰਡ ਵਾਸਤੇ ਵੀ। ਬਟ ਵਨਸ ਅਗੇਨ ਇਹ ਗੱਲ ਧਿਆਨ ਨਾਲ ਸੁਣਿਓ, ਅਸਿਸਟੈਂਟ ਟੀਚਰ ਔਰ ਅਸਿਸਟੈਂਟ ਪ੍ਰੋਫੈਸਰ ਇਹੋ ਹੀ ਜੌਬ ਹੋਣੀ ਚਾਹੀਦੀ ਹੈ। ਹੁਣ ਜਿਹੜਾ ਦੂਸਰਾ ਤਰੀਕਾ ਉਹਨੂੰ ਕਹਿੰਦੇ ਜੀ OPT, ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ। ਇਹਦੇ ਵਿੱਚ ਤੁਹਾਨੂੰ ਕੈਂਪਸ ਦੇ ਵਿੱਚ ਜ਼ਰੂਰੀ ਨਹੀਂ ਕਿ ਤੁਸੀਂ ਕੈਂਪਸ ਦੇ ਵਿੱਚ ਹੀ ਜੌਬ ਕਰਨੀ ਹੈ, ਤੁਸੀਂ ਕੈਂਪਸ ਤੋਂ ਬਾਹਰ ਵੀ ਜੌਬ ਕਰ ਸਕਦੇ ਆ। ਇਹਦੇ ਵਿੱਚ ਜਿਹੜੀ ਤੁਹਾਡੀ ਜੌਬ ਆ ਉਹ ਜਿਹੜੀ ਤੁਸੀਂ ਇੱਥੇ ਆ ਕੇ ਪੜ੍ਹਾਈ ਕੀਤੀ, ਹੈ ਨਾ, ਉਹਦੇ ਰਿਲੇਟਡ ਹੀ ਹੋਣੀ ਚਾਹੀਦੀ ਆ ਔਰ ਉਹ ਵੀ ਕੋਈ ਇੱਦਾਂ ਦੀ ਫੀਲਡ ਨਹੀਂ ਹੋਣੀ ਚਾਹੀਦੀ। ਇਹਨਾਂ ਨੇ ਸਿਰਫ 4 ਫੀਲਡਸ ਨੇ ਜਿਨ੍ਹਾਂ ਨੂੰ ਅਲਾਉ ਕੀਤਾ ਵਾ, ਉਹਨੂੰ ਕਹਿੰਦੇ ਜੀ STEM ਫੀਲਡਸ, ਹੈ ਨਾ, ਮਤਲਬ ਕਿ STEM, S ਤੋਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ। ਜੇ ਇਹਨਾਂ 4 ਚੀਜ਼ਾਂ ਦੇ ਵਿੱਚੋਂ ਤੁਸੀਂ ਕੋਈ ਪੜ੍ਹਾਈ ਕੀਤੀ ਆ, ਹੈ ਨਾ, ਉਹਦੇ ਬਾਅਦ ਤੁਹਾਨੂੰ ਇਹ 12 ਮਹੀਨੇ ਦਾ ਇੱਕ ਵਰਕ ਪਰਮਿਟ ਦਿੰਦੇ ਆ ਜਿਹਨੂੰ OPT ਕਹਿੰਦੇ ਆ। ਉਹਦੇ ਵਿੱਚ ਤੁਸੀਂ ਕਿਸੇ ਵੀ, ਹੈ ਨਾ, ਜੇ ਕਿਸੇ ਨੇ ਕੰਪਿਊਟਰ ਦੀ ਪੜ੍ਹਾਈ ਕੀਤੀ ਹੈ ਤੇ ਉਹ ਕਿਸੇ ਵੀ ਟੈਕਨੋਲੋਜੀ ਕੰਪਨੀ ਦੇ ਵਿੱਚ ਐਜ਼ ਅ ਜੌਬ ਕਰ ਸਕਦਾ ਵਾ। ਉਹ 12 ਮਹੀਨੇ ਵਨਸ ਅਗੇਨ ਸੇਮ ਥਿੰਗ ਆ, ਤੁਹਾਡੇ ਕੋਲ 12 ਮਹੀਨੇ ਹੈਗੇ ਆਪਣੇ ਇੰਪਲੋਇਰ ਨੂੰ ਕਨਵਿੰਸ ਕਰਨ ਨੂੰ ਕਿ ਤੁਸੀਂ ਉਹਨਾਂ ਦੀ ਲੌਂਗ ਟਰਮ ਬੈਨੀਫਿਟ ਲੈ ਕੇ ਆਓਗੇ। ਜੇ ਉਹ ਕਨਵਿੰਸ ਹੁੰਦੇ ਤਾਂ 12 ਮਹੀਨਿਆਂ ਬਾਅਦ ਉਹ ਤੁਹਾਡਾ ਜਿਹੜਾ ਸਟੇਟਸ ਆ ਉਹਨੂੰ ਐਕਸਟੈਂਡ ਕਰਨ 'ਚ ਤੁਹਾਡੀ ਹੈਲਪ ਕਰਦੇ ਆ, ਯਾਨੀ ਕਿ ਉਹ ਤੁਹਾਡੀ ਪਟੀਸ਼ਨ ਫਾਈਲ ਕਰਦੇ ਆ US ਗਵਰਨਮੈਂਟ ਦੇ ਵਿੱਚ ਕਿ ਸਾਨੂੰ ਇਹ ਸਾਡੇ ਲਈ ਇੱਕ ਐਸੈਟ ਆ ਔਰ ਇਸ EMPLOYE ਨੂੰ ਅਸੀਂ ਲੌਂਗ ਟਾਈਮ EMPLOYMENT ਦੇਣਾ ਚਾਹੁੰਦੇ ਆ ਔਰ ਵਨਸ ਅਗੇਨ ਤੁਹਾਡਾ ਜਿਹੜਾ ਵੀਜ਼ਾ ਵਾ F1 ਤੋਂ H1B ਵੀਜ਼ੇ ਦੇ ਵਿੱਚ ਕਨਵਰਟ ਹੋ ਜਾਂਦਾ। ਬਟ ਇਹ ਗੱਲ ਫਿਰ ਬੜੇ ਧਿਆਨ ਨਾਲ ਮੈਂ ਰਿਪੀਟ ਕਰਨਾ ਵੀ ਤੁਹਾਡੀ ਜਿਹੜੀ ਪੜ੍ਹਾਈ ਦੀ ਕੈਟੇਗਰੀ ਆ ਇਹ STEM ਕੈਟੇਗਰੀ ਦੇ ਵਿੱਚ ਹੋਣੀ ਚਾਹੀਦੀ ਆ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ। ਬਟ ਇਹ ਸੁਣਨ ਨੂੰ ਜਿੰਨੇ ਈਜ਼ੀ ਲੱਗ ਰਹੇ ਰਸਤੇ ਇੰਨੇ ਈਜ਼ੀ ਹੈ ਵੀ ਨਹੀਂ। ਕਾਫੀ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ 10 ਤੋਂ 12 ਸਾਲ ਹੋ ਗਏ ਨੇ, ਉਹ ਹਾਲੇ ਵੀ ਆਪਣਾ ਜਿਹੜਾ ਸਟੇਟਸ ਆ ਉਹਨੂੰ H1B ਵੀਜ਼ੇ ਤੋਂ ਗ੍ਰੀਨ ਕਾਰਡ ਦੇ ਵਿੱਚ ਤਬਦੀਲ ਨਹੀਂ ਕਰ ਪਾਏ, ਹੈ ਨਾ, ਕਿਉਂਕਿ ਇਹਦੇ ਵਿੱਚ ਵੀ ਇੱਕ ਕੋਟਾ ਹੁੰਦਾ ਵਾ ਤੇ ਉਹ ਕੋਟਾ ਆਲਰੇਡੀ ਬਹੁਤ ਜ਼ਿਆਦਾ, ਹੈ ਨਾ, ਬੈਕਲੌਗ ਚੱਲ ਰਿਹਾ ਉਹਦੇ ਵਿੱਚ ਔਰ ਕਿਤੇ ਨਾ ਕਦੇ ਤੁਹਾਡਾ EMPLOYER ਦੇ ਨਾਲ ਰਿਲੇਸ਼ਨ ਖਰਾਬ ਹੋ ਜਾਂਦਾ ਵਾ ਜਾਂ ਲੌਂਗ ਟਰਮ EMPLOYER ਨੂੰ ਤੁਹਾਡੀ ਨੀਡ ਨਹੀਂ ਹੁੰਦੀ, ਫਿਰ ਤੁਹਾਨੂੰ ਨਵਾਂ EMPLOYER ਲੱਭਣਾ ਪੈਂਦਾ ਵਾ। ਤੇ ਕਾਫੀ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ 3-4 ਸਾਲ ਸਟਰਗਲ ਕਰਨ ਦੇ ਬਾਅਦ ਉਹਨਾਂ ਨੂੰ ਵਰਕ ਐਕਸਪੀਰੀਅੰਸ ਤੋਂ ਬਹੁਤ ਵਧੀਆ ਹੋ ਜਾਂਦਾ, ਕਿਉਂਕਿ ਜਿਹੜਾ ਅਮਰੀਕਨ ਟੈਕਨੋਲੋਜੀ ਕੰਪਨੀਆਂ ਦੇ ਵਿੱਚ ਜਿਹੜਾ ਕੰਮ ਕਰਨਾ ਨਾ, ਇਟਸ ਲਾਈਕ ਇਹ ਵੀ ਇੱਕ ਤਰੀਕੇ ਦੀ ਐਸੈਟ ਹੀ ਬਣ ਜਾਂਦਾ ਤੁਹਾਡਾ। ਔਰ ਵਰਲਡ ਦੇ ਵਿੱਚ ਜਰਮਨੀ ਦੇ ਵਿੱਚ ਜਾਂ ਯੂਰਪ ਦੀਆਂ ਕਈ ਡਿਫਰੈਂਟ ਕੰਟਰੀਆਂ ਦੇ ਵਿੱਚ, ਈਵਨ ਕੈਨੇਡਾ ਦੇ ਵਿੱਚ ਵੀ ਤੁਹਾਨੂੰ ਈਜ਼ੀਲੀ ਜੇ ਤੁਸੀਂ ਜੌਬ ਅਪਲਾਈ ਕਰਦੇ ਆ ਤਾਂ ਤੁਸੀਂ ਉੱਥੇ ਕਾਫੀ ਲੋਕ ਉੱਥੇ ਮੂਵ ਹੋ ਜਾਂਦੇ ਆ। ਫੋਰ ਐਗਜ਼ਾਮਪਲ ਕੈਨੇਡਾ ਦੇ ਵਿੱਚ ਬਹੁਤ ਸਾਰੇ ਇੱਦਾਂ ਦਾ ਜੌਬ ਐਕਸਪੀਰੀਅੰਸ ਲੈਣ ਦੇ ਬਾਅਦ ਉੱਥੋਂ ਮੂਵ ਹੋ ਜਾਂਦੇ ਆ ਔਰ ਉੱਥੇ ਜਾ ਕੇ ਜਿਹੜਾ PR ਦਾ ਪ੍ਰੋਸੈਸ ਆ ਕੰਪੇਅਰ ਟੂ US ਈਜ਼ੀ ਆ। ਬਟ ਵਨਸ ਅਗੇਨ ਇਹਦਾ ਮਤਲਬ ਇਹ ਨਹੀਂ ਕਿ USA ਦੇ ਵਿੱਚ ਇਸ ਕੈਟੇਗਰੀ ਦੇ ਵਿੱਚ ਕਿਸੇ ਦੇ PR ਨਹੀਂ ਹੁੰਦੀ। ਬਹੁਤ ਸਾਰੇ ਤੁਹਾਨੂੰ ਐਸੇ ਲੋਕ ਮਿਲ ਜਾਣਗੇ ਜਿਹੜੇ ਕਿ ਐਜ਼ ਅ ਸਟੂਡੈਂਟ ਆਏ ਸੀ, ਬਾਅਦ 'ਚ H1B ਵੀਜ਼ੇ ਤੇ ਹੋਏ ਔਰ ਉਹਦੇ ਬਾਅਦ ਉਹ ਗ੍ਰੀਨ ਕਾਰਡ ਵੀ ਹੋਇਆ ਉਹਨਾਂ ਦਾ ਔਰ ਉਹਦੇ ਬਾਅਦ ਇਵੈਂਚੁਅਲੀ ਉਹ ਸਿਟੀਜ਼ਨ ਵੀ ਬਣ ਗਏ। ਹੁਣ ਜਿਹੜੇ ਜਾਣੇ CPT ਔਰ OPT ਦੋਨੋਂ ਨਹੀਂ ਕਰਨਾ ਚਾਹੁੰਦੇ ਉਹਨਾਂ ਵਾਸਤੇ ਵੀ ਇੱਕ ਹੋਰ ਤਰੀਕਾ ਅਮਰੀਕਨ ਗਵਰਨਮੈਂਟ ਨੇ ਬਣਾਇਆ ਵਾ, ਉਹਨੂੰ ਆਪਾਂ ਕਹਿੰਦੇ ਆ ਜੀ ਪਰਸਨ ਵਿਦ ਐਕਸਟਰਾ ਆਰਡੀਨਰੀ ਐਬਿਲਿਟੀਜ਼, ਹੈ ਨਾ। ਇਹਦਾ ਮਤਲਬ ਇਹ ਆ ਵੀ ਜੇ ਤੁਸੀਂ ਗਵਰਨਮੈਂਟ ਨੂੰ ਆਪਣੇ ਆਪ ਨੂੰ ਸੈਲਫ ਪਟੀਸ਼ਨ ਕਰ ਸਕਦੇ ਆ, ਤੁਹਾਨੂੰ ਕਿਸੇ EMPLOYER ਦੀ ਲੋੜ ਨਹੀਂ ਉਹਦੇ ਵਿੱਚ, ਪਰ ਤੁਹਾਨੂੰ ਗਵਰਨਮੈਂਟ ਨੂੰ ਪ੍ਰੂਵ ਕਰਨਾ ਪਊਗਾ ਵੀ ਤੁਹਾਡੇ ਕੋਲ ਐਸੀ ਐਬਿਲਿਟੀਜ਼ ਨੇ। ਫੋਰ ਐਗਜ਼ਾਮਪਲ ਤੁਸੀਂ ਸਾਇੰਸ ਦੇ ਵਿੱਚ ਕੋਈ ਬਹੁਤ ਵੱਡੀ ਰਿਸਰਚ ਕੀਤੀ ਆ, ਮੈਡੀਕਲ ਦੇ ਵਿੱਚ ਕੋਈ ਬਹੁਤ ਵੱਡੀ ਰਿਸਰਚ ਕੀਤੀ ਆ, ਤੁਸੀਂ ਜਿਹੜੀ ਸਪੇਸ ਟੈਕਨੋਲੋਜੀ ਆ ਉਹਦੇ ਵਿੱਚ ਕੋਈ ਨਾ ਕੋਈ ਰਿਸਰਚ ਕੀਤੀ ਆ, ਤੁਸੀਂ ਬਹੁਤ ਵੱਡੇ ਸਕਾਲਰ ਆ, ਹੈ ਨਾ, ਤੁਸੀਂ ਕੋਈ ਐਸੀ ਬੁੱਕ ਲਿਖੀ ਆ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ, ਹੈ ਨਾ, ਜਿਹਨੂੰ ਸਨਮਾਨ ਮਿਲਿਆ ਕੋਈ, ਈਵਨ ਤੁਸੀਂ ਆਰਟਿਸਟ ਆ, ਤੁਸੀਂ ਪੇਂਟਰ ਆ ਬਹੁਤ ਵਧੀਆ, ਹੈ ਨਾ, ਔਰ ਤੁਹਾਨੂੰ ਕੋਈ ਨਾ ਕੋਈ ਬਹੁਤ ਵੱਡਾ ਪੁਰਸਕਾਰ ਮਿਲਿਆ, ਹੈ ਨਾ, ਕਿਸੇ ਹੋਰ ਤੁਹਾਡੀ ਕੰਟਰੀ 'ਚੋਂ ਜਾਂ ਇੰਟਰਨੈਸ਼ਨਲ ਲੈਵਲ 'ਤੇ। ਹੁਣ ਇਸ ਕੈਟੇਗਰੀ ਦੇ ਵਿੱਚ ਬਹੁਤ ਹੀ ਲਿਮਿਟਿਡ ਲੋਕ ਹੁੰਦੇ ਨੇ, ਹੈ ਨਾ, ਜਿਹੜੇ ਕਿ ਫਿੱਟ ਹੁੰਦੇ ਨੇ। ਬਟ ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੁੰਦੇ, ਕਿਉਂਕਿ ਲਾਈਕ ਮੈਂ ਪਹਿਲਾਂ ਵੀ ਕਿਹਾ ਅਮਰੀਕਾ ਨੂੰ ਹਮੇਸ਼ਾ ਹੀ ਸਮਾਰਟ ਲੋਕਾਂ ਦੀ, ਹੈ ਨਾ, ਡਿਮਾਂਡ ਰਹਿੰਦੀ ਹੈ ਨਾ। ਹਮੇਸ਼ਾ ਹੀ ਇਹਨਾਂ ਨੂੰ ਪਤਾ ਵੀ ਜੇ ਆਪਾਂ ਤਰੱਕੀ ਕਰਨੀ ਹੈ ਤਾਂ ਸਾਡੀ ਜਿਹੜੀ ਪੋਪੂਲੇਸ਼ਨ ਹੈ ਸਮਾਰਟ ਹੋਣੀ ਚਾਹੀਦੀ ਹੈ। ਬਟ ਇਹ ਇੰਪੋਸੀਬਲ
नहीं हैगा, बहुत सारे ऐसे लोग ने ਜਿਹੜੇ ਇਸ ਫੀਲਡ ਦੇ ਵਿੱਚ ਵੀ ਹੈ ਨਾ ਅਮਰੀਕਾ ਦੀ, ਕਿਉਂਕਿ ਅਮਰੀਕਾ ਨੂੰ ਪਤਾ ਵੀ ਜੇ ਇਦਾਂ ਦੇ ਲੋਕ ਇਹਨਾਂ ਦੀ ਕੰਟਰੀ 'ਚ ਆਉਣਗੇ, ਜਿਹੜੀ ਰਿਸਰਚ ਉਹਨਾਂ ਨੇ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਕਰਨੀ, ਉਹ ਸੇਮ ਰਿਸਰਚ ਅਮਰੀਕਾ ਦੇ ਵਿੱਚ ਹੀ ਰਹਿ ਕੇ ਕਰਨ, ਔਰ ਉਹਦਾ ਜ਼ਿਆਦਾ ਫਾਇਦਾ ਅਮਰੀਕਨ ਐਜ਼ ਅ ਕੰਟਰੀ ਹੈ ਨਾ ਚੁੱਕ ਸਕੇ। ਬਟ ਲਾਈਕ ਆਈ ਸੈਡ, ਤੁਹਾਨੂੰ ਇਹ ਪ੍ਰੂਵ ਕਰਨਾ ਪੈਣਾ ਵੀ ਤੁਹਾਡੇ ਕੋਲ ਉਹ ਐਬਿਲਿਟੀ ਹੈਗੀ ਆ। ਹੁਣ ਇੱਕ ਰਸਤਾ ਹੋਰ ਹੈਗਾ ਵਾ ਜਿਹਦੇ ਵਿੱਚ ਜੇ ਤੁਸੀਂ ਐਜ਼ ਅ ਸਟੂਡੈਂਟ ਹੁੰਦੇ ਇੱਥੇ ਹੈ ਨਾ, ਉਹਦੇ ਬਾਅਦ ਆਪਣਾ ਗ੍ਰੀਨ ਕਾਰਡ ਲਈ ਫਾਈਲ ਕਰ ਸਕਦੇ ਆ ਔਰ ਇਵੈਂਚੁਅਲੀ ਸਿਟੀਜ਼ਨ ਬਣ ਸਕਦੇ ਆ। ਉਹ ਆ ਜੀ ਤੁਹਾਡੇ ਸਟੂਡੈਂਟ ਲਾਈਫ ਦੇ ਦੌਰਾਨ ਜਾਂ ਉਹਦੇ ਥੋੜ੍ਹੇ ਬਾਅਦ ਤੁਹਾਡਾ ਕਿਸੇ US ਸਿਟੀਜ਼ਨ ਦੇ ਨਾਲ ਤੁਹਾਡੀ ਮੈਰਿਜ ਹੋ ਜਾਂਦੀ ਆ, ਤੇ ਫਿਰ ਉਹ ਐਜ਼ ਅ ਸਪਾਊਸ ਐਲੀਜੀਬਲ ਹੁੰਦੀ ਆ ਕਿ ਤੁਹਾਡੇ ਲਈ ਗ੍ਰੀਨ ਕਾਰਡ ਦੀ ਪਟੀਸ਼ਨ ਕਰ ਪਾਏ। ਔਰ ਇਸ ਰਸਤੇ ਨਾਲ ਵੀ ਕਾਫੀ ਸਾਰੇ ਲੋਕ ਨੇ ਹੈ ਨਾ ਜਿਹੜੇ ਇੱਥੋਂ ਦੇ ਗ੍ਰੀਨ ਕਾਰਡ ਹੋਲਡਰ ਬਣਦੇ ਨੇ। ਤੇ ਇਹ ਸਨ ਕੁਝ ਕੁ ਕੈਟੇਗਰੀਆਂ ਜਿਨ੍ਹਾਂ ਬਾਰੇ ਮੈਨੂੰ ਨੌਲੇਜ ਹੈ। ਹੋ ਸਕਦਾ ਇਸ ਤੋਂ ਇਲਾਵਾ ਵੀ ਕੋਈ ਹੋਰ ਕੈਟੇਗਰੀ ਹੋਏ ਜਿਹਦੇ ਵਿੱਚ ਫਿੱਟ ਹੋ ਕੇ ਤੁਸੀਂ ਇੱਥੇ ਗ੍ਰੀਨ ਕਾਰਡ ਦੀ ਪਟੀਸ਼ਨ ਲਈ ਫਾਈਲ ਕਰ ਸਕਦੇ ਆ, ਬਟ ਇਹ ਮੋਸਟ ਕਾਮਨ ਨੇ ਹੈ ਨਾ। ਪਹਿਲੀ ਤਾਂ ਹੋਈ CPT ਔਰ OPT ਹੈ ਨਾ, ਦੂਜੀ ਹੋ ਗਈ ਜੀ ਤੁਹਾਡੀ ਪਰਸਨ ਵਿਦ ਐਕਸਟਰਾ ਆਰਡੀਨਰੀ ਐਬਿਲਿਟੀ, ਔਰ ਤੀਸਰੀ ਹੋ ਗਈ ਜੀ ਤੁਹਾਡੀ ਮੈਰਿੰਗ ਅ US ਸਿਟੀਜ਼ਨ। ਬਹੁਤ ਸਾਰੇ ਯੰਗ ਬੱਚਿਆਂ ਦੇ ਮੈਨੂੰ ਕੁਐਸਚਨ ਹੁੰਦੇ ਆ ਕਿ ਉਹ ਐਜ਼ ਅ ਸਟੂਡੈਂਟ ਅਮਰੀਕਾ ਆਉਣੇ ਚਾਹੁੰਦੇ ਨੇ, ਉਹਦੇ ਬਾਅਦ ਉਹਨਾਂ ਕੋਲ ਕੀ ਓਪਰਚੁਨਿਟੀ ਹੋਊਗੀ ਵੀ ਉਹ ਇੱਥੇ PR ਬਣ ਜਾਣ। ਓਪਰਚੁਨਿਟੀ ਦੇ ਲਿਮਿਟਲੈਸ ਆ ਹੈ ਨਾ, ਵੀ ਸਕਾਈ ਇਜ਼ ਦਾ ਲਿਮਿਟ, ਬਟ ਤੁਹਾਨੂੰ ਇਹਨਾਂ ਦੇ ਆਪਣੇ ਇਹਨਾਂ ਨੂੰ ਵਰਦੀ ਪ੍ਰੂਵ ਕਰਨਾ ਪਊਗਾ US ਗਵਰਨਮੈਂਟ ਨੂੰ। ਜਿੱਦਾਂ ਜੇ ਤੁਸੀਂ ਕਹੋਗੇ ਵੀ ਆਪਾਂ ਕੋਈ ਇੱਦਾਂ ਦਾ ਕੰਮ ਕਰ ਲਾਂਗੇ ਜਿਹੜਾ ਕੋਈ ਵੀ ਆਮ, ਫੋਰ ਐਗਜ਼ਾਮਪਲ ਮੈਂ ਟਰੱਕ ਚਲਾਉਣਾ, ਟਰੱਕ ਬਹੁਤ ਸਾਰੇ ਲੋਕ ਚਲਾ ਸਕਦੇ ਨੇ ਹੈ ਨਾ, ਇੱਦਾਂ ਦੇ ਲੋਕ ਇਹਨਾਂ ਨੂੰ ਨਹੀਂ ਚਾਹੀਦੇ। ਇਹਨਾਂ ਨੂੰ ਇੱਦਾਂ ਦੇ ਲੋਕ ਚਾਹੀਦੇ ਨੇ ਜਿਹੜੇ IT ਦੇ ਵਿੱਚ ਕੁਝ ਵਧੀਆ, ਕਿਉਂਕਿ IT ਇਜ਼ ਅ ਗਰੋਇੰਗ ਸੈਕਟਰ ਹੈ ਨਾ, ਉਹਦੇ ਵਿੱਚ ਬਹੁਤ ਜ਼ਿਆਦਾ ਨੀਡ ਆ ਐਮਪਲੋਈਜ਼ ਦੀ ਹੈ ਨਾ, ਔਰ ਉਹ ਇੰਨਾ ਕੁ ਹਜੇ ਪੂਰੀ ਨਹੀਂ ਹੋਣ ਦੀ। ਦੈਟਸ ਵਾਈ ਉਹਦੇ ਵਿੱਚ ਇਹਨਾਂ ਨੇ ਤੁਹਾਨੂੰ ਛੂਟ ਦਿੱਤੀ ਆ। ਬਟ ਜੇ ਕੋਈ ਕਹੇ ਵੀ ਮੈਂ ਐਜ਼ ਅ ਟਰੱਕ ਡਰਾਈਵਰ ਹੋਣਾ ਚਾਹੁੰਦਾ ਜਾਂ ਐਜ਼ ਅ ਮਕੈਨਿਕ ਹੋਣਾ ਚਾਹੁੰਦਾ ਵਾ, ਮੇ ਵੀ ਉਹਦੇ ਵਾਸਤੇ ਕੋਈ ਰਸਤਾ ਹੋਏ, ਬਟ ਮੈਂ ਅੱਜ ਤੱਕ ਸੁਣਿਆ ਨਹੀਂ ਕੋਈ ਹੈ ਨਾ। ਐਜ਼ ਅ ਸ਼ੈਫ ਇਟ ਯੂਜ਼ ਟੂ ਬੀ ਥੋੜ੍ਹਾ ਜਿਹਾ ਈਜ਼ੀ ਹੁੰਦਾ ਜੀ। ਜੇ ਤੁਸੀਂ ਸ਼ੈਫ ਸੀਗੇ ਫਿਰ ਥੋੜ੍ਹਾ ਜਿਹਾ ਪਹਿਲਾਂ ਈਜ਼ੀ ਹੁੰਦਾ ਸੀ ਕਿ ਤੁਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸੀਗੇ, ਉਹ ਤੁਹਾਨੂੰ ਪਟੀਸ਼ਨ ਫਾਈਲ ਕਰ ਸਕਦੇ ਸੀ, ਕਿਉਂਕਿ ਹਰੇਕ ਬੰਦਾ ਇੰਡੀਅਨ ਫੂਡ ਨਹੀਂ ਬਣਾ ਸਕਦਾ ਨਾ। ਬਟ ਹੁਣ ਉਹ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਵਾ। ਅੱਜ ਲਾ ਲਓ, ਅੱਜ ਤੋਂ 5-6 ਸਾਲ ਹੋ ਗਏ, ਬਹੁਤ ਐਸੇ ਤੁਹਾਨੂੰ ਘੱਟ ਲੋਕ ਮਿਲਣਗੇ ਜਿਨ੍ਹਾਂ ਨੇ ਰੈਸਟੋਰੈਂਟ ਤੋਂ ਜਿਨ੍ਹਾਂ ਦਾ ਅਪਲਾਈ ਹੋਇਆ ਸੀ ਔਰ ਜਿਹਦੇ ਕਰਕੇ ਉਹਨਾਂ ਦਾ ਗ੍ਰੀਨ ਕਾਰਡ ਹੋ ਗਿਆ। ਹੁਣ ਜਿਹੜਾ ਅਗਲਾ ਤਰੀਕਾ ਵਾ, ਇਹਦੇ ਨਾਲ ਆਪਾਂ ਪੰਜਾਬੀ ਲੋਕ ਆਈ ਥਿੰਕ ਕਾਫੀ ਹੱਦ ਤੱਕ ਜਾਣੂ ਆ, ਕਿਉਂਕਿ ਇਹ ਚੀਜ਼ ਤਾਂ ਆਪਣੇ ਗਾਣਿਆਂ ਦੇ ਵਿੱਚ ਵੀ ਆ ਗਈ ਆ। ਇੱਕ ਗਾਣਾ ਆਈ ਥਿੰਕ ਜਿਹੜਾ ਸਾਰਿਆਂ ਨੇ ਸੁਣਿਆ ਵਾ, ਬੜੀ ਔਖੀ ਮੈਕਸੀਕੋ ਵਾਲੀ ਕੰਧ ਟੱਪਣੀ। ਤੇ ਹਾਂਜੀ, ਇੱਕ ਆ ਵੀ ਤਰੀਕਾ ਹੈਗਾ ਵਾ। ਨੋਟ ਓਨਲੀ ਇੰਡੀਆ ਤੋਂ, ਨੋਟ ਓਨਲੀ ਪੰਜਾਬ ਤੋਂ, ਕਾਫੀ ਕੰਟਰੀ ਜਿੱਦਾਂ ਚਾਈਨਾ ਤੋਂ ਜਾਂ ਇੰਡੋਨੇਸ਼ੀਆ ਤੋਂ, ਇੱਦਾਂ ਦੀ ਕੰਟਰੀਆਂ ਦੇ ਵੀ ਲੋਕ, ਨਾਲੇ ਮੈਜੋਰਟੀ ਦੇ ਵਿੱਚੋਂ ਲੈਟਿਨ ਅਮਰੀਕਨ ਕੰਟਰੀਆਂ, ਕੋਲੰਬੀਆ, ਮੈਕਸੀਕੋ, ਗੁਆਟੇਮਾਲਾ, ਹੰਡੂਰਸ, ਐਲ ਸਲਵਾਡੋਰ, ਆਹ ਸਾਰੀਆਂ ਜਿਹੜੀਆਂ ਕੰਟਰੀਆਂ ਨੇ ਜਿਨ੍ਹਾਂ ਦੀ ਆਰਥਿਕ ਤੌਰ 'ਤੇ ਇੰਨੀਆਂ ਸਟਰੋਂਗ ਨਹੀਂ ਹੈਗੀਆਂ, ਅਤੇ ਇੱਥੋਂ ਦੇ ਵੀ ਸਿਟੀਜ਼ਨ, ਇੱਥੋਂ ਦੇ ਵੀ ਬਸ਼ਿੰਦੇ ਆਹ ਰਸਤਾ ਚੂਜ਼ ਕਰਦੇ ਆ ਜੀ। ਕਿਉਂਕਿ ਅਮਰੀਕਾ ਦਾ ਅਤੇ ਮੈਕਸੀਕੋ ਦੀ ਜਿਹੜੀ ਬਾਰਡਰ ਲਾਈਨ ਹੈ ਇਹ ਕਾਫੀ ਲੰਬੀ ਆ। ਆਈ ਥਿੰਕ ਆਲਮੋਸਟ ਮੋਰ ਦੈਨ 2000 ਮਾਈਲਸ ਲੰਬਾ ਬਾਰਡਰ ਹੈ, ਅਤੇ ਸਾਰਾ ਕੁਝ ਹੱਦ ਤੱਕ ਪ੍ਰੋਟੈਕਟਡ ਹੈ, ਪਰ ਸਾਰਾ ਪ੍ਰੋਟੈਕਟਡ ਨਹੀਂ ਹੈਗਾ। ਅਤੇ ਵਿੱਚੋਂ ਕਈ ਹੁੰਦੇ ਆ ਜੀ ਏਜੰਟ ਜਿਹੜੇ ਇਸ ਚੀਜ਼ ਦੇ ਪੈਸੇ ਲੈਂਦੇ ਆ, ਅਤੇ ਉਹ ਪੈਸੇ ਲੈ ਕੇ ਤੁਹਾਨੂੰ ਬਾਰਡਰ ਕ੍ਰੋਸ ਕਰਾ ਦਿੰਦੇ ਆ। ਇਹ ਕਿੰਨਾ ਸੇਫ ਆ ਹੈ ਨਾ, ਇਹਦੇ ਬਾਰੇ ਆਈ ਥਿੰਕ ਦੱਸਣ ਦੀ ਲੋੜ ਨਹੀਂ ਹੈਗੀ ਹੈ ਨਾ। ਇਸ ਤਰੀਕੇ ਨੂੰ ਯੂਜ਼ ਕਰਦੇ ਹਾਂ, ਕਾਫੀ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗਦੀਆਂ ਨੇ। ਕਾਫੀ ਲੋਕ ਮਾਨਸਿਕ ਤੌਰ 'ਤੇ ਵੀ ਹੈ ਨਾ ਡਿਸਟਰਬ ਹੋ ਜਾਂਦੇ ਨੇ, ਕਿਉਂਕਿ ਕਈ ਵਾਰੀ ਉਹ ਬੜੀ ਕੰਫਰਟੇਬਲ ਲਾਈਫ ਦੇ ਵਿੱਚ ਆਏ ਹੁੰਦੇ ਆ, ਅਤੇ ਇੱਕਦਮ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ, ਜੰਗਲਾਂ ਦੇ ਵਿੱਚ ਤੁਰਨਾ ਪੈਂਦਾ। ਬਟ ਇਹ ਚੋਇਸ ਆਪਣੀ ਹੈ ਜੀ ਹੈ ਨਾ। ਕਾਫੀ ਲੋਕ ਇਹ ਚੋਇਸ ਮਤਲਬ ਕਿ ਇਹਨੂੰ ਅਪਣਾਉਂਦੇ ਨੇ, ਬਟ ਇਹ ਠੀਕ ਹੈ ਜਾਂ ਗਲਤ ਆ ਹੈ ਨਾ, ਇਹਨੂੰ ਤੁਸੀਂ ਆਪਣੇ ਲੈਵਲ 'ਤੇ ਡਿਸਾਈਡ ਕਰ ਸਕਦੇ ਆ। ਲੋਕ ਬਾਰਡਰ ਕ੍ਰੋਸ ਕਰਦੇ ਆ ਜੀ, ਬਾਰਡਰ ਕ੍ਰੋਸ ਕਰਕੇ ਅੱਗੇ ਜਿਹੜੀਆਂ US ਦੀਆਂ ਅਥਾਰਟੀਜ਼ ਆ ਉਹਨਾਂ ਨੂੰ ਜਾ ਕੇ ਸਰੈਂਡਰ ਕਰਦੇ ਆ, ਅਤੇ ਫਿਰ ਉਹ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੂੰ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਪਾ ਦਿੰਦੀਆਂ। ਅਤੇ ਇਹ ਇੰਟਰਨੈਸ਼ਨਲ ਲਾਅ ਆ, ਕੋਈ ਵੀ ਬੰਦਾ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਂਦਾ ਉਹ ਆਪਣਾ ਕੇਸ ਇੱਕ ਜੱਜ ਦੇ ਮੂਹਰੇ ਲੈ ਕੇ ਜਾ ਸਕਦਾ। ਅਤੇ ਸੇਮ ਲਾਅ ਦੇ ਅਧੀਨ ਕਾਫੀ ਲੋਕ ਫਿਰ ਆਪਣਾ ਕੇਸ ਹੈ ਉਹ ਜੱਜ ਦੇ ਮੂਹਰੇ ਪੇਸ਼ ਕਰਦੇ ਆ, ਅਤੇ ਫਿਰ ਜੱਜ ਡਿਸਾਈਡ ਕਰਦਾ ਜੀ ਕਿ ਉਹਨਾਂ ਨੂੰ ਇੱਥੇ ਰਹਿਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਨਹੀਂ। ਕਈ ਵਾਰੀ ਇਹ ਪਹਿਲੀ ਹੀਅਰਿੰਗ ਦੇ ਵਿੱਚ ਹੀ ਡਿਸਾਈਡ ਹੋ ਜਾਂਦਾ,
ਕਈ ਵਾਰੀ ਕੇਸ ਥੋੜ੍ਹਾ ਲੰਬਾ ਖਿੱਚ ਜਾਂਦਾ, ਅਤੇ ਜੇ ਕੇਸ ਥੋੜ੍ਹਾ ਲੰਬਾ ਖਿੱਚਦਾ, ਇਹ ਕੇਸ ਟੂ ਕੇਸ ਡਿਪੈਂਡ ਕਰਦਾ ਜੀ। ਅਤੇ ਬਾਕੀ ਮੈਂ ਇਸ ਵਿਸ਼ੇ 'ਤੇ ਬਹੁਤ ਗੰਭੀਰਤਾ ਨਾਲ ਨਹੀਂ ਜਾਣਦਾ, ਬਟ ਮੈਨੂੰ ਰੀਸੈਂਟਲੀ ਜਿਹੜੇ ਰੀਸੈਂਟ ਕੇਸਿਸ ਆ ਰਹੇ ਆ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਵੀ ਜਿੱਦਾਂ ਕੋਈ ਜੱਜ ਦੇ ਮੂਹਰੇ ਪੇਸ਼ ਹੁੰਦਾ ਸੀਗਾ ਅਤੇ ਉਹ ਫਿਰ ਪੇਸ਼ੀਆਂ ਪੈ ਜਾਂਦੀਆਂ ਸੀ, ਕੋਈ 6 ਮਹੀਨੇ ਬਾਅਦ, ਕੋਈ ਸਾਲ ਬਾਅਦ, ਕੋਈ 2 ਸਾਲ ਬਾਅਦ। ਅਤੇ ਜਿਹੜਾ ਉਹ ਟਾਈਮ ਹੁੰਦਾ ਸੀ, ਵਿਦਨ ਦੈਟ ਟਾਈਮ ਫਰੇਮ ਜਿਹੜੀ ਗਵਰਨਮੈਂਟ ਹੈ, ਕਿਉਂਕਿ ਪਤਾ ਬੰਦੇ ਨੇ ਹੁਣ ਰੋਟੀ ਵੀ ਖਾਣੀ ਹੈ, ਹੈ ਨਾ, ਅਤੇ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੰਦੀ ਸੀ। ਅਤੇ ਉਹ ਫਿਰ ਬੰਦਾ ਆਮ ਕੋਈ ਟਰੱਕ ਚਲਾ ਲੈਂਦਾ ਸੀ, ਕੋਈ ਸਟੋਰ 'ਤੇ ਕੰਮ ਕਰ ਲੈਂਦਾ ਸੀ, ਜਿੱਦਾਂ ਦੇ ਵੀ ਕੋਈ ਕੰਮ ਕਰ ਸਕਦਾ, ਅਤੇ ਨਾਲ ਨਾਲ ਉਹਦਾ ਕੇਸ ਚੱਲੀ ਜਾਂਦਾ ਸੀ। ਕੇਸ ਅਪਰੂਵ ਹੋਣਾ ਜਾਂ ਨਾ ਹੋਣਾ ਇਹ ਬੰਦੇ ਦੇ ਆਪਣੇ ਹਾਲਾਤਾਂ 'ਤੇ ਡਿਪੈਂਡ ਕਰਦਾ ਜੀ, ਅਤੇ ਜੱਜ ਕਨਵਿੰਸ ਹੁੰਦਾ ਕਿ ਨਹੀਂ ਹੁੰਦਾ। ਬਟ ਰੀਸੈਂਟਲੀ ਕੀ ਹੋ ਰਿਹਾ, ਕਿਉਂਕਿ ਕੋਈ ਵੀ ਚੀਜ਼ ਹੈ ਨਾ ਇੱਕ ਹੱਦ ਤੱਕ ਹੀ ਚੱਲਦੀ ਹੈ। ਜਿੱਦਾਂ ਆਪਾਂ ਪਹਿਲਾਂ ਪਤਾ ਲੱਗਿਆ ਵੀ ਸਰਕਾਰ ਇੰਨੀ ਬੁੱਧੂ ਨਹੀਂ ਹੁੰਦੀ, ਹੈ ਨਾ, ਉਹਨਾਂ ਨੂੰ ਵੀ ਜਿੱਦਾਂ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਜੈਨੂਅਨ ਆ ਔਰ ਕਿਹੜੇ ਲੋਕ ਇੱਕ ਕਾਨੂੰਨ ਦਾ, ਹੈ ਨਾ, ਫਾਇਦਾ ਚੁੱਕ ਰਹੇ ਆ। ਅਤੇ ਰੀਸੈਂਟਲੀ ਸੁਣਨ 'ਚ ਆਇਆ ਵੀ ਜਿੱਦਾਂ ਪਹਿਲਾਂ ਬੰਦੇ ਨੂੰ ਡਿਟੈਂਸ਼ਨ ਸੈਂਟਰ ਤੋਂ ਬਾਹਰ ਆ ਕੇ ਕੰਮ ਕਰਨ ਦੀ ਟਾਈਮ ਮਿਲ ਜਾਂਦਾ ਸੀਗਾ ਜਦ ਤੱਕ ਉਹਦੀ ਹੀਅਰਿੰਗ ਨਹੀਂ ਸੀ ਹੁੰਦੀ, ਬਟ ਰੀਸੈਂਟਲੀ ਪਹਿਲਾਂ ਤਾਂ ਹੁਣ ਜਿਹੜੇ ਫੈਸਲੇ ਆ, ਹੈ ਨਾ, ਉਹ ਪਹਿਲੀ ਹੀਅਰਿੰਗ ਦੇ ਵਿੱਚ ਹੀ ਜੱਜ ਡਿਸਾਈਡ ਕਰ ਦਿੰਦਾ। ਔਰ ਮੈਂ ਪਿੱਛੇ ਜੇ ਕਾਫੀ ਨਿਊਜ਼ਾਂ ਪੜ੍ਹੀਆਂ, ਕਾਫੀ ਵਿਚਾਰੇ ਮੁੰਡੇ ਕਾਫੀ ਜ਼ਿਆਦਾ ਪੈਸੇ ਖਰਚ ਕੇ ਇੱਥੋਂ ਤੱਕ ਪਹੁੰਚੇ ਸੀਗੇ, ਕਿਉਂਕਿ ਜਿਹੜਾ ਬਾਰਡਰ ਟਪਾਉਣ ਵਾਲਾ, ਹੈ ਨਾ, ਉਹਦੀ ਤਾਂ ਜ਼ਿੰਮੇਵਾਰੀ ਬਾਰਡਰ ਟਪਾਉਣ ਦੀ ਆ, ਅੱਗੇ ਤੁਹਾਡੇ ਨਾਲ ਕੀ ਹੁੰਦਾ ਉਹਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਅਤੇ ਕਾਫੀ ਲੋਕ ਕਾਫੀ ਜ਼ਿਆਦਾ ਪੈਸੇ ਖਰਚ ਕੇ ਵਿਚਾਰੇ ਪਹੁੰਚੇ ਉੱਥੇ, ਅਤੇ ਕੁਝ ਟਾਈਮ ਡਿਟੈਂਸ਼ਨ ਸੈਂਟਰ ਦੇ ਵਿੱਚ ਰਹਿਣ ਦੇ ਬਾਅਦ ਜੱਜ ਨੇ ਪਹਿਲੀ ਹੀਅਰਿੰਗ 'ਚ ਹੀ ਉਹਨਾਂ ਨੂੰ ਵਾਪਸ ਇੰਡੀਆ ਭੇਜਤਾ ਜੀ। ਅਤੇ ਉਹ ਫਿਰ ਇਹ ਜਿਹੜਾ, ਹੈ ਨਾ, ਕਈ ਲੋਕ ਇਹਨੂੰ ਗਲੋਰੀਫਾਈ ਵੀ ਕਰਦੇ ਨੇ, ਕਈ ਲੋਕ ਇਹਨੂੰ ਡੀਫੇਮ ਵੀ ਕਰਦੇ ਨੇ, ਇਹ ਤੁਹਾਨੂੰ ਆਪ ਡਿਸਾਈਡ ਕਰਨਾ ਪੈਣਾ, ਹੈ ਨਾ। ਅਤੇ ਪਰਸਨਲੀ ਮੈਂ ਕਦੇ ਵੀ ਰਿਕਮੈਂਡ ਨਹੀਂ ਕਰੂੰਗਾ, ਕਿਉਂਕਿ ਆਪਾਂ ਇਹ ਸਭ ਕਰਕੇ ਦੇ ਲਈ ਰਹੇ, ਹੈ ਨਾ, ਇੱਕ ਵਧੀਆ ਲਾਈਫ ਦੀ ਭਾਲ ਵਿੱਚ। ਅਤੇ ਜੇ ਇਸ ਦੇ ਦੌਰਾਨ ਕੋਈ ਹਾਦਸਾ ਵਾਪਰ ਗਿਆ, ਕੋਈ ਤੁਹਾਡੀ, ਹੈ ਨਾ, ਤੁਹਾਨੂੰ ਸਰੀਰਕ ਤੌਰ 'ਤੇ ਤੁਸੀਂ ਵਿਕਲਾਂਗ ਹੋ ਗਏ ਜਾਂ ਕੋਈ ਤੁਹਾਨੂੰ ਹੋਰ ਹੀ ਗੰਭੀਰ ਸੱਟ ਪੇਟ ਲੱਗ ਗਈ, ਅਤੇ ਫਿਰ, ਹੈ ਨਾ, ਫਿਰ ਕਿਆ ਫਾਇਦਾ, ਹੈ ਨਾ। ਅਤੇ ਆਈ ਡੋਂਟ ਨੋ, ਬਟ ਮੈਂ ਇੱਕ ਰਸਤਾ ਹੈਗਾ ਮੈਂ ਸ਼ੇਅਰ ਕੀਤਾ ਤੁਹਾਡੇ ਨਾਲ, ਬਟ ਇਹਦੇ ਵਿੱਚ ਵੀ ਆਉਣਾ ਸੌਖਾ ਇੱਥੇ, ਉਹਦੇ ਬਾਅਦ ਇੱਥੇ ਪੱਕੇ ਹੋਣਾ ਬਹੁਤ ਔਖਾ ਜੀ। ਬਾਕੀ ਰੈਸਟ ਇਜ਼ ਯੋਰ ਡਿਸੀਜਨ ਜੀ। ਅਮਰੀਕਾ ਦੀ ਸਰਕਾਰ ਨੇ ਇੱਕ ਵੀਜ਼ਾ ਕੈਟੇਗਰੀ ਹੋਰ ਬਣਾਈ ਹੈ ਜੀ, ਜਿਹਨੂੰ ਯੂਜ਼ ਕਰਕੇ ਕੋਈ ਅਮਰੀਕਾ ਦੀ ਪਰਮਾਨੈਂਟ ਰੈਜ਼ੀਡੈਂਸੀ ਐਂਡ ਆਫਟਰ ਦੈਟ ਸਿਟੀਜ਼ਨਸ਼ਿਪ ਹਾਸਲ ਕਰ ਸਕਦਾ। ਉਸ ਪ੍ਰੋਗਰਾਮ ਦੇ ਤਹਿਤ ਅਗਰ ਤੁਸੀਂ ਅਮਰੀਕਾ ਦੇ ਵਿੱਚ $1.9 ਮਿਲੀਅਨ ਖਰਚ ਕਰਦੇ ਆ ਔਰ ਇੱਥੋਂ ਦੇ ਕੁਝ ਲੋਕਲ ਰੈਜ਼ੀਡੈਂਟਸ ਨੂੰ ਤੁਹਾਡੇ ਖਰਚ ਕੀਤੇ ਹੋਏ ਬਿਜ਼ਨਸ ਦੇ ਵਿੱਚ ਜੋਬ ਦਿੰਦੇ ਆ, ਅਤੇ ਫਿਰ ਤੁਸੀਂ ਐਲੀਜੀਬਲ ਹੋ ਜਾਂਦੇ ਆ ਗ੍ਰੀਨ ਕਾਰਡ ਵਾਸਤੇ। ਜੇ ਗੱਲ ਕਰੀਏ ਵੀ ਕਿੰਨੀ ਰਕਮ ਤੁਹਾਨੂੰ ਖਰਚ ਕਰਨੀ ਪਏਗੀ, ਉਹ ਹੈਗੀ ਜੀ ਲੋਕਲ ਮਨੀ ਦੇ ਵਿੱਚ $1.9 ਮਿਲੀਅਨ, ਜੋ ਕਿ ਬਣ ਜਾਂਦੇ ਆ $19 ਲੱਖ। ਜਿਹੜੇ ਬਹੁਤੇ ਵੀਰ ਆਪਾਂ ਨੂੰ ਇੰਡੀਆ ਤੋਂ ਦੇਖਦੇ ਆ, ਤਾਂ ਆਪਾਂ ਨੂੰ ਜੇ ਕੈਲਕੂਲੇਸ਼ਨ ਕਰੀਏ ਤਾਂ ਆਈ ਥਿੰਕ ਰਾਊਂਡ ਅਬਾਊਟ 13 ਤੋਂ 14 ਕਰੋੜ ਰੁਪਇਆ ਤੁਹਾਨੂੰ ਖਰਚਣਾ ਪੈਣਾ ਵਾ ਜੇ ਤੁਸੀਂ ਇਨਵੈਸਟਰਸ ਵੀਜ਼ੇ ਦੀ ਕੈਟੇਗਰੀ ਦੇ ਵਿੱਚ ਆਉਣਾ ਵਾ। ਉਹਦੇ ਵਿੱਚ ਇੱਕ ਹੋਰ ਕੈਟੇਗਰੀ ਹੈਗੀ ਜਿਹਦੇ ਵਿੱਚ ਤੁਹਾਨੂੰ $1 ਮਿਲੀਅਨ ਖਰਚ ਕੇ ਵੀ ਤੁਸੀਂ ਗ੍ਰੀਨ ਕਾਰਡ ਲੈ ਸਕਦੇ ਆ, ਪਰ ਉਹਦੀਆਂ ਸ਼ਰਤਾਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਨੇ। ਜਿਹੜਾ ਤੁਸੀਂ ਬਿਜ਼ਨਸ ਖੋਲ੍ਹਣਾ ਵਾ ਉਹ ਇੱਕ ਪੇਂਡੂ ਏਰੀਆ ਦੇ ਵਿੱਚ ਹੋਣਾ ਚਾਹੀਦਾ, ਇੱਕ ਰੂਰਲ ਏਰੀਆ ਦੇ ਵਿੱਚ ਹੋਣਾ ਚਾਹੀਦਾ ਵਾ, ਅਤੇ ਉੱਥੋਂ ਦੇ ਕੁਝ ਲੋਕਲ ਲੋਕਾਂ ਨੂੰ ਤੁਹਾਡੇ ਬਿਜ਼ਨਸ ਖੋਲ੍ਹਣ ਕਰਕੇ ਜੋਬਸ ਕ੍ਰੀਏਟ ਹੋਣੀਆਂ ਚਾਹੀਦੀਆਂ ਨੇ। ਇਹ ਇਕੱਲਾ ਇੰਨਾ ਈਜ਼ੀ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਬਾਅਦ 'ਚ ਵੀ ਕਾਫੀ, ਜੇ ਡੂੰਘਾਈ 'ਚ ਜਾਈਏ ਤਾਂ ਹੋਰ ਵੀ ਕਾਫੀ ਸ਼ਰਤਾਂ ਹੁੰਦੀਆਂ ਨੇ। ਅਤੇ ਸਾਡੇ ਇੱਥੇ ਜਾਣਕਾਰ ਜੋ ਕਿ ਇੱਥੇ ਆ ਕੇ ਸਾਡੇ ਜਾਣਕਾਰ ਬਣੇ, ਉਹਨਾਂ ਦਾ ਇੰਡੀਆ ਦੇ ਵਿੱਚ ਕਾਫੀ ਸਕਸੈਸਫੁਲ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਸੀਗਾ, ਅਤੇ ਉਹਨਾਂ ਨੇ ਸੋਚਿਆ ਵੀ ਉਹ ਪਹਿਲਾਂ ਹੀ ਆਈ ਥਿੰਕ ਉਹਨਾਂ ਦਾ ਅਰਾਊਂਡ ਅਬਾਊਟ 40 ਤੋਂ 43 ਕੰਟਰੀਆਂ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੋਡਕਟ ਆ ਇੰਪੋਰਟ ਐਕਸਪੋਰਟ ਹੁੰਦਾ ਸੀਗਾ। ਅਤੇ ਉਹਨਾਂ ਨੇ ਸੋਚਿਆ ਵੀ ਆਪਾਂ ਬਿਜ਼ਨਸ ਨੂੰ ਜੇ ਅਮਰੀਕਾ ਮੂਵ ਕਰ ਲਈਏ ਤਾਂ ਸ਼ਾਇਦ ਆਪਾਂ ਨੂੰ ਅਮਰੀਕਾ ਦੀ ਪਰਮਾਨੈਂਟ ਰੈਜ਼ੀਡੈਂਸੀ ਮਿਲ ਜਾਏਗੀ, ਐਂਡ ਆਫਟਰ ਦੈਟ ਉਹ ਸਿਟੀਜ਼ਨਸ਼ਿਪ ਵੀ ਲੈ ਸਕਦੇ ਸੀ। ਬਟ ਜਦੋਂ ਇੱਥੇ ਆਏ ਉਹਨਾਂ ਨੇ ਆਪਣਾ ਬਿਜ਼ਨਸ ਵੀ ਇੱਥੇ ਮੂਵ ਕਰ ਲਿਆ ਸੀਗਾ, ਬਟ ਉਹ ਇੰਨਾ ਈਜ਼ੀ ਨਹੀਂ ਸੀਗਾ, ਹੈ ਨਾ। ਪ੍ਰੋਸੈਸ ਬਹੁਤ ਜ਼ਿਆਦਾ ਹਾਰਡ ਸੀਗਾ। ਉਹਨਾਂ ਨੂੰ ਆਪਣੇ ਬਹੁਤ ਜ਼ਿਆਦਾ ਚੈੱਕ ਹੁੰਦਾ ਸੀ, ਜਿਹੜਾ ਉਹਨਾਂ ਦਾ ਪੇਰੋਲ ਸੀ ਵੀ ਉਹਨਾਂ ਨੇ ਲੋਕਲ ਲੋਕ ਕਿੰਨੇ ਹਾਇਰ ਕੀਤੇ ਨੇ, ਉਹਨਾਂ ਦਾ ਲੋਕਲ ਆਫਿਸ ਕਿੱਥੇ ਆ,
ਔਰ ਇੰਨੀ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਗਵਰਨਮੈਂਟ ਵੱਲੋਂ ਇੰਨਾ ਕੁ ਜ਼ਿਆਦਾ ਉਹਨਾਂ 'ਤੇ ਪ੍ਰੈਸ਼ਰ ਬਣਾਇਆ ਸੀ ਕਿ ਉਹ 3 ਸਾਲ ਇੱਥੇ ਰਹਿਣ ਦੇ ਬਾਅਦ ਉਹਨਾਂ ਨੇ ਗਿਵ ਅਪ ਕਰਤਾ ਸੀਗਾ ਹੈ ਨਾ। ਉਹਨਾਂ ਨੂੰ ਕਿਉਂਕਿ ਰਾਈਟ ਵੇ ਤੁਹਾਨੂੰ ਰੈਜ਼ੀਡੈਂਸੀ ਨਹੀਂ ਮਿਲਦੀ, ਉਹਦੇ ਵਿੱਚ ਥੋੜ੍ਹਾ ਜਿਹਾ ਟਾਈਮ ਹੁੰਦਾ ਵਾ ਜਿਹਦੇ ਦੌਰਾਨ ਤੁਸੀਂ ਗਵਰਨਮੈਂਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਅਤੇ ਉਹ ਕਹਿੰਦੇ ਵੀ ਮੈਂ ਇੰਨਾ ਕੁ ਜ਼ਿਆਦਾ ਹੈ ਨਾ ਉਹਨਾਂ ਸ਼ਰਤਾਂ ਨੂੰ ਪੂਰੀਆਂ ਕਰਨ ਦੇ ਵਿੱਚ ਇੰਨਾ ਕੁ ਜ਼ਿਆਦਾ ਉਹਨਾਂ ਦਾ ਫੋਕਸ ਲੱਗਾ ਸੀਗਾ ਕਿ ਜਿਹੜਾ ਉਹਨਾਂ ਦਾ ਮੇਨ ਬਿਜ਼ਨਸ ਸੀਗਾ ਉਹਨੂੰ ਉਹ ਟਾਈਮ ਨਹੀਂ ਸੀ ਦੇ ਪਾ ਰਹੇ। ਅਤੇ ਉਹਨਾਂ ਨੇ ਫਿਰ ਆਖਿਆ ਵੀ ਇਹ ਵਰਥ ਨਹੀਂ ਹੈਗਾ ਹੈ ਨਾ, ਉਹ ਸੇਮ ਬਿਜ਼ਨਸ ਇੰਡੀਆ ਤੋਂ ਵੀ ਕਰ ਸਕਦੇ ਆ ਔਰ ਉਹ ਜਿੱਥੇ ਕਿ ਉਹ ਸਾਰਾ ਆਪਣਾ ਫੋਕਸ ਆਪਣੇ ਬਿਜ਼ਨਸ ਨੂੰ ਦੇ ਸਕਦੇ ਆ। ਅਤੇ ਫਿਰ ਉਹ ਇਵੈਂਚੁਅਲੀ ਗਿਵ ਅਪ ਕਰਕੇ ਦੇ ਵੈਂਟ ਬੈਕ ਟੂ ਇੰਡੀਆ। ਅਤੇ ਤਾਂ ਕਰਕੇ ਮਤਲਬ ਕਿ ਇਹ ਸਟੋਰੀ ਦੱਸਣ ਦਾ ਮਤਲਬ ਇਹ ਆ ਵੀ ਇਹ ਇਕੱਲਾ ਇਹ ਨਹੀਂ ਵੀ ਤੁਸੀਂ ਇਨਵੈਸਟਮੈਂਟ ਕਰਤੀ ਅਤੇ ਤੁਹਾਡਾ ਗ੍ਰੀਨ ਕਾਰਡ ਪੱਕਾ ਹੋ ਗਿਆ, ਉਹਦੇ ਬਾਅਦ ਵੀ ਕੁਝ ਸ਼ਰਤਾਂ ਹੁੰਦੀਆਂ ਨੇ ਹੈ ਨਾ। ਆਪਾਂ ਡੂੰਘਾਈ ਦੇ ਵਿੱਚ ਨਹੀਂ ਜਾਣਾ, ਬਟ ਮੋਟੀਆਂ ਇਹੋ ਹੀ ਵੀ ਤੁਸੀਂ ਪੇ ਰੋਲ 'ਤੇ ਕਿੰਨੇ ਬੰਦੇ ਰੱਖੇ ਆ, ਕਿੰਨਾ ਤੁਸੀਂ ਟੈਕਸ ਫਾਈਲ ਕਰ ਰਹੇ ਆ, ਇੱਦਾਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ। ਅਤੇ ਜਿਹੜੀਆਂ ਕਦੇ ਸਾਰੀਆਂ ਸ਼ਰਤਾਂ ਹੈ ਨਾ ਪੂਰੀਆਂ ਕਰਨੀਆਂ ਇੱਕ ਆਮ ਇਨਸਾਨ ਵਾਸਤੇ ਔਖਾ ਹੋ ਜਾਂਦਾ। ਨਾਟ ਓਨਲੀ ਦੈਟ, ਆਈ ਥਿੰਕ 13 ਤੋਂ 14 ਕਰੋੜ ਰੁਪਇਆ ਖਰਚਣਾ ਵੀ ਇੱਕ ਆਮ ਇਨਸਾਨ ਵਾਸਤੇ ਬਹੁਤ ਔਖਾ ਵਾ। ਬਟ ਇਹ ਕੁਝ ਲੋਕਾਂ ਲਈ, ਬਹੁਤੇ ਲੋਕਾਂ ਲਈ ਤਾਂ ਬਹੁਤ ਵੱਡੀ ਰਕਮ ਹੈ, ਪਰ ਕੁਝ ਲੋਕ ਦੁਨੀਆ 'ਤੇ ਹੈਗੇ ਜਿਨ੍ਹਾਂ ਲਈ ਇਹ ਕੁਝ ਜ਼ਿਆਦਾ ਵੱਡੀ ਰਕਮ ਨਹੀਂ ਹੈਗੀ। ਬਟ ਜਿਹੜਾ ਬੰਦਾ ਇੰਨੇ ਪੈਸੇ ਖਰਚ ਕੇ ਹੈ ਨਾ ਇੱਥੇ ਬਿਜ਼ਨਸ ਖੋਲ੍ਹਦਾ ਵਾ, ਉਹਦੇ ਲਈ ਇਹ ਓਪਰਚੁਨਿਟੀ ਜ਼ਰੂਰ ਹੈਗੀ ਆ। ਹੁਣ ਜਿਹੜੇ ਤਰੀਕੇ ਨਾਲ ਮੈਂ ਆਲੇ ਦੁਆਲੇ ਲੋਕ ਆਉਂਦੇ ਦੇਖੇ ਆ, ਉਹ ਕੁਝ ਤਰੀਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ। ਵੰਸ ਅਗੇਨ ਡੋਂਟ ਟੇਕ ਮਾਈ ਇਨਫੋਰਮੇਸ਼ਨ ਫॉर ਗ੍ਰਾਂਟਡ। ਮੈਂ ਕੋਈ ਕੰਸਲਟੈਂਟ ਨਹੀਂ ਹੈਗਾ ਹੈ ਨਾ, ਮੈਂ ਲੀਗਲੀ ਕਿਸੇ ਨੂੰ ਐਡਵਾਈਸ ਵੀ ਨਹੀਂ ਦੇ ਸਕਦਾ, ਬਸ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਵਾ। ਆਮ ਪ੍ਰੈਟੀ ਸ਼ੋਰ ਕੁਝ ਹੋਰ ਵੀ ਤਰੀਕੇ ਹੋਣਗੇ, ਬਟ ਇਹ ਮਤਲਬ ਕਿ ਮੈਜੋਰਟੀ ਆਫ ਲੋਕ ਇਹਨਾਂ ਕੈਟੇਗਰੀਜ਼ ਦੇ ਵਿੱਚ ਹੀ ਇੱਥੇ ਆਉਂਦੇ ਆ। ਅਤੇ ਕੁਝ ਲੋਕ ਰੈਫਿਊਜੀ ਸਟੇਟਸ 'ਤੇ ਵੀ ਇੱਥੇ ਆਉਂਦੇ ਆ, ਬਟ ਉਹ ਡਿਪੈਂਡ ਕਰਦਾ ਕਿ ਉਹਨਾਂ ਦੀ ਕੰਟਰੀ ਦੇ ਵਿੱਚ ਹਾਲਾਤ ਕਿੱਦਾਂ ਦੇ ਨੇ। ਫੋਰ ਐਗਜ਼ਾਮਪਲ ਕੁਝ ਸਾਲ ਪਹਿਲਾਂ ਜਦੋਂ ਸੀਰੀਆ ਦੇ ਵਿੱਚ ਹਾਲਾਤ ਇੰਨੇ ਵਧੀਆ ਨਹੀਂ ਸੀਗੇ, ਅਤੇ ਫਿਰ US ਗਵਰਨਮੈਂਟ ਨੇ ਕਾਫੀ ਸੀਰੀਆ ਤੋਂ ਲੋਕ ਹੈ ਨਾ, ਈਵਨ ਅਫਰੀਕਾ ਦੀਆਂ ਕਈ ਕੰਟਰੀਆਂ ਸੀਗੀਆਂ ਜਿੱਦਾਂ ਇਥੀਓਪੀਆ, ਸੋਮਾਲੀਆ ਹੈ ਨਾ, ਉੱਥੋਂ ਅਕਸਰ ਹੀ ਲੋਕ ਰੈਫਿਊਜੀ ਵੀਜ਼ੇ 'ਤੇ ਆਉਂਦੇ ਰਹਿੰਦੇ ਆ। ਬਟ ਜਿੱਦਾਂ ਇੰਡੀਆ ਹੈ ਨਾ ਵਰਲਡ ਦੀ ਨਜ਼ਰ ਦੇ ਵਿੱਚ ਇੱਕ ਹੈ ਨਾ ਸਟੇਬਲ ਕੰਟਰੀ ਆ, ਅਤੇ ਉੱਥੋਂ ਇੱਦਾਂ ਦੇ ਵੀਜ਼ੇ ਲੱਗਣੇ ਹੈ ਨਾ ਔਖੇ ਹੋ ਜਾਂਦੇ ਕਈ ਵਾਰੀ। ਬਟ ਵੰਸ ਅਗੇਨ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਆ ਹੈ ਨਾ, ਮੈਂ ਆਪਣੇ ਐਕਸਪੀਰੀਅੰਸ ਤੋਂ ਦਿੱਤੀ ਆ। ਅਤੇ ਪਲੀਜ਼ ਮੈਨੂੰ ਡੋਂਟ ਟੇਕ ਇਟ ਫॉर ਗ੍ਰਾਂਟਡ ਹੈ ਨਾ। ਤੁਸੀਂ ਕੋਈ ਵੀ ਸਟੈਪ ਲੈਣਾ ਵਾ, ਤੁਸੀਂ ਕਿਸੇ ਵਧੀਆ ਬੰਦੇ ਤੋਂ ਸਲਾਹ ਲਓ ਹੈ ਨਾ, ਕਿਸੇ ਕੰਸਲਟੈਂਟ ਤੋਂ ਸਲਾਹ ਲਓ, ਮੇ ਬੀ ਤੁਹਾਨੂੰ ਉਹ ਬੈਟਰ ਐਡਵਾਈਸ ਦੇ ਸਕਦਾ। ਬਟ ਮੈਨੂੰ ਕੁਐਸਚਨ ਹੀ ਇੰਨੇ ਜ਼ਿਆਦਾ ਆਉਂਦੇ ਸੀਗੇ, ਜਿੱਦਾਂ ਕਈ ਵਾਰੀ ਬੰਦੇ ਸੋਚ ਲੈਂਦੇ ਵੀ ਇਹ ਅਮਰੀਕਾ ਰਹਿੰਦੇ ਆ ਹੈ ਨਾ, ਇਹ ਜ਼ਰੂਰ ਸਾਨੂੰ ਵਧੀਆ ਰਸਤਾ ਦੱਸਣਗੇ। ਕੋਸ਼ਿਸ਼ ਤਾਂ ਹੁੰਦੀ ਹੈ ਵਧੀਆ ਰਸਤਾ ਦੱਸਣ ਦੀ, ਬਟ ਲਾਈਕ ਆਈ ਸੈਡ ਹੈ ਨਾ, ਹੋ ਸਕਦਾ ਵੀ ਸਾਡੇ ਕੋਲ ਵੀ, ਕਿਉਂਕਿ ਹੁਣ ਜਿਹੜਾ ਸਾਡਾ ਰੁਝਾਅ ਆ ਹੈ ਨਾ, ਅਸੀਂ ਉਸ ਪੜਾਅ ਤੋਂ ਨਿਕਲ ਚੁੱਕੇ ਹਾਂ। ਅਤੇ ਹੁਣ ਇੱਥੇ ਜਿਹੜੀਆਂ ਆਪਣਾ ਪਰਿਵਾਰਕ ਜੀਵਨ ਵੀ ਸ਼ੁਰੂ ਹੋ ਚੁੱਕਾ ਵਾ ਹੈ ਨਾ, ਹੁਣ ਬਹੁਤਾ ਧਿਆਨ ਆਪਾਂ ਨੂੰ ਉੱਧਰ ਦੇਣਾ ਪੈਂਦਾ ਵਾ। ਅਤੇ ਕਈ ਵਾਰੀ ਜਿਹੜੇ ਲਾਜ਼ ਦੇ ਵਿੱਚ ਚੇਂਜਸ ਵਗੈਰਾ ਆਲੇ ਦੁਆਲੇ ਹੁੰਦੇ ਰਹਿੰਦੇ, ਕਈ ਵਾਰੀ ਆਪਾਂ ਬਹੁਤੇ ਨੋਟਿਸ ਨਹੀਂ ਕਰੀਦੇ ਹੈ ਨਾ। ਬਟ ਫਿਰ ਵੀ ਇਹ ਕੁਝ ਤਰੀਕੇ ਸੀਗੇ ਜਿਹੜੇ ਮੈਂ ਸੋਚਿਆ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰ ਸਕਦਾ ਵਾਂ। ਅਤੇ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਇਹੋ ਤਰੀਕੇ ਨੇ, ਮੇ ਵੀ ਹੋਰ ਵੀ ਕੁਝ ਤਰੀਕੇ ਹੋਣ, ਬਟ ਉਹਨਾਂ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ। ਅਤੇ ਹੁਣ ਕਾਫੀ ਸਾਰੇ ਲੋਕ ਆ ਜਿਹੜੀ ਮੇਰੀ ਵੀਡੀਓਜ਼ ਯੂਰਪ ਵਗੈਰਾ ਤੋਂ ਦੇਖਦੇ ਆ, ਔਰ ਜਿਨ੍ਹਾਂ ਕੋਲ ਯੂਰਪ ਦੀ ਨੈਸ਼ਨੈਲਿਟੀ ਆ, ਉਹ ਵੀ ਕਈ ਵਾਰੀ ਕੁਐਸਚਨ ਕਰਦੇ ਆ ਵੀ ਸਾਡੇ ਕੋਲ ਯੂਰਪ ਦਾ ਪਾਸਪੋਰਟ ਹੈਗਾ ਵਾ, ਕੀ ਅਸੀਂ ਅਮਰੀਕਾ ਮੂਵ ਹੋ ਸਕਦੇ ਹਾਂ। ਉਹਨਾਂ ਲਈ ਮੇਰਾ ਜਵਾਬ ਇਹੋ ਹੀ ਹੈ ਜੀ, ਮੇ ਬੀ ਤੁਸੀਂ ਹੋ ਸਕਦੇ ਹੋ ਹੈ ਨਾ। ਲਾਈਕ ਆਈ ਸੈਡ, ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਬਟ ਅ ਗੁੱਡ ਵੇ ਟੂ ਹੈ ਨਾ ਕਨਫਰਮ ਯੋਰ ਇਨਫੋਰਮੇਸ਼ਨ ਇਜ਼, ਤੁਸੀਂ ਜਿਹੜੀ ਆਪਣੀ ਜਿਸ ਵੀ ਕੰਟਰੀ 'ਚ ਹੈਗੇ ਆ, ਤੁਸੀਂ ਆਪਣੀ ਲੋਕਲ US ਐਮਬੈਸੀ ਦੀ ਵੈਬਸਾਈਟ 'ਤੇ ਜਾਓ, ਅਤੇ ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਹੁੰਦੀ ਆ ਵੀ ਉਸ ਕੰਟਰੀ ਦੇ ਸਿਟੀਜ਼ਨਸ ਕੋਲੋਂ ਕਿਹੜੇ ਰਸਤੇ ਨੇ ਹੈ ਨਾ ਅਮਰੀਕਾ ਆਉਣ ਦੇ। ਅਤੇ ਆਮ ਪ੍ਰੈਟੀ ਸ਼ੋਰ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਉਹਨਾਂ ਦੀ ਵੈਬਸਾਈਟ ਤੋਂ ਮਿਲ ਜੂਗੀ। ਅਤੇ ਇੰਨੀ ਗੱਲ ਕਹਿੰਦੇ ਹੋਏ ਵੀਡੀਓ ਆਲਰੇਡੀ ਬਹੁਤ ਜ਼ਿਆਦਾ ਲੰਬੀ ਹੋ ਗਈ, ਬਟ ਮੈਂ ਕੋਸ਼ਿਸ਼ ਕੀਤੀ ਕਿ ਮੈਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੈ ਨਾ ਗੱਲ ਕਰ ਪਾਵਾਂ। ਬਟ ਫਿਰ ਵੀ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਵੀਡੀਓ ਕਾਫੀ ਲੰਬੀ ਹੋ ਗਈ, ਇਸ ਕਰਕੇ ਸੌਰੀ ਅਬਾਊਟ ਦੈਟ। ਅਤੇ ਲਾਈਕ ਆਈ ਸੈਡ ਹੈ ਨਾ, ਡੋਂਟ ਟੇਕ ਮਾਈ ਇਨਫੋਰਮੇਸ਼ਨ ਫॉर ਗ੍ਰਾਂਟਡ। ਮੈਂ ਜਿੰਨਾ ਕੁ ਮੈਨੂੰ ਆਲੇ ਦੁਆਲੇ ਆਪਣੇ ਘੇਰੇ ਤੋਂ ਪਤਾ, ਮੈਂ ਉਹੀ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ। ਅਤੇ ਮੈਂ ਕੋਈ ਬਹੁਤ ਜ਼ਿਆਦਾ ਡੀਪ ਸਟੱਡੀ ਕਰਕੇ ਵੀਡੀਓ ਨਹੀਂ ਬਣਾਈ। ਅਤੇ ਆਪਾਂ ਮਿਲਾਂਗੇ ਹੁਣ ਨੈਕਸਟ ਵੀਡੀਓ ਦੇ ਵਿੱਚ। ਅੰਟਿਲ ਦੈਨ ਟੇਕ ਕੇਅਰ, ਗੋਡ ਬਲੈਸ ਯੂ ਆਲ, ਐਂਡ ਰੱਬ ਰੱਖਾ ਜੀ।